जी तो अज आप स्टार्ट करते हैं फंडामेंटल राइट्स चैप्टर 12। ठीक है, काफ़ी इंपॉर्टेंट होने वाला जी फंडामेंटल राइट्स वाला चैप्टर। ठीक है, तो फंडामेंटल राइट्स DPSP इस तो नैक्सट वाला चैप्टर होएगा एंड फंडामेंटल ड्यूटीज़। ये तीनों चैप्टर काफ़ी इंपॉर्टेंट ने। इनू मैं एक मतलब ट्रिनिटी के तौर पर कहना होना, जिमें अपने ब्रह्मा विष्णु महेश ना आप त्रिमूर्ति कह दें, तो ये भी एक त्रिमूर्ति ने। ठीक है, काफ़ी इंपॉर्टेंट ने तीनों चैप्टर्स। ठीक है जी, तो स्टार्ट करते हैं फंडामेंटल राइट्स तो। सब तो पहले इंट्रोडक्शन जी। ਆਪਾਂ 25 ਪਾਰਟਸ ਪੜ੍ਹਦੇ ਹੁੰਦੇ ਆਪਣੇ ਸੰਵਿਧਾਨ ਦੇ, ਤਾਂ ਉਹਨਾਂ ਦੇ ਵਿੱਚੋਂ ਥਰਡ ਪਾਰਟ ਜਿਹੜਾ ਹੈਗਾ ਉਹ ਆਪਣਾ ਫੰਡਾਮੈਂਟਲ ਰਾਈਟਸ ਨੂੰ ਬਿਲੋਂਗ ਕਰਦਾ ਹੈਗਾ। ਆਰਟੀਕਲਸ ਕਿਹੜੇ ਨੇ ਜੀ? 12 ਤੋਂ 35 ਤੱਕ ਆਰਟੀਕਲ ਇਹਦੇ ਵਿੱਚ ਇੰਕਲੂਡਡ ਨੇਗੇ। ਅਸੀਂ ਜਿਹੜੀ ਇਹ ਚੀਜ਼ ਬੋਰੋ ਕੀਤੀ ਹੈ ਫੰਡਾਮੈਂਟਲ ਰਾਈਟਸ, ਅਸੀਂ ਪਹਿਲਾਂ ਵੀ ਲਾਸਟ ਸੈਸ਼ਨ ਦੇ ਵਿੱਚ ਪੜ੍ਹੀ ਇਹ ਚੀਜ਼ ਕਿ ਜਿਹੜੀ ਫੰਡਾਮੈਂਟਲ ਰਾਈਟਸ ਨੇ ਅਸੀਂ ਅਮਰੀਕਾ ਤੋਂ ਬੋਰੋ ਕੀਤੇ ਨੇ। ਅਮਰੀਕਾ ਦੇ ਵਿੱਚ ਇੱਕ ਸੈਪਰੇਟ ਚੈਪਟਰ ਹੈ ਬਿਲ ਆਫ ਰਾਈਟਸ ਦਾ। ਠੀਕ ਹੈ, ਅਸੀਂ ਉਸ ਚੀਜ਼ ਤੋਂ ਆਪਣੇ ਫੰਡਾਮੈਂਟਲ ਰਾਈਟਸ ਬੋਰੋ ਕੀਤੇ ਨੇਗੇ। ਠੀਕ ਹੈ, ਔਰ ਇਸ ਫੰਡਾਮੈਂਟਲ ਰਾਈਟਸ ਵਾਲੇ ਚੈਪਟਰ ਨੂੰ ਮੈਗਨਾ ਕਾਰਟਾ ਆਫ ਇੰਡੀਆ ਕਿਹਾ ਜਾਂਦਾ ਹੈ। ਠੀਕ ਹੈ, ਦੇਖੋ ਮੈਗਨਾ ਕਾਰਟਾ ਤੁਸੀਂ ਸ਼ਾਇਦ ਪੜ੍ਹਿਆ ਵੀ ਬਹੁਤ ਵਾਰੀ ਹੋਣਾ ਅਲੱਗ-ਅਲੱਗ ਟੌਪਿਕਸ ਦੇ ਵਿੱਚ, ਹਿਸਟਰੀ ਦੇ ਵਿੱਚ, ਪੋਲਿਟੀ ਦੇ ਵਿੱਚ। ਠੀਕ ਹੈ, ਤਾਂ ਅੱਜ ਮੈਂ ਤੁਹਾਨੂੰ ਦੱਸ ਦੇਣਾ ਮੈਗਨਾ ਕਾਰਟਾ ਬੇਸਿਕਲੀ ਕੀ ਸੀ ਜੀ। 1200 ਦੇ ਕਰੀਬ, 1216 ਦੇ ਕਰੀਬ ਇੱਕ ਰਾਜਾ ਹੋਇਆ ਸੀ ਇੰਗਲੈਂਡ ਦੇ ਵਿੱਚ। ਠੀਕ ਹੈ, ਤਾਂ ਪਹਿਲਾਂ ਤਾਂ ਕਿਉਂਕਿ ਰਾਜੇ ਮਹਾਰਾਜੇ ਸੀ, ਮੋਨਾਰਕੀ ਸੀਗੀ, ਤਾਂ ਆਮ ਲੋਕਾਂ ਕੋਲੇ ਕੋਈ ਰਾਈਟਸ ਨਹੀਂ ਸੀਗੇ। ਠੀਕ ਹੈ, ਮੋਨਾਰਕੀ ਜਿਵੇਂ ਚਾਹੁੰਦੇ ਸੀ ਉਵੇਂ ਹੀ ਕਰਦੀ ਸੀਗੀ। ਬਟ 1216 ਦੇ ਵਿੱਚ ਇੰਗਲੈਂਡ ਦੇ ਇੱਕ ਰਾਜੇ ਤੋਂ ਆਮ ਲੋਕਾਂ ਨੇ ਕੁਛ ਰਾਈਟਸ ਮੰਗੇ ਵੀ ਨਹੀਂ ਜੀ, ਤੁਸੀਂ ਇੰਨਾ ਜ਼ਿਆਦਾ ਧੱਕਾ ਨਹੀਂ ਛੱਡਣਾ ਕਰ ਸਕਦੇ, ਸਾਨੂੰ ਕੁਛ ਰਾਈਟਸ ਦੇਣੇ ਪੈਣਗੇ। ਠੀਕ ਹੈ, ਤਾਂ ਉਹ ਜਿਹੜਾ ਪਹਿਲੀ ਵਾਰੀ ਦੁਨੀਆ ਦੀ ਹਿਸਟਰੀ ਦੇ ਵਿੱਚ, ਵਰਲਡ ਹਿਸਟਰੀ ਵਿੱਚ ਪਹਿਲੀ ਵਾਰੀ ਕਿਸੇ ਮੋਨਾਰਕ ਤੋਂ ਲੋਕਾਂ ਨੇ ਰਾਈਟਸ ਮੰਗੇ। ਠੀਕ ਹੈ, ਉਹਦਾ ਜਿਹੜਾ ਟਾਈਟਲ ਸੀ ਉਹਨੂੰ ਕਿਹਾ ਜਾਂਦਾ ਸੀ ਮੈਗਨਾ ਕਾਰਟਾ। ਠੀਕ ਹੈ, ਮੈਗਨਾ ਕਾਰਟਾ। ਤਾਂ ਉਦੋਂ ਬਾਅਦ ਜਦੋਂ ਵੀ ਕੋਈ ਚੀਜ਼ ਬਹੁਤ ਵਧੀਆ ਹੁੰਦੀ ਹੈ ਜਾਂ ਪਹਿਲੀ ਵਾਰੀ ਹੁੰਦੀ ਹੈ, ਠੀਕ ਹੈ, ਉਹਨੂੰ ਫਿਰ ਅਸੀਂ ਇੱਕ ਸਿੰਬੋਲਿਕਲੀ ਕਹਿ ਦਿੰਦੇ ਕਿ ਹਾਂਜੀ ਇਹ ਸਾਡੇ ਇੰਡੀਆ ਦਾ ਮੈਗਨਾ ਕਾਰਟਾ ਹੈ। ਹੁਣ ਮੈਗਨਾ ਕਾਰਟਾ ਦੇ ਵਿੱਚ ਕੀ ਸੀ ਜੀ? ਰਾਈਟਸ ਸੀਗੇ। ਠੀਕ ਹੈ, ਆਪਣੇ ਫੰਡਾਮੈਂਟਲ ਰਾਈਟ ਦੇ ਵਿੱਚ ਕੀ ਓਬਵੀਅਸਲੀ ਰਾਈਟਸ ਨੇਗੇ, ਤਾਂ ਅਸੀਂ ਆਪਣੇ ਫੰਡਾਮੈਂਟਲ ਰਾਈਟ ਵਾਲੇ ਚੈਪਟਰ ਨੂੰ ਮੈਗਨਾ ਕਾਰਟਾ ਆਫ ਇੰਡੀਆ ਕਹਿ ਦਿੰਦੇ ਹਾਂ। ਹੋਰ ਵੀ ਆਪਾਂ ਕਈ ਜਿਹੜੇ ਟੌਪਿਕਸ ਵਿੱਚ ਮੈਗਨਾ ਕਾਰਟਾ ਵਰਡ ਯੂਜ਼ ਕਰਦੇ ਹਾਂ। ਜਦੋਂ ਵੀ ਕੋਈ ਚੀਜ਼ ਪਹਿਲੀ ਵਾਰੀ ਹੋਈ ਹੁੰਦੀ ਹੈ ਆਪਾਂ ਕਹਿ ਦਿੰਦੇ ਵੀ ਹਾਂਜੀ ਇਹ ਫਲਾਣੀ ਚੀਜ਼ ਇਜ਼ ਮੈਗਨਾ ਕਾਰਟਾ ਆਫ ਦੈਟ ਥਿੰਗ। ਠੀਕ ਹੈ, ਆਪਾਂ ਪੜ੍ਹਾਂਗੇ ਹਿਸਟਰੀ ਵਿੱਚ, ਪੜ੍ਹਾਂਗੇ ਆਪਾਂ ਕਾਫੀ ਚੀਜ਼ਾਂ। ਠੀਕ ਹੈ ਜੀ, ਤੇ ਜਿਹੜੀ ਫੰਡਾਮੈਂਟਲ ਰਾਈਟਸ ਵਾਲਾ ਚੈਪਟਰ ਹੈ ਬੇਸਿਕਲੀ ਇਹ ਪੋਲੀਟੀਕਲ ਡੈਮੋਕ੍ਰੇਸੀ ਨੂੰ ਆਪਣਾ ਪ੍ਰਮੋਟ ਕਰਦਾ ਹੈਗਾ। ਠੀਕ ਹੈ, ਅਸੀਂ ਇਸ ਤੋਂ ਨੈਕਸਟ ਚੈਪਟਰ ਪੜ੍ਹਾਂਗੇ, ਇਹ ਕਾਫੀ ਇੰਪੋਰਟੈਂਟ ਫਰੇਜ਼ ਹੈ ਬੇਸਿਕਲੀ। ਜਿਹੜਾ DPSP ਵਾਲਾ ਚੈਪਟਰ ਹੈ ਅਸੀਂ ਉਹਦੇ ਵਿੱਚ ਪੜ੍ਹਾਂਗੇ ਕਿ ਜਿਹੜੇ DPSP ਨੇ ਉਹ ਸੋਸ਼ਲ ਅਤੇ ਇਕਨੋਮਿਕ ਡੈਮੋਕ੍ਰੇਸੀ, ਸੋਸ਼ਲ ਇਕਨੋਮਿਕ, ਦੇਖੋ ਜਿਹੜੇ SEP ਸੋਸ਼ਲ ਇਕਨੋਮਿਕ ਪੋਲੀਟੀਕਲ, ਇਹ ਹਮੇਸ਼ਾ ਇਕੱਠੇ ਵਰਡ ਆਉਂਦੇ ਨੇਗੇ। ਸੋਸ਼ਲ ਅਤੇ ਇਕਨੋਮਿਕ ਜਿਹੜੀ ਡੈਮੋਕ੍ਰੇਸੀ ਹੈ ਇਹ DPSP ਇਨਸ਼ੋਰ ਕਰਦੀਆਂ ਨੇਗੀਆਂ। ਜਿਹੜੀ ਪੋਲੀਟੀਕਲ ਡੈਮੋਕ੍ਰੇਸੀ ਹੈ ਇਹ ਆਪਣੀ ਫੰਡਾਮੈਂਟਲ ਰਾਈਟ ਇਨਸ਼ੋਰ ਕਰਦੇ ਨੇ। ਇਹ ਕੁਐਸਚਨ ਕਾਫੀ ਵਾਰੀ ਆਉਂਦਾ ਜੀ ਕਿ ਪੋਲੀਟੀਕਲ ਡੈਮੋਕ੍ਰੇਸੀ ਆਪਣੇ ਫੰਡਾਮੈਂਟਲ ਰਾਈਟਸ ਇਨਸ਼ੋਰ ਕਰਦੇ ਨੇ ਔਰ ਸੋਸ਼ਲ ਅਤੇ ਇਕਨੋਮਿਕ ਡੈਮੋਕ੍ਰੇਸੀ ਆਪਣੇ DPSP ਇਨਸ਼ੋਰ ਕਰਦੇ ਨੇ। ਜਿਵੇਂ ਆਪਾਂ ਪੜ੍ਹਾਂਗੇ ਆਪਾਂ ਨੂੰ ਇਹਦਾ ਮੀਨਿੰਗ ਵੀ ਕਲੀਅਰ ਹੋਊਗਾ। ਠੀਕ ਹੈ, ਇੱਕ ਵਾਰ ਤਾਂ ਮੈਂ ਤੁਹਾਨੂੰ ਫੈਕਟ ਦੱਸਿਆ, ਮੀਨਿੰਗ ਵੀ ਆਪਾਂ ਨੂੰ ਨਾਲ ਕਲੀਅਰ ਹੋ ਜਾਏਗਾ। ਠੀਕ ਹੈ ਜੀ, ਫੰਡਾਮੈਂਟਲ ਰਾਈਟਸ ਨੂੰ ਫੰਡਾਮੈਂਟਲ ਹੀ ਕਿਉਂ ਕਿਹਾ ਜਾਂਦਾ ਹੈ? ਉਹਦਾ ਰੀਜ਼ਨ ਇਹ ਹੈ ਕਿਉਂਕਿ ਇਹ ਆਪਣੇ ਸੰਵਿਧਾਨ ਦੁਆਰਾ ਇਨਸ਼ੋਰ ਕੀਤੇ ਗਏ ਨੇ। ਸਾਡੇ ਸੰਵਿਧਾਨ ਦੇ ਵਿੱਚ ਕਿਉਂਕਿ ਆਰਟੀਕਲਸ ਲਿਖੇ ਹੋਏ ਨੇ, ਦੈਟ ਮੀਨਸ ਫੰਡਾਮੈਂਟਲ ਰਾਈਟ ਸਾਨੂੰ ਸੰਵਿਧਾਨ ਤੋਂ ਮਿਲ ਰਹੇ ਨੇ। ਔਰ ਸੰਵਿਧਾਨ ਕੀ ਹੈ ਜੀ? ਸਾਡਾ ਫੰਡਾਮੈਂਟਲ ਲਾਅ ਆਫ ਲੈਂਡ ਹੈਗਾ। ਠੀਕ ਹੈ, ਕਿਉਂਕਿ ਫੰਡਾਮੈਂਟਲ ਲਾਅ ਆਫ ਲੈਂਡ ਕੁਛ ਇਨਸ਼ੋਰ ਕਰ ਰਿਹਾ ਤਾਂ ਅਸੀਂ ਉਹਨਾਂ ਰਾਈਟਸ ਨੂੰ ਵੀ ਫੰਡਾਮੈਂਟਲ ਰਾਈਟਸ ਹੀ ਕਹਿ ਦਿੰਦੇ ਹਾਂ। ਠੀਕ ਹੈ, ਇਹ ਚੀਜ਼ ਹੈਗੀ। ਤਾਂ 6 ਫੰਡਾਮੈਂਟਲ ਰਾਈਟਸ ਨੇਗੇ ਬੇਸਿਕਲੀ, ਕੁਐਸਚਨ ਆਉਂਦਾ ਹੁੰਦਾ ਹੈਗਾ ਹਮੇਸ਼ਾ। ਵੈਸੇ ਤਾਂ ਦੇਖੋ ਆਰਟੀਕਲਸ ਕਿਹੜੇ ਨੇਗੇ? 12 ਤੋਂ ਲੈ ਕੇ 35 ਆਰਟੀਕਲਸ ਨੇਗੇ। ਠੀਕ ਹੈ, ਇਹਦੇ ਵਿੱਚ ਆਪਾਂ ਪੜ੍ਹਾਂਗੇ ਕਈ ਤਰ੍ਹਾਂ ਦੀਆਂ ਫੰਡਾਮੈਂਟਲ ਰਾਈਟਸ ਨੇ, ਜਿਵੇਂ ਆ ਸਾਰੀਆਂ ਫੰਡਾਮੈਂਟਲ ਰਾਈਟਸ ਨੇਗੇ। ਠੀਕ ਹੈ, ਬਟ ਇਹਨਾਂ ਦੀ ਅਸੀਂ ਗਰੁੱਪਿੰਗ ਕੀਤੀ ਹੋਈ ਹੈਗੀ। ਠੀਕ ਹੈ, ਜਿਵੇਂ 14 ਤੋਂ ਲੈ ਕੇ 18 ਜਿਹੜੇ ਆਰਟੀਕਲਸ ਨੇ ਇਹਨਾਂ ਦੇ ਵਿੱਚ ਅਲੱਗ-ਅਲੱਗ ਰਾਈਟਸ ਨੇ ਵੈਸੇ ਤਾਂ, ਪਰ ਇਹਨਾਂ ਨੂੰ ਕਲੈਕਟਿਵਲੀ ਅਸੀਂ ਰਾਈਟ ਟੂ ਇਕੁਐਲਿਟੀ ਕਹਿ ਦਿੰਦੇ ਹਾਂ। ਠੀਕ ਹੈ, ਇਸੇ ਤਰ੍ਹਾਂ ਕਈ ਰਾਈਟਸ ਨੂੰ ਆਪਾਂ ਨੇ ਗਰੁੱਪਿੰਗ ਕੀਤੀ ਹੋਈ ਹੈ ਇੱਦਾਂ, ਰਾਈਟ ਟੂ ਫਰੀਡਮ, ਰਾਈਟ ਅਗੇਂਸਟ ਐਕਸਪਲੋਇਟੇਸ਼ਨ, ਠੀਕ ਹੈ, ਫਰੀਡਮ ਆਫ ਰਿਲੀਜਨ। ਤਾਂ ਇਸੇ ਤਰ੍ਹਾਂ ਆਪਣੀਆਂ 6 ਰਾਈਟਸ ਬਣਦੀਆਂ ਨੇਗੀਆਂ। ਠੀਕ ਹੈ ਜੀ, ਰਾਈਟ ਟੂ ਇਕੁਐਲਿਟੀ 14 ਤੋਂ 18, ਰਾਈਟ ਟੂ ਫਰੀਡਮ 19 ਤੋਂ 22, ਅਗੇਂਸਟ ਐਕਸਪਲੋਇਟੇਸ਼ਨ 23 ਤੋਂ 24, ਫਰੀਡਮ ਆਫ ਰਿਲੀਜਨ, ਕਲਚਰਲ ਐਂਡ ਐਜੂਕੇਸ਼ਨਲ ਰਾਈਟਸ ਐਂਡ ਰਾਈਟ ਟੂ ਕਨਸਟੀਟਿਊਸ਼ਨਲ ਰੈਮੇਡੀਜ਼। ਠੀਕ ਹੈ, ਇਹ 6 ਰਾਈਟਸ ਆਪਣੇ ਹੁੰਦੀਆਂ ਨੇਗੀਆਂ ਜੀ। ਤਾਂ ਕੁਐਸਚਨ ਦੇ ਵਿੱਚ ਆਪਾਂ ਹਮੇਸ਼ਾ ਲਿਖਾਂਗੇ 6 ਫੰਡਾਮੈਂਟਲ ਰਾਈਟਸ ਸਾਡੇ ਸੰਵਿਧਾਨ ਦੇ ਵਿੱਚ ਹੈਗੀਆਂ ਨੇ। ਓਰੀਜਨਲੀ ਰਾਜੇ ਜਦੋਂ 1950 ਦੇ ਵਿੱਚ ਆਪਣਾ ਸੰਵਿਧਾਨ ਬਣਿਆ ਸੀਗਾ, ਓਰੀਜਨਲੀ ਸਾਡੇ ਕੋਲ 7 ਫੰਡਾਮੈਂਟਲ ਰਾਈਟਸ ਸੀਗੀਆਂ। ਠੀਕ ਹੈ, 7 ਫੰਡਾਮੈਂਟਲ ਰਾਈਟ ਸੀ। ਬਟ ਜਿਹੜਾ ਆਰਟੀਕਲ 31 ਹੈ ਤੁਸੀਂ ਦੇਖ ਪਾ ਰਹੇ ਹੋ, 29-30 ਤੋਂ ਬਾਅਦ ਸਿੱਧਾ 32 ਆ ਗਿਆ। ਜਿਹੜਾ 31 ਆਰਟੀਕਲ ਸੀ ਇਹਨੂੰ ਅਸੀਂ ਰਿਪੀਲ ਕਰ ਚੁੱਕੇ ਹਾਂ। ਠੀਕ ਹੈ, ਪਹਿਲਾਂ ਕੀ ਸੀ ਜੀ? ਇਹ ਰਾਈਟ ਟੂ ਪ੍ਰੋਪਰਟੀ, ਕਿ ਹਰ ਬੰਦੇ ਨੂੰ, ਸਾਰੇ ਸਿਟੀਜ਼ਨ ਆਫ ਇੰਡੀਆ ਨੂੰ ਰਾਈਟ ਟੂ ਪ੍ਰੋਪਰਟੀ ਇਨਸ਼ੋਰ ਹੋਣੀ ਚਾਹੀਦੀ ਹੈਗੀ। ਠੀਕ ਹੈ, ਮਤਲਬ ਇੱਕ ਇੰਨੀ ਇੰਪੋਰਟੈਂਟ ਬਣਾਇਆ ਗਿਆ ਸੀ। ਦੇਖੋ ਫੰਡਾਮੈਂਟਲ ਰਾਈਟਸ ਵਾਲਾ ਚੈਪਟਰ ਨਾ ਬਹੁਤ ਇੰਪੋਰਟੈਂਟ ਹੈ। ਰੀਜ਼ਨ ਕੀ ਹੈ ਕਿ ਹਾਂਜੀ ਸਾਡੇ ਕੁਛ ਜੀਣ ਵਾਸਤੇ ਸਾਨੂੰ ਬਰਾਬਰੀ ਹੋਣੀ ਚਾਹੀਦੀ ਹੈ, ਸਾਨੂੰ ਆਜ਼ਾਦੀ ਹੋਣੀ ਚਾਹੀਦੀ ਹੈਗੀ। ਠੀਕ ਹੈ, ਤਾਂ ਮਤਲਬ ਇੱਕ ਇਨਸਾਨ ਦੇ ਸਰਵਾਈਵਲ ਲਈ ਫੰਡਾਮੈਂਟਲ ਰਾਈਟਸ ਬਹੁਤ ਇੰਪੋਰਟੈਂਟ ਹੈਗੇ। ਠੀਕ ਹੈ, ਔਰ ਐਡੇ ਇੰਪੋਰਟੈਂਟ ਚੈਪਟਰ ਦੇ ਵਿੱਚ ਤੁਸੀਂ ਰਾਈਟ ਟੂ ਪ੍ਰੋਪਰਟੀ ਵੀ ਪਾ ਰੱਖਿਆ ਸੀਗਾ। ਠੀਕ ਹੈ, ਜੋ ਕਿ ਬਹੁਤ ਹੀ ਵਧੀਆ ਗੱਲ ਨਹੀਂ ਸੀਗੀ, ਕਿਉਂਕਿ ਰਾਈਟ ਟੂ ਪ੍ਰੋਪਰਟੀ ਮਤਲਬ ਅਸੀਂ ਲੈ ਵੀ ਸਕਦੇ ਹਾਂ, ਆਪਾਂ ਪੜ੍ਹਾਂਗੇ ਅੱਗੇ। ਤਾਂ ਅਸੀਂ ਕੀ ਕੀਤਾ, 44th ਅਮੈਂਡਮੈਂਟ ਦੇ ਨਾਲ 1978 ਦੇ ਵਿੱਚ
ਰਾਈਟ ਟੂ ਪ੍ਰੋਪਰਟੀ ਨੂੰ ਇੱਕ ਫੰਡਾਮੈਂਟਲ ਰਾਈਟ ਨਾ ਰੱਖਦੇ ਹੋਏ ਅਸੀਂ ਇਹਨੂੰ ਆਰਟੀਕਲ 300A ਦੇ ਵਿੱਚ ਪਾਤਾ, ਇੱਕ ਨਵਾਂ ਆਰਟੀਕਲ ਐਡ ਕਰਤਾ 300A, ਤੇ ਅਸੀਂ ਇਹਨੂੰ ਇੱਕ ਲੀਗਲ ਰਾਈਟ ਬਣਾਤਾ। ਇਹ ਕੁਐਸਚਨ ਬਹੁਤ ਵਾਰੀ ਆਉਂਦਾ, ਅਗਰ ਤੁਸੀਂ ਪੜ੍ਹਿਆ ਹੋਣਾ ਕਿਤੇ ਨਾ ਕਿਤੇ, ਤਾਂ ਡੈਫੀਨਿਟਲੀ ਤੁਹਾਨੂੰ ਕਿਤੇ ਨਾ ਕਿਤੇ ਮਿਲ ਜੂਗਾ ਇਹ, ਤੁਸੀਂ ਕੋਈ ਵੀ MCQ ਸੋਲਵ ਕਰਦੇ ਹੋ ਕਿ ਜਿਹੜੀ ਰਾਈਟ ਟੂ ਪ੍ਰੋਪਰਟੀ ਹੈ ਅਸੀਂ ਕਿਹੜੀ ਅਮੈਂਡਮੈਂਟ ਦੇ ਨਾਲ ਇਹਨੂੰ ਇੱਕ ਲੀਗਲ ਰਾਈਟ ਬਣਾਤਾ। ਤਾਂ 44th ਅਮੈਂਡਮੈਂਟ, ਧਿਆਨ ਦੇਣਾ ਇਹਦੇ ਵਿੱਚ 42nd ਅਮੈਂਡਮੈਂਟ ਨਾਲ ਕਨਫਿਊਜ਼ ਕਰਦੇ ਆਪਾਂ, ਨਹੀਂ 42nd ਨਹੀਂ, 44th ਅਮੈਂਡਮੈਂਟ 1978 ਦੇ ਨਾਲ ਅਸੀਂ ਰਾਈਟ ਟੂ ਪ੍ਰੋਪਰਟੀ ਨੂੰ ਇੱਕ ਫੰਡਾਮੈਂਟਲ ਰਾਈਟ ਨਾ ਰੱਖਦੇ ਹੋਏ ਇੱਕ ਲੀਗਲ ਰਾਈਟ ਬਣਾਤਾ ਸੀਗਾ, ਠੀਕ ਹੈ। ਤਾਂ ਹੁਣ ਦੇਖੋ ਆਈ ਹੋਪ ਤੁਹਾਨੂੰ ਕਲੀਅਰ ਹੈਗੀ ਹੈ, ਕਿਉਂਕਿ ਦੇਖੋ ਜਿਹੜੇ ਫੰਡਾਮੈਂਟਲ ਰਾਈਟਸ ਨੇ ਉਹ ਸਿਰਫ ਉਹੀ ਰਾਈਟਸ ਹੋਏ ਜੋ ਆਰਟੀਕਲ 12 ਤੋਂ ਲੈ ਕੇ 35 ਦੇ ਵਿੱਚ ਹੋਣਗੇ, ਠੀਕ ਹੈ। ਅਗਰ 12 ਤੋਂ ਲੈ ਕੇ 35 ਦੇ ਵਿੱਚ ਕੋਈ ਚੀਜ਼ ਹੈਗੀ ਹੈ ਦੈਟ ਮੀਨਸ ਉਹ ਫੰਡਾਮੈਂਟਲ ਰਾਈਟ ਵਾਲੇ ਚੈਪਟਰ ਦੇ ਵਿੱਚ ਹੈਗੀ ਹੈ। ਅਗਰ ਇਦੋਂ ਬਾਹਰ ਕੋਈ ਵੀ ਚੀਜ਼ ਹੈਗੀ ਹੈ ਦੈਟ ਮੀਨਸ ਉਹ ਫੰਡਾਮੈਂਟਲ ਰਾਈਟ ਚੈਪਟਰ 'ਚ ਨਹੀਂ ਹੈਗੀ, ਠੀਕ ਹੈ। ਹੁਣ ਆਰਟੀਕਲ 300A ਕੀ ਹੈ ਜੀ, ਹੈਗਾ ਤਾਂ ਸੰਵਿਧਾਨ ਦੇ ਵਿੱਚ ਹੀ ਹੈ, ਯਾਨੀ ਕਿ ਰਾਈਟ ਟੂ ਪ੍ਰੋਪਰਟੀ ਇਜ਼ ਸਟਿਲ ਅ ਕੌਨਸਟੀਟਿਊਸ਼ਨਲ ਰਾਈਟ। ਇਹ ਧਿਆਨ ਦੇਣਾ, ਹਾਲੇ ਵੀ ਕੌਨਸਟੀਟਿਊਸ਼ਨਲ ਰਾਈਟ ਹੈਗੀ ਹੈ ਬਟ ਫੰਡਾਮੈਂਟਲ ਰਾਈਟ ਨਹੀਂ ਹੈਗੀ, ਠੀਕ ਹੈ। ਹੁਣ ਤੁਸੀਂ ਚਾਹੇ ਕੌਨਸਟੀਟਿਊਸ਼ਨਲ ਕਹਿ ਲਓ ਚਾਹੇ ਲੀਗਲ ਕਹਿ ਲਓ, ਠੀਕ ਹੈ। ਅਗਰ ਕੁਐਸਚਨ ਦੇ ਵਿੱਚ ਦੋਨੋਂ ਹੀ ਆਪਸ਼ਨ ਨੇ, ਠੀਕ ਹੈ, ਤਾਂ ਤੁਸੀਂ ਸਭ ਤੋਂ ਪਹਿਲਾਂ ਕੌਨਸਟੀਟਿਊਸ਼ਨਲ ਮਾਰਕ ਕਰੋਗੇ। ਅਗਰ ਕੌਨਸਟੀਟਿਊਸ਼ਨਲ ਨਹੀਂ ਹੈਗਾ ਫਿਰ ਤੁਸੀਂ ਲੀਗਲ ਮਾਰਕ ਕਰੋਗੇ, ਠੀਕ ਹੈ। ਤਾਂ ਪ੍ਰਾਇੋਰਿਟੀ ਕੌਨਸਟੀਟਿਊਸ਼ਨਲ ਰਾਈਟ ਨੂੰ ਦੇਣੀ ਹੈਗੀ, ਕਿਉਂਕਿ ਆਪਣੇ ਸੰਵਿਧਾਨ ਦੇ ਵਿੱਚ ਆਲਰੇਡੀ ਹੈਗੀ ਇਹ ਚੀਜ਼, ਠੀਕ ਹੈ। ਵੈਸੇ ਜ਼ਿਆਦਾਤਰ ਲੀਗਲ ਰਾਈਟ ਵਾਲਾ ਕੁਐਸਚਨ ਆਉਂਦਾ ਹੁੰਦਾ ਹੈਗਾ, ਠੀਕ ਹੈ। ਅਗਰ ਕੌਨਸਟੀਟਿਊਸ਼ਨਲ ਵੀ ਕੁਐਸਚਨ ਆਪਸ਼ਨ ਦੇ ਵਿੱਚ ਹੈਗਾ ਤਾਂ ਪਹਿਲਾਂ ਆਪਾਂ ਇਹ ਟਿਕ ਕਰਾਂਗੇ, ਠੀਕ ਹੈ ਜੀ। ਅਗਰ ਬੋਥ ਹੈਗਾ ਬੋਥ ਟਿਕ ਕਰ ਲਾਂਗੇ, ਇਹ ਵੀ, ਠੀਕ ਹੈ ਜੀ, ਇਹ ਚੀਜ਼ ਹੈ। ਚਲੋ, ਤਾਂ ਓਰੀਜਨਲੀ 7 ਫੰਡਾਮੈਂਟਲ ਰਾਈਟ ਸੀ ਜੀ, ਅੱਜ ਆਪਣੇ ਕੋਲੇ 6 ਫੰਡਾਮੈਂਟਲ ਰਾਈਟਸ ਹੈਗੀਆਂ, ਠੀਕ ਹੈ। ਤਾਂ ਸਟਾਰਟ ਕਰਦੇ ਹਾਂ ਬੱਚੇ ਆਰਟੀਕਲ 12 ਤੋਂ। ਦੇਖੋ ਜਦੋਂ ਆਪਾਂ ਗੱਲ ਕਰਦੇ ਹਾਂ ਰਾਈਟ ਦੀ, ਠੀਕ ਹੈ, ਅਧਿਕਾਰ ਦੀ, ਵੀ ਮੈਨੂੰ ਕੁਝ ਅਧਿਕਾਰ ਹੈ, ਮੈਨੂੰ ਮੇਰੇ ਫਾਦਰ ਦੀ ਕਾਰ ਯੂਜ਼ ਕਰਨ ਦਾ ਅਧਿਕਾਰ ਰਾਈਟ ਹੈਗਾ, ਠੀਕ ਹੈ। ਤਾਂ ਮੈਂ ਇਹ ਰਾਈਟ ਕਿਤੋਂ ਮੰਗ ਰਿਹਾ, ਆਪਣੇ ਫਾਦਰ ਤੋਂ ਮੰਗ ਰਿਹਾ, ਵੀ ਮੈਨੂੰ ਪਾਪਾ ਮੈਨੂੰ ਕਾਰ ਦੇ ਦਿਓ ਮੈਂ ਕਿਤੇ ਜਾ ਕੇ ਆਉਣਾ, ਠੀਕ ਹੈ। ਤਾਂ ਮੈਂ ਫਾਦਰ ਤੋਂ ਆਪਣੀ ਰਾਈਟ ਮੰਗ ਰਿਹਾ। ਹੁਣ ਜਦੋਂ ਆਪਾਂ ਫੰਡਾਮੈਂਟਲ ਰਾਈਟ ਨੇ ਇਹ ਮੈਂ ਕਿਤੋਂ ਮੰਗਾਂਗੇ, ਆਪਾਂ ਕਿਤੋਂ ਮੰਗਾਂਗੇ, ਠੀਕ ਹੈ। ਤਾਂ ਆਪਾਂ ਆਪਣੀ ਸਰਕਾਰ ਤੋਂ ਮੰਗਾਂਗੇ, ਠੀਕ ਹੈ ਜੀ, ਆਪਾਂ ਆਪਣੀ ਸਰਕਾਰ ਤੋਂ ਮੰਗਾਂਗੇ। ਹੁਣ ਇਹ ਜਿਹੜੀ ਸਰਕਾਰ ਹੈ, ਦੇਖੋ ਆਰਟੀਕਲ 12 ਦੇ ਵਿੱਚ ਕੀ ਲਿਖਿਆ ਹੋਇਆ ਹੈ ਕਿ ਹਾਂਜੀ ਤੁਸੀਂ ਸਰਕਾਰ ਤੋਂ ਇਹ ਫੰਡਾਮੈਂਟਲ ਰਾਈਟ ਮੰਗੋਗੇ, ਸਟੇਟ ਤੋਂ ਮੰਗੋਗੇ, ਠੀਕ ਹੈ। ਬਟ ਹੁਣ ਇਹ ਸਟੇਟ ਦੇ ਵਿੱਚ ਕੀ ਕੁਛ ਆ ਗਿਆ, ਕੀ ਸਾਡੀ ਸਰਕਾਰ ਆ ਗਈ ਇਹਦੇ ਵਿੱਚ, ਕੀ ਇਹਦੇ ਵਿੱਚ ਸਾਡੀ ਪਾਰਲੀਮੈਂਟ ਆ ਗਈ ਇਹਦੇ ਵਿੱਚ, ਠੀਕ ਹੈ, ਕੀ ਇਹਦੇ ਵਿੱਚ ਸਾਡੇ MPs ਆ ਗਏ, ਕੌਣ ਆ ਗਿਆ ਇਸ ਸਟੇਟ ਦੇ ਵਰਡ ਦੇ ਵਿੱਚ, ਠੀਕ ਹੈ। ਤਾਂ ਆਰਟੀਕਲ 12 ਦੇ ਵਿੱਚ ਇਹੀ ਚੀਜ਼ ਕਲੈਰੀਫਾਈ ਕੀਤੀ ਹੋਈ ਹੈ ਕਿ ਕੱਲ੍ਹ ਨੂੰ ਕੋਈ ਕਨਫਿਊਜ਼ਨ ਨਾ ਹੋਵੇ ਕਿ ਤੁਸੀਂ ਸਟੇਟ ਵਰਡ ਕਿਹਦੇ ਵਾਸਤੇ ਯੂਜ਼ ਕਰ ਰਹੇ ਹੋ, ਠੀਕ ਹੈ। ਤਾਂ ਡੈਫੀਨੇਸ਼ਨ ਪਹਿਲਾਂ ਹੀ ਦੇਤੀ ਕਿ ਕਿਸ ਦੇ ਅਗੇਂਸਟ ਆਪਾਂ ਇਹ ਫੰਡਾਮੈਂਟਲ ਰਾਈਟ ਨੂੰ ਕਲੇਮ ਕਰ ਸਕਦੇ ਹਾਂ, ਵੀ ਅਸੀਂ ਕਿਹਨਾਂ ਤੋਂ ਇਹ ਫੰਡਾਮੈਂਟਲ ਰਾਈਟ ਮੰਗ ਸਕਦੇ ਹਾਂ, ਠੀਕ ਹੈ। ਤਾਂ ਇਹ ਸਾਰੀਆਂ ਗਵਰਨਮੈਂਟਸ ਬੱਚੇ, ਠੀਕ ਹੈ, ਉੱਪਰ ਤੋਂ ਲੈ ਕੇ ਨੀਚੇ ਤੱਕ, ਗਵਰਨਮੈਂਟ ਆਫ ਇੰਡੀਆ, ਗਵਰਨਮੈਂਟ ਆਫ ਸਟੇਟ, ਈਵਨ ਜਿਹੜੀਆਂ ਪੰਚਾਇਤ ਨੇਗੀਆਂ ਉਹ ਵੀ ਸਾਡਾ ਸਟੇਟ ਦਾ ਪਾਰਟ ਨੇਗੀਆਂ, ਠੀਕ ਹੈ। ਪਾਰਲੀਮੈਂਟ ਆਫ ਇੰਡੀਆ, ਸਟੇਟ ਲੈਜਿਸਲੇਚਰਸ, ਮਿਊਨਿਸਪੈਲਿਟੀਜ਼, ਈਵਨ ਸੋ ਮਚ ਸੋ ਦੈਟ ਸਰਕਾਰੀ ਕੰਪਨੀਜ਼ ਵੀ LIC, ONGC, ਸੇਲ, ਠੀਕ ਹੈ, ਸਰਕਾਰੀ ਕੰਪਨੀਆਂ ਵੀ ਇਸ ਸਟੇਟ ਦੀ ਡੈਫੀਨੇਸ਼ਨ ਦੇ ਵਿੱਚ ਆਉਣਗੀਆਂ। ਦੈਟ ਮੀਨਸ ਅਗਰ ਇਹਨਾਂ ਨੇ ਕਿਸੇ ਨੇ ਵੀ ਆਪਣੇ ਫੰਡਾਮੈਂਟਲ ਰਾਈਟ ਵਾਇਲੇਟ ਕਰਨ ਦੀ ਕੋਸ਼ਿਸ਼ ਕੀਤੀ ਆਪਾਂ ਫਿਰ ਸੁਪਰੀਮ ਕੋਰਟ ਜਾ ਸਕਦੇ ਸਿੱਧਾ, ਠੀਕ ਹੈ। ਇਹ ਚੀਜ਼ ਹੈਗੀ ਹੈ। ਤਾਂ ਆਪਾਂ ਹੋਰ ਵੀ ਕਾਫੀ ਇੰਪੋਰਟੈਂਟ ਚੈਪਟਰ ਹੈ, ਬੜਾ ਹੀ ਸਮਝਣ ਵਾਲਾ ਚੈਪਟਰ ਹੈ ਫੰਡਾਮੈਂਟਲ ਰਾਈਟ, ਠੀਕ ਹੈ, ਬੜੇ ਧਿਆਨ ਨਾਲ ਸਮਝਣਾ ਆਪਣੇ। ਚਲੋ ਜੀ, ਤਾਂ ਹੁਣ ਆਪਾਂ ਗੱਲ ਕਰਦੇ ਹਾਂ ਜੀ ਆਰਟੀਕਲ ਨੈਕਸਟ ਦੀ, ਆਰਟੀਕਲ 13 ਦੀ। ਬੇਸਿਕਲੀ ਇਹਦੇ ਵਿੱਚ ਜੁਡੀਸ਼ੀਅਲ ਰਿਵਿਊ ਦਾ ਕਨਸੈਪਟ ਹੈਗਾ। ਕੀ ਮਤਲਬ ਹੈ ਕਿ ਅਗਰ ਕਦੋਂ ਵੀ ਕੋਈ ਲਾ, ਕੋਈ ਵੀ ਪਾਰਲੀਮੈਂਟ, ਦੇਖੋ ਆਪਾਂ ਕੀ ਕਹਿ ਰਹੇ ਹਾਂ ਵੀ ਪਾਰਲੀਮੈਂਟ ਦੇ ਅਗੇਂਸਟ ਆਪਾਂ ਇਸ ਫੰਡਾਮੈਂਟਲ ਰਾਈਟ ਨੂੰ ਕਲੇਮ ਕਰ ਸਕਦੇ। ਦੈਟ ਮੀਨ ਉਹਦਾ ਮਤਲਬ ਕੀ ਹੋਇਆ ਕਿ ਅਗਰ ਪਾਰਲੀਮੈਂਟ ਨੇ ਕਦੇ ਵੀ ਕੋਈ ਇਹੋ ਜਿਹਾ ਲਾਅ ਬਣਾਇਆ ਜਿਹਦੇ ਨਾਲ ਸਾਡੇ ਫੰਡਾਮੈਂਟਲ ਰਾਈਟ ਨੂੰ ਹਾਰਮ ਹੋ ਰਿਹਾ, ਮੰਨ ਲਓ ਆਰਟੀਕਲ 19 ਰਿਪੀਲ ਕਰਨ ਦੀ ਗੱਲ ਕਰਦੇ ਹਾਂ, ਆਪਾਂ ਆਰਟੀਕਲ 19 ਦੇ ਵਿੱਚ ਆਪਾਂ ਕੀ ਹੈ ਜੀ ਫਰੀडम ਆਫ ਸਪੀਚ ਹੈਗੀ ਹੈ, ਠੀਕ ਹੈ। ਤਾਂ ਪਾਰਲੀਮੈਂਟ ਨੇ ਕੋਈ ਕਾਨੂੰਨ ਬਣਾਇਆ ਕਿ ਜਦੋਂ ਵੀ ਕੋਈ ਬੰਦੇ ਨੇ ਬੋਲਣਾ ਹੈ, ਕੁਝ ਵੀ ਬੋਲਣਾ ਹੈ, ਉਸ ਤੋਂ ਪਹਿਲਾਂ ਸਰਕਾਰ ਦੀ ਪਰਮਿਸ਼ਨ ਲੈਣੀ ਪਊਗੀ, ਠੀਕ ਹੈ। ਤਾਂ ਹੁਣ ਇਹ ਜਿਹੜਾ ਕਨਸੈਪਟ ਹੋਇਆ ਵੀ ਹਾਂਜੀ ਸਰਕਾਰ ਦੀ ਪਰਮਿਸ਼ਨ ਲੈਣੀ ਪਊਗੀ, ਇਹ ਮੇਰੀ ਫਰੀडम ਆਫ ਰਾਈਟ ਜਿਹੜੀ ਸਪੀਚ ਹੈ ਉਹਨੂੰ ਵਾਇਲੇਟ ਕਰ ਰਹੀ ਹੈ, ਕਿਉਂਕਿ ਮੈਨੂੰ ਬੋਲਣ ਦੀ ਆਜ਼ਾਦੀ ਹੈ। ਜੇ ਹੁਣ ਮੇਰੀ ਬੋਲਣ ਦੀ ਆਜ਼ਾਦੀ ਤੋਂ ਪਹਿਲਾਂ ਮੈਨੂੰ ਪਰਮਿਸ਼ਨ ਲੈਣੀ ਪੈ ਰਹੀ ਹੈ, ਦੈਟ ਮੀਨਸ ਮੇਰਾ ਆਰਟੀਕਲ 19 ਵਾਇਲੇਟ ਹੋ ਰਿਹਾ ਹੈਗਾ, ਠੀਕ ਹੈ। ਤਾਂ ਮੈਂ ਇਸ ਲਾਅ ਦੇ ਅਗੇਂਸਟ ਫਿਰ ਸੁਪਰੀਮ ਕੋਰਟ ਜਾ ਸਕਦਾ ਕਿ ਸਰ ਪਾਰਲੀਮੈਂਟ ਨੇ ਬੜਾ ਬੇਕਾਰ ਲਾਅ ਲੈ ਕੇ ਆਂਦਾ ਜਿਹਦੇ ਵਿੱਚ ਮੈਨੂੰ ਬੋਲਣ ਦੀ ਆਜ਼ਾਦੀ ਨਹੀਂ ਦਿੱਤੀ ਜਾ ਰਹੀ ਹੈਗੀ, ਠੀਕ ਹੈ। ਤਾਂ ਮਤਲਬ ਕੀ ਹੈ, ਇਹਦੇ ਵਿੱਚ ਜੁਡੀਸ਼ੀਅਲ ਰਿਵਿਊ, ਫਿਰ ਸੁਪਰੀਮ ਕੋਰਟ ਕੀ ਕਰ ਸਕਦੀ ਹੈ, ਇਸ ਕਾਨੂੰਨ ਨੂੰ ਖਾਰਿਜ ਕਰ ਸਕਦੀ ਹੈ ਔਨ ਗਰਾਊਂਡ ਆਫ ਵਾਇਲੇਸ਼ਨ ਆਫ ਫੰਡਾਮੈਂਟਲ ਰਾਈਟ, ਕਿ ਹਾਂਜੀ ਫੰਡਾਮੈਂਟਲ ਰਾਈਟ ਲੋਕਾਂ ਦੇ ਵਾਇਲੇਟ ਹੋ ਰਹੇ ਨੇ, ਤਾਂ ਤੁਹਾਡਾ ਇਹ ਲਾਅ ਜਿਹੜਾ ਹੈਗਾ ਬਿਲਕੁਲ ਹੀ ਖਾਰਿਜ ਕੀਤਾ ਜਾਊਗਾ, ਠੀਕ ਹੈ। ਤਾਂ ਇਹਦੇ ਵਿੱਚ ਆਪਣਾ ਜੁਡੀਸ਼ੀਅਲ ਰਿਵਿਊ ਦਾ ਕਨਸੈਪਟ ਆਉਂਦਾ ਹੈ। ਕੀ ਮਤਲਬ ਹੈ ਜੀ, ਕੋਰਟ ਕੈਨ ਡਿਕਲੇਅਰ ਅ ਲਾਅ ਅਨਕੌਂਸਟੀਟਿਊਸ਼ਨਲ ਇਫ ਇਟ ਵਾਇਲੇਟਸ ਦਾ ਫੰਡਾਮੈਂਟਲ ਰਾਈਟਸ, ਠੀਕ ਹੈ ਜੀ। ਅਗਰ ਫੰਡਾਮੈਂਟਲ ਰਾਈਟਸ ਕਿਸੇ ਦੇ ਵੀ ਵਾਇਲੇਟ ਹੋ ਰਹੇ ਨੇ ਕਿਸੇ ਵੀ ਕਾਨੂੰਨ ਦੇ ਨਾਲ, ਤਾਂ ਉਹਨੂੰ ਆਪਾਂ ਸੁਪਰੀਮ ਕੋਰਟ ਜਿਹੜੀ ਕਿ ਉਹਨੂੰ ਅਨਕੌਂਸਟੀਟਿਊਸ਼ਨਲ ਡਿਕਲੇਅਰ ਕਰਕੇ ਉਹਨੂੰ ਕੀ ਖਾਰਿਜ ਕਰ ਸਕਦੀ ਹੈ, ਵੋਇਡ ਕਰ ਸਕਦੀ ਹੈ, ਵੋਇਡ ਡਿਕਲੇਅਰ ਕਰ ਸਕਦੀ ਹੈ, ਠੀਕ ਹੈ, ਵੀ ਹਾਂਜੀ ਇਹ ਐਪਲੀਕੇਬਲ ਨਹੀਂ ਹੈਗਾ। ਇੱਕ ਚੀਜ਼ ਧਿਆਨ ਦੇਣੀ ਹੈ ਜੀ, ਜਿਹੜੀ ਕੌਂਸਟੀਟਿਊਸ਼ਨਲ ਅਮੈਂਡਮੈਂਟ ਹੈ ਉਹ ਕੋਈ ਲਾਅ ਨਹੀਂ ਹੈਗਾ। ਮਤਲਬ ਕੀ ਹੈ, ਇਹ ਤਾਂ ਮੈਂ ਗੱਲ ਕੀਤੀ ਸਿੰਪਲ ਲਾਅ ਦੀ, ਵੀ ਪਾਰਲੀਮੈਂਟ ਨੇ ਕੋਈ ਕਾਨੂੰਨ ਬਣਾਤਾ, ਬਟ ਅਗਰ ਪਾਰਲੀਮੈਂਟ ਕੱਲ੍ਹ ਨੂੰ
ਕੋਈ ਕੌਂਸਟੀਟਿਊਸ਼ਨਲ ਅਮੈਂਡਮੈਂਟ ਐਕਟ ਲੈ ਕੇ ਆਉਂਦੀ ਹੈ, ਠੀਕ ਹੈ, ਇਸ ਅਮੈਂਡਮੈਂਟ ਦੇ ਨਾਲ ਮੇਰਾ ਕੋਈ ਜਿਹੜੀ ਕਿ ਫੰਡਾਮੈਂਟਲ ਰਾਈਟ ਚੇਂਜ ਕਰ ਰਹੀ ਹੈ, ਵੀ ਆਰਟੀਕਲ 19 ਦੇ ਵਿੱਚ ਕੁਝ ਚੇਂਜਸ ਕਰ ਰਹੀ ਹੈ ਮੰਨ ਲਓ, ਠੀਕ ਹੈ, ਇੱਕ ਕੌਂਸਟੀਟਿਊਸ਼ਨ ਸੰਵਿਧਾਨ ਦੇ ਵਿੱਚ ਸੰਸ਼ੋਧਨ ਕਰਕੇ, ਫਿਰ ਮੇਰੇ ਕੋਲ ਕੋਈ ਇਲਾਜ ਨਹੀਂ ਹੈਗਾ, ਠੀਕ ਹੈ। ਹੁਣ ਤਾਂ ਸੰਵਿਧਾਨ ਹੀ ਬਦਲਤਾ, ਆਪਾਂ ਪਹਿਲਾਂ ਕਹਿ ਰਹੇ ਹਾਂ ਵੀ ਆਰਟੀਕਲ 19 ਇਨਸ਼ੋਰ ਕਰਵਾਉਣਾ ਆਪਾਂ ਨੇ, ਕੋਈ ਲਾਅ ਆਰਟੀਕਲ 19 ਨੂੰ ਵਾਇਲੇਟ ਨਹੀਂ ਕਰ ਸਕਦਾ, ਸਮਝ ਆਉਂਦੀ ਹੈ ਗੱਲ। ਬਟ ਅਗਰ ਆਰਟੀਕਲ 19 ਹੀ ਬਦਲਤਾ, ਠੀਕ ਹੈ, ਫਿਰ ਉਹਦਾ ਕੋਈ ਹੱਲ ਹੈ ਨਹੀਂਗਾ, ਠੀਕ ਹੈ। ਤਾਂ ਆਪਾਂ ਕੀ ਕਹਿ ਸਕਦੇ ਹਾਂ ਵੀ ਕੌਂਸਟੀਟਿਊਸ਼ਨਲ ਅਮੈਂਡਮੈਂਟ ਨੂੰ ਆਪਾਂ ਇੱਕ ਕਾਨੂੰਨ ਨਹੀਂ ਕਹਿ ਸਕਦੇ। ਮਤਲਬ ਕੀ ਹੈ ਵੀ ਕੌਂਸਟੀਟਿਊਸ਼ਨਲ ਅਮੈਂਡਮੈਂਟ ਦੇ ਅਗੇਂਸਟ ਅਸੀਂ ਜੁਡੀਸ਼ੀਅਲ ਰਿਵਿਊ ਨਹੀਂ ਲੈ ਸਕਦੇ, ਆਪਾਂ ਸੁਪਰੀਮ ਕੋਰਟ ਨਹੀਂ ਜਾ ਸਕਦੇ ਵੀ ਹਾਂਜੀ ਆਰਟੀਕਲ 19 ਨੂੰ ਤੁਸੀਂ ਗਲਤ ਜਿਹੜਾ ਕੀ ਹੈ ਅਮੈਂਡ ਕੀਤਾ, ਉਹ ਇੱਦਾਂ ਨਹੀਂ ਹੋਣਾ ਚਾਹੀਦਾ ਸੀਗਾ, ਠੀਕ ਹੈ। ਤਾਂ ਇੱਕ ਲਾਅ ਦੇ, ਇੱਕ ਨਾਰਮਲ ਕਾਨੂੰਨ ਦੇ ਖਿਲਾਫ ਆਪਾਂ ਜਾ ਸਕਦੇ ਹਾਂ, ਇੱਕ ਅਮੈਂਡਮੈਂਟ ਦੇ ਖਿਲਾਫ ਆਪਾਂ ਨਹੀਂ ਜਾ ਸਕਦੇ ਸੁਪਰੀਮ ਕੋਰਟ ਦੇ ਵਿੱਚ ਔਨ ਗਰਾਊਂਡ ਆਫ ਵਾਇਓਲੇਸ਼ਨ ਆਫ ਫੰਡਾਮੈਂਟਲ ਰਾਈਟਸ, ਠੀਕ ਹੈ ਜੀ। ਰਾਜ ਕਿਤੇ ਵੀ ਦਿੱਕਤ ਆਈ ਪਲੀਜ਼ ਮੈਨੂੰ ਇੰਟਰਪਟ ਕਰ ਲਿਓ, ਠੀਕ ਹੈ। ਮੈਂ ਜੇ ਤੁਸੀਂ ਨਹੀਂ ਬੋਲ ਰਹੇ ਮੈਂ ਅਸਿਊਮ ਕਰ ਰਿਹਾ ਕਿ ਤੁਹਾਨੂੰ ਸਮਝ ਆ ਰਿਹਾ ਸਾਰਾ ਕੁਝ, ਠੀਕ ਹੈ ਜੀ। ਚਲੋ, ਤਾਂ ਇਹ ਕੁਝ ਆਪਣੇ ਆਰਟੀਕਲਸ ਹੈਗੇ ਨੇ ਜੀ, ਰਾਈਟ ਟੂ ਇਕੁਐਲਿਟੀ, ਰਾਈਟ ਟੂ ਫਰੀडम, ਠੀਕ ਹੈ, ਜੋ ਆਪਾਂ ਪਹਿਲਾਂ ਪੜ੍ਹ ਚੁੱਕੇ 6 ਫੰਡਾਮੈਂਟਲ ਰਾਈਟਸ ਨੇਗੀਆਂ। ਤਾਂ ਉਹਨਾਂ ਦੇ ਵਿੱਚ ਇਹ ਡਿਫਰੈਂਟ ਆਰਟੀਕਲਸ ਨੇਗੇ, ਆਪਾਂ ਇਕੱਲੇ ਨੂੰ ਅੱਛੀ ਤਰ੍ਹਾਂ ਡਿਟੇਲ ਦੇ ਵਿੱਚ ਕਰਾਂਗੇ, ਠੀਕ ਹੈ, ਕਿਉਂਕਿ ਕਾਫੀ ਇੰਪੋਰਟੈਂਟ ਚੈਪਟਰ ਹੈਗਾ, ਠੀਕ ਹੈ। ਤਾਂ ਆਰਟੀਕਲ 14 ਤੋਂ 18 ਪਹਿਲਾਂ ਪੜ੍ਹਦੇ ਹਾਂ, ਠੀਕ ਹੈ ਜੀ। ਤਾਂ ਸਟਾਰਟ ਕਰ ਰਹੇ ਜੀ। ਹੁਣ ਜਿਹੜੇ ਫੰਡਾਮੈਂਟਲ ਰਾਈਟਸ ਨੇ ਐਕਚੁਅਲੀ ਆਰਟੀਕਲ 14 ਤੋਂ ਸਟਾਰਟ ਹੋ ਰਹੇ ਨੇ। ਆਪਾਂ ਨੇ ਪਹਿਲਾਂ ਕੀ ਪੜ੍ਹਿਆ ਜੀ ਵੀ ਜਿਹੜਾ ਚੈਪਟਰ ਹੈ ਉਹ 12 ਤੋਂ 35 ਦੇ ਵਿੱਚ ਹੈਗਾ, ਠੀਕ ਹੈ। ਤਾਂ 12 ਤੇ 13 ਦੇ ਵਿੱਚ ਤਾਂ ਮਤਲਬ ਕੀ ਹੈ ਇੱਕ ਇੰਟਰੋਡਕਸ਼ਨ ਜਿਹੀ ਸੀਗੀ, 12 ਦੇ ਵਿੱਚ ਡੈਫੀਨੇਸ਼ਨ ਆਫ ਸਟੇਟ ਸੀਗੀ, 13 ਦੇ ਵਿੱਚ ਸੀਗਾ ਵੀ ਅਗਰ ਕੋਈ ਵੀ ਕਾਨੂੰਨ ਇਸ ਫੰਡਾਮੈਂਟਲ ਰਾਈਟ ਨੂੰ ਵਾਇਲੇਟ ਕਰਦਾ ਤਾਂ ਉਹਨੂੰ ਆਪਾਂ ਵਾਇਲੇਟ ਡਿਕਲੇਅਰ ਕਰਵਾ ਸਕਦੇ ਹਾਂ, ਠੀਕ ਹੈ। ਇਹ ਆਰਟੀਕਲ 13 ਦੇ ਵਿੱਚ ਸੀਗਾ। ਹੁਣ ਐਕਚੁਅਲ ਫੰਡਾਮੈਂਟਲ ਰਾਈਟਸ ਆਰਟੀਕਲ 14 ਤੋਂ ਸਟਾਰਟ ਹੋ ਰਹੇ ਨੇਗੇ, ਠੀਕ ਹੈ ਜੀ। ਇਹਦੇ ਵਿੱਚ ਕੀ ਹੈ ਜੀ ਬੇਸਿਕਲੀ ਇਕੁਐਲਿਟੀ ਬਿਫੋਰ ਲਾਅ ਐਂਡ ਇਕੁਅਲ ਪ੍ਰੋਟੈਕਸ਼ਨ ਆਫ ਲਾਅ। ਦੇਖੋ ਦੋਨੇ ਹੀ ਕਨਸੈਪਟ ਆਲਮੋਸਟ ਰੂਲ ਆਫ ਲਾਅ ਦੇ, ਸਾਡੇ ਦੇਸ਼ ਦੇ ਵਿੱਚ ਕਿਹਦਾ ਰੂਲ ਹੈ ਜੀ, ਕਿਹਦਾ ਰੂਲ ਹੈ ਜੀ, ਕਾਨੂੰਨ ਦਾ ਰੂਲ ਹੈ, ਨਾ ਹੀ ਕਿਸੇ ਮੋਦੀ ਦਾ ਰੂਲ ਹੈ, ਨਾ ਹੀ ਕਿਸੇ ਬੀਜੇਪੀ ਦਾ ਰੂਲ ਹੈ। ਸਾਡੇ ਦੇਸ਼ ਦੇ ਵਿੱਚ ਕਾਨੂੰਨ ਦਾ ਰੂਲ ਹੈ, ਰੂਲ ਆਫ ਲਾਅ ਹੈਗੀ, ਠੀਕ ਹੈ। ਇਸ ਰੂਲ ਆਫ ਲਾਅ ਦੇ ਵਿੱਚ ਦੋ ਚੀਜ਼ਾਂ ਆਉਂਦੀਆਂ ਨੇਗੀਆਂ, ਇੱਕ ਇਕੁਐਲਿਟੀ ਬਿਫੋਰ ਲਾਅ, ਇੱਕ ਇਕੁਅਲ ਪ੍ਰੋਟੈਕਸ਼ਨ ਆਫ ਲਾਅ। ਮੈਂ ਤੁਹਾਨੂੰ ਬਰੀਫ ਹੀ ਦੱਸਦਾ ਨਾ, ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਆਪਾਂ ਪੈਣਾ ਹੈਗਾ। ਦੇਖੋ ਇਕੁਐਲਿਟੀ ਬਿਫੋਰ ਲਾਅ ਉਹ ਹੋਈ ਵੀ ਤੁਸੀਂ ਚਾਹੇ ਅਮੀਰ ਹੋ ਚਾਹੇ ਗਰੀਬ ਹੋ, ਤੁਹਾਨੂੰ ਇੱਕੋ ਜਿਹੇ ਕਾਨੂੰਨ ਹੀ ਮਿਲਣਗੇ, ਠੀਕ ਹੈ। ਬਟ ਇਕੁਅਲ ਪ੍ਰੋਟੈਕਸ਼ਨ ਆਫ ਲਾਅ ਉਦੋਂ ਹੋਈ ਵੀ ਜਦੋਂ ਅਮੀਰ ਗਰੀਬ ਨੂੰ ਕਾਨੂੰਨ ਤਾਂ ਇੱਕੋ ਹੀ ਨੇਗੇ, ਠੀਕ ਹੈ। ਬਟ ਅਮੀਰ ਕੋਲੇ ਕੀ ਹੈ, ਰਿਸੋਰਸਿਸ ਨੇਗੇ, ਇਹ ਅੱਛੇ ਤੋਂ ਅੱਛਾ ਲਾਇਰ ਜਿਹੜਾ ਹਾਇਰ ਕਰ ਸਕਦਾ, ਗਰੀਬ ਨਹੀਂ ਕਰ ਸਕਦਾ ਹੈਗਾ, ਠੀਕ ਹੈ। ਤਾਂ ਹੁਣ ਅਗਰ ਆਪਾਂ ਇਹਨਾਂ ਦੋਨਾਂ ਨੂੰ ਇੱਕੋ ਜਿਹੀ ਸਿਚੁਏਸ਼ਨ ਦੇ ਵਿੱਚ ਪਾ ਦਿੰਦੇ ਹਾਂ ਤਾਂ ਡੈਫੀਨੇਟਲੀ ਅਮੀਰ ਹੀ ਜਿੱਤੂਗਾ, ਠੀਕ ਹੈ। ਤਾਂ ਇਹ ਤਾਂ ਗੱਲ ਹੋਈ ਜੀ ਇਕੁਐਲਿਟੀ ਬਿਫੋਰ ਲਾਅ, ਵੀ ਅਸੀਂ ਦੋਨਾਂ ਨੂੰ ਆਪਣੇ ਹਾਲ ਦੇ ਉੱਪਰ ਛੱਡਤਾ, ਅਸੀਂ ਦੋਨਾਂ ਨੂੰ ਇਕੁਅਲ ਲਾਜ਼ ਦੇਤੇ, ਠੀਕ ਹੈ। ਹੁਣ ਇਕੁਅਲ ਲਾਜ਼ ਦੇਤੇ ਬਟ ਇਹਦੇ ਕੋਲ ਤਾਂ ਪਹਿਲੇ ਹੀ ਰਿਸੋਰਸਿਸ ਜ਼ਿਆਦਾ ਨੇ, ਤਾਂ ਇਹੀ ਜਿੱਤੂਗਾ ਹਮੇਸ਼ਾ, ਠੀਕ ਹੈ। ਬਟ ਅਗਰ ਆਪਾਂ ਗੱਲ ਕਰਦੇ ਹਾਂ ਇਕੁਅਲ ਪ੍ਰੋਟੈਕਸ਼ਨ ਆਫ ਲਾਅ ਦੀ, ਇਹਦੇ ਵਿੱਚ ਕੀ ਹੈ, ਅਸੀਂ ਜਿਹੜਾ ਬੰਦਾ ਗਰੀਬ ਹੈ ਜਾਂ ਗਰੀਬ ਮੈਂ ਜਸਟ ਇੱਕ ਐਗਜ਼ਾਮਪਲ ਲੈ ਰਿਹਾ, ਜੋ ਬੰਦਾ ਅਨਪ੍ਰਿਵਿਲੇਜਡ ਹੈਗਾ, ਜਿਹਦੇ ਕੋਲ ਨਹੀਂ ਰਿਸੋਰਸ ਹੈਗੇ, ਆਪਾਂ ਉਹਨੂੰ ਕੁਛ ਰਿਸੋਰਸਿਸ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਮਤਲਬ ਕੀ ਹੈ ਵੀ ਉਹਨੂੰ ਕੋਈ ਸਰਕਾਰੀ ਵਕੀਲ ਦੇਤਾ, ਉਹਨੂੰ ਕੁਝ ਹੋਰ ਫਾਇਦੇ ਦੇ, ਉਹਨੂੰ ਥੋੜੀ ਰਿਲੈਕਸੇਸ਼ਨ ਦੇਤੀ ਆਪਾਂ ਨੇ, ਠੀਕ ਹੈ। ਤਾਂ ਹੁਣ ਮਤਲਬ ਕੀ ਹੈ, ਲਾਅਸ ਤਾਂ ਫਿਰ ਵੀ ਇਕੁਅਲ ਨੇ ਬਟ ਆਪਾਂ ਨੇ ਥੋੜਾ ਜਿਹਾ ਇਹਨੂੰ ਜ਼ਿਆਦਾ, ਇਹਨੂੰ ਥੋੜੇ ਜਿਹਾ ਫੇਵਰ ਕਰਤਾ ਆਪਾਂ ਨੇ, ਕਿਉਂਕਿ ਇਹਦੇ ਕੋਲੇ ਪਹਿਲਾਂ ਕੋਈ ਰਿਸੋਰਸਿਸ ਨਹੀਂ ਸੀਗੇ, ਠੀਕ ਹੈ। ਐਗਜ਼ੈਕਟ ਚੀਜ਼ ਨਹੀਂ ਮੈਂ ਤੁਹਾਨੂੰ ਦੱਸ ਰਿਹਾ ਹੈਗਾ, ਮੈਂ ਜਸਟ ਤੁਹਾਨੂੰ ਇੱਕ ਆਈਡੀਆ ਦੇ ਰਿਹਾ ਵੀ ਦੋਨਾਂ ਦੇ ਵਿੱਚ ਕੀ ਫਰਕ ਹੈ। ਇਕੁਐਲਿਟੀ ਬਿਫੋਰ ਲਾਅ ਹੋਇਆ, ਸਾਨੂੰ ਨਹੀਂ ਪਤਾ ਇਹਦੇ ਵਿੱਚ ਕੌਣ ਹੈ, ਇਹਦੇ ਵਿੱਚ ਕੌਣ ਹੈ, ਅਸੀਂ ਦੋਨਾਂ ਨੂੰ ਇੱਕੋ ਹੀ ਲਾਜ਼ ਦੇ ਅਗੇਂਸਟ ਆਪਾਂ ਟਰਾਈ ਕਰਾਂਗੇ। ਬਟ ਇਹਦੇ ਵਿੱਚ ਕੀ ਹੈ, ਜਿਹੜੇ ਬੰਦੇ ਕੋਲੇ ਥੋੜੇ ਰਿਸੋਰਸਿਸ ਘੱਟ ਨੇ ਆਪਾਂ ਉਹਨੂੰ ਕੁਝ ਹੋਰ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਦੋਨਾਂ ਦਾ ਜਿਹੜਾ ਇਨੀਸ਼ੀਅਲ ਸਟੇਜ ਆ ਬਰਾਬਰ ਆ ਜਾਏ, ਠੀਕ ਹੈ। ਦੇਖੋ ਆਪਾਂ ਹਮੇਸ਼ਾ ਗੱਲ ਕਰਦੇ ਹਾਂ ਰੇਸ ਦੀ, ਠੀਕ ਹੈ। ਜੇ ਹੁਣ ਬੰਦੇ ਦੋਨੇ ਇਕੁਅਲ ਨੇਗੇ, ਠੀਕ ਹੈ, ਆਪਾਂ ਮੰਨ ਕੇ ਚੱਲਦੇ ਹਾਂ ਇੱਥੇ ਹੈਗਾ, ਠੀਕ ਹੈ, ਦੋਨੇ ਇਕੁਅਲ ਸਟਾਰਟਿੰਗ ਪੁਆਇੰਟ ਤੋਂ ਸਟਾਰਟ ਕਰ ਰਹੇ ਨੇ। ਬਟ ਇਹ ਕੀ ਹੈ ਰਾਜੇ, ਇਹ ਕੀ ਹੈ ਮਤਲਬ ਕੀ ਹੈ, PWD ਹੈਗਾ ਬੰਦਾ, ਠੀਕ ਹੈ, ਇਹ ਬੰਦਾ ਨਾਰਮਲ ਹੈਗਾ, ਠੀਕ ਹੈ। ਹੁਣ ਓਬਵੀਅਸਲੀ ਗੱਲ ਇਹ ਬੰਦਾ ਜਿੱਤੂਗਾ, ਠੀਕ ਹੈ। ਹੁਣ ਆਪਾਂ ਇਹ ਤਾਂ ਗੱਲ ਹੋਈ ਜੀ ਇਕੁਐਲਿਟੀ ਬਿਫੋਰ ਲਾਅ, ਵੀ ਦੋਨੋਂ ਨੂੰ ਆਪਾਂ ਨੇ ਇਕੁਅਲ ਸਟਾਰਟਿੰਗ ਪੁਆਇੰਟ ਦੇਤਾ, ਬਟ ਓਬਵੀਅਸਲੀ ਗੱਲ ਇਹ ਹਮੇਸ਼ਾ ਜਿੱਤੂਗਾ। ਹੁਣ ਜੇ ਆਪਾਂ ਗੱਲ ਕਰੀਏ ਇਕੁਅਲ ਪ੍ਰੋਟੈਕਸ਼ਨ ਆਫ ਲਾਅ ਦੀ, ਉਹਦੇ ਵਿੱਚ ਕੀ ਹੋਊਗਾ ਜੀ, ਅਸੀਂ ਜਿਹੜਾ PWD ਵਾਲਾ ਬੰਦਾ ਹੈ ਇਹਨੂੰ ਹੋ ਸਕਦਾ ਇਹਦਾ ਸਟਾਰਟਿੰਗ ਪੁਆਇੰਟ ਆਪਾਂ ਇੱਥੇ ਕਰ ਦਈਏ, ਠੀਕ ਹੈ। ਤਾਂ ਹੁਣ ਇੱਥੇ ਕੀ ਹੈ ਜੀ, ਆਪਾਂ ਚਾਹੇ ਦੋਨਾਂ ਨੂੰ ਦੋਨਾਂ ਨੂੰ ਇਕੁਅਲ ਪੋਜੀਸ਼ਨ 'ਤੇ ਲੈ ਕੇ ਆਉਂਦਾ, ਆਪਾਂ ਨੇ ਚਾਹੇ ਆਪਾਂ ਨੇ ਜਿਹੜੀ ਸਟਾਰਟਿੰਗ ਪੁਆਇੰਟ ਆ ਸੇਮ ਨਹੀਂ ਰੱਖਿਆ ਬਟ ਆਪਾਂ ਨੇ ਦੋਨਾਂ ਨੂੰ ਇਕੁਅਲ ਪੋਜੀਸ਼ਨ 'ਤੇ ਲੈ ਕੇ ਆਉਂਦਾ ਤਾਂ ਕਿ ਦੋਨਾਂ ਦੇ ਵਿੱਚ ਜਿਹੜੀ ਕੰਪੀਟੀਸ਼ਨ ਉਹ ਫੇਅਰ ਹੋ ਸਕੇ, ਫੇਅਰ ਕੰਪੀਟੀਸ਼ਨ ਹੋ ਸਕੇ, ਠੀਕ ਹੈ। ਇਹਨੂੰ ਆਪਾਂ ਕਹਿੰਦੇ ਜੀ ਇਕੁਅਲ ਪ੍ਰੋਟੈਕਸ਼ਨ ਆਫ ਲਾਅ। ਤਾਂ ਕਿਤੇ ਨਾ ਕਿਤੇ ਜਿਹੜਾ ਇਕੁਅਲ ਪ੍ਰੋਟੈਕਸ਼ਨ ਆਫ ਲਾਅ ਵਾਲਾ ਕਨਸੈਪਟ ਹੈ ਇਹ ਜ਼ਿਆਦਾ ਵਧੀਆ ਹੈਗਾ, ਠੀਕ ਹੈ। ਆਪਾਂ ਨੇ ਥੋੜ੍ਹਾ ਧਿਆਨ ਰੱਖਣਾ ਹੈਗਾ ਅਤੇ ਇੱਥੋਂ ਹੀ ਆਪਣਾ ਆਉਂਦਾ ਜੀ ਇਕੁਐਲਿਟੀ ਬਿਫੋਰ ਲਾਅ ਅਤੇ ਇਕੁਅਲ ਪ੍ਰੋਟੈਕਸ਼ਨ ਆਫ ਲਾਅ। ਇਹ ਦੋਨੇ ਹੀ ਕਨਸੈਪਟ ਆਪਣੇ ਅਲੱਗ-ਅਲੱਗ ਦੇਸ਼ ਤੋਂ ਬੋਰੋ ਕੀਤੇ ਨੇ। ਇਕੁਐਲਿਟੀ ਬਿਫੋਰ ਲਾਅ ਬ੍ਰਿਟੇਨ ਤੋਂ ਐਂਡ ਇਕੁਅਲ ਪ੍ਰੋਟੈਕਸ਼ਨ ਆਫ ਜੋ ਕਿ ਵਧੀਆ ਚੀਜ਼ ਹੈ, ਜੋ ਕਿ ਥੋੜ੍ਹੀ ਜਿਹੀ ਜ਼ਿਆਦਾ ਵਧੀਆ ਚੀਜ਼ ਹੈਗੀ, ਠੀਕ ਹੈ, ਉਹ ਆਪਾਂ ਨੇ ਅਮਰੀਕਾ ਤੋਂ ਬੋਰੋ ਕੀਤੀ ਹੈ, ਠੀਕ ਹੈ। ਦੋਨੇ ਹੀ ਰੂਲ ਆਫ ਲਾਅ ਦੇ ਵਿੱਚ ਆਉਂਦੀਆਂ ਨੇਗੀਆਂ। ਔਰ ਇਹ ਵੀ ਕੁਐਸਚਨ ਬਹੁਤ ਵਾਰੀ ਆਉਂਦਾ ਹੈ ਕਿ ਜਿਹੜਾ ਰੂਲ ਆਫ ਲਾਅ ਹੈ ਅਸੀਂ ਕਿਹੜੇ ਜਿਹੜਾ ਕੀ ਹੈ ਇੱਕ ਥਿੰਕਰ ਨੇ ਆਪਾਂ ਨੂੰ ਦਿੱਤਾ ਹੈ, ਤਾਂ A.V. ਡਾਇਸੀ ਕਰਕੇ ਇੱਕ ਨਾਮ ਆਉਂਦਾ ਜੀ, ਇਸ ਬੰਦੇ ਨੇ ਰੂਲ ਆਫ ਲਾਅ ਦਾ ਕਨਸੈਪਟ ਦਿੱਤਾ ਹੈਗਾ, ਠੀਕ ਹੈ, ਕਿ ਹਾਂਜੀ ਕਿਸੇ ਵੀ ਦੇਸ਼ ਦੇ ਵਿੱਚ ਸਰਕਾਰ ਦੇ ਵਿੱਚ ਜੋ ਰਾਜ ਹੋਣਾ ਚਾਹੀਦਾ ਉਹ ਕਾਨੂੰਨ ਦਾ ਰਾਜ ਹੋਣਾ ਚਾਹੀਦਾ ਹੈ, ਠੀਕ ਹੈ। ਇਹ A.V. ਡਾਇਸੀ ਨੇ ਦਿੱਤਾ ਹੈ। ਬ੍ਰਿਟੇਨ ਦਾ ਬੰਦਾ ਜੀ, ਬ੍ਰਿਟੇਨ ਦਾ ਜੂਰਿਸਟ ਹੈ, ਕਾਫੀ ਲਰਨਡ ਬੰਦਾ ਹੈਗਾ, ਠੀਕ ਹੈ। ਤਾਂ ਇਹ ਬੰਦੇ ਨੇ ਇਹ ਕਨਸੈਪਟ ਦਿੱਤਾ ਸੀਗਾ, ਠੀਕ ਹੈ ਜੀ।
ਹੁਣ ਆਰਟੀਕਲ 14 ਕਹਿ ਰਿਹਾ ਜੀ ਕਿ ਸਾਰੇ ਦੇਸ਼ ਦੇ ਵਿੱਚ ਲੋਕ ਬਰਾਬਰ ਨੇਗੇ, ਠੀਕ ਹੈ, ਕੋਈ ਅਮੀਰ ਹੈ ਗਰੀਬ ਹੈ ਸਭ ਬਰਾਬਰ ਨੇਗੇ, ਠੀਕ ਹੈ, ਬਟ ਇਹਦੀਆਂ ਕੁਝ ਐਕਸੈਪਸ਼ਨਸ ਨੇਗੀਆਂ। ਅਸੀਂ ਪ੍ਰੈਜ਼ੀਡੈਂਟ ਤੇ ਗਵਰਨਰ ਦੇ ਚੈਪਟਰ ਦੇ ਵਿੱਚ ਪੜ੍ਹਿਆ ਸੀਗਾ, ਠੀਕ ਹੈ। ਦੇਖੋ ਇਹਦਾ ਮਤਲਬ ਤਾਂ ਕੀ ਹੋਇਆ ਵੀ ਕਾਨੂੰਨ ਦੀ ਨਜ਼ਰਾਂ ਦੇ ਵਿੱਚ ਸਾਰੇ ਬਰਾਬਰ ਨੇਗੇ, ਠੀਕ ਹੈ, ਬਟ ਪ੍ਰੈਜ਼ੀਡੈਂਟ ਤੇ ਗਵਰਨਰ ਦੇ ਵਿੱਚ ਪੜ੍ਹਿਆ ਸੀ ਆਪਾਂ ਨੇ ਕਿ ਅਗਰ ਪ੍ਰੈਜ਼ੀਡੈਂਟ ਤੇ ਗਵਰਨਰ ਚਾਹੇ ਕੋਈ ਮਰਡਰ ਵੀ ਕਰ ਦੇਣ ਨਾ ਤਾਂ ਇਹਨਾਂ ਨੂੰ ਕੀ ਹੈ ਜੀ ਆਪਾਂ ਸਜ਼ਾ ਨਹੀਂ ਦੇ ਸਕਦੇ, ਜਦੋਂ ਤੱਕ ਇਹ ਗਵਰਨਰ ਤੇ ਪ੍ਰੈਜ਼ੀਡੈਂਟ ਹੈਗੇ ਨੇ ਇਹਨਾਂ ਨੂੰ ਜ਼ਿਆਦਾ ਕੁਛ ਇਹਨਾਂ 'ਤੇ ਟਰਾਈ ਨਹੀਂ ਕਰ ਸਕਦੇ ਆਪਾਂ, ਠੀਕ ਹੈ। ਦੈਟ ਮੀਨਸ ਕੀ ਹੋਇਆ ਜੀ, ਇਹ ਕੁਛ ਐਕਸੈਪਸ਼ਨਸ ਨੇਗੇ, ਹੈਗੇ ਤਾਂ ਬੰਦਾ ਹੀ ਨੇ ਇਹ ਵੀ ਆਪਣੇ ਇੰਡੀਅਨ ਸਿਟੀਜ਼ਨ ਨੇਗੇ, ਠੀਕ ਹੈ। ਤਾਂ ਹੁਣ ਅਗਰ ਆਪਾਂ ਇਹਨਾਂ ਨੂੰ ਇਮਿਊਨਿਟੀ ਦੇ ਰਹੇ ਹਾਂ ਦੈਟ ਮੀਨਸ ਇਹ ਆਰਟੀਕਲ 14 ਦੀ ਇੱਕ ਐਕਸੈਪਸ਼ਨ ਹੈਗੀ ਹੈ ਵੀ ਸਾਰੇ ਬੰਦੇ ਬਰਾਬਰ ਨਹੀਂ ਹੈਗੇ, ਤੁਸੀਂ ਕਹਿ ਜ਼ਰੂਰ ਰਹੇ ਹੋ ਬਟ ਐਕਚੁਅਲ ਵਿੱਚ ਹੈ ਨਹੀਂਗੇ, ਠੀਕ ਹੈ, ਕਿਉਂਕਿ ਆਪਾਂ ਨੇ ਇਹਨਾਂ ਨੂੰ ਅਲੱਗ ਤੋਂ ਇਮਿਊਨਿਟੀ ਦੇ ਰੱਖੀ ਹੈ ਅੰਡਰ ਆਰਟੀਕਲ 361, ਠੀਕ ਹੈ ਜੀ। ਤਾਂ ਇੱਕ ਹੋਰ ਵੀ ਕਈ ਆਪਣੇ ਕੋਲ ਐਕਸੈਪਸ਼ਨਸ ਨੇਗੀਆਂ, ਜਿਵੇਂ ਆਪਾਂ ਗੱਲ ਕਰਦੇ ਹਾਂ ਅੰਬੈਸਡਰਸ ਦੀ, ਡਿਪਲੋਮੈਟਿਕ ਇਮਿਊਨਿਟੀਜ਼ ਦੀ, ਠੀਕ ਹੈ, ਇਮਿਊਨਿਟੀਜ਼ ਦੀ, ਜਿਵੇਂ ਕਿ ਮਤਲਬ ਬਾਹਰੋਂ ਕੋਈ ਬੰਦਾ ਆਪਣੇ ਕੋਲ ਆਉਂਦਾ, ਠੀਕ ਹੈ, ਚਾਹੇ ਕੋਈ ਫੋਰਨ ਅੰਬੈਸਡਰ ਹੈ ਆਪਣੇ ਇੰਡੀਆ ਦੇ ਵਿੱਚ ਆ ਰਿਹਾ, ਤਾਂ ਅਗਰ ਫੋਰਨ ਅੰਬੈਸਡਰ ਮੰਨ ਲਓ ਅਮਰੀਕਾ ਦਾ ਅੰਬੈਸਡਰ ਹੈ USA ਦਾ, ਇੰਡੀਆ ਦੇ ਵਿੱਚ ਆ ਕੇ ਕੋਈ ਕ੍ਰਾਈਮ ਕਰ ਦਿੰਦਾ ਹੈਗਾ, ਠੀਕ ਹੈ, ਤਾਂ ਅਸੀਂ ਉਸ ਅੰਬੈਸਡਰ ਨੂੰ ਆਪਣੇ ਕਾਨੂੰਨ ਦੇ ਅਕੋਰਡਿੰਗ ਉਹਨੂੰ ਟਰਾਈ ਨਹੀਂ ਕਰ ਸਕਦੇ ਹੈਗੇ, ਠੀਕ ਹੈ, ਉਹਨੂੰ ਕੋਰਟ ਦੇ ਵਿੱਚ ਸਜ਼ਾ ਨਹੀਂ ਦਿਵਾ ਸਕਦੇ, ਕਿਉਂ? ਕਿਉਂਕਿ ਉਹਦੇ ਕੋਲੇ ਡਿਪਲੋਮੈਟਿਕ ਇਮਿਊਨਿਟੀ ਹੈਗੀ ਹੈ, ਠੀਕ ਹੈ। ਉਹਨੂੰ ਆਪਣਾ ਆਪਾਂ ਵੱਧੋ ਵੱਧ ਕੀ ਕਰ ਸਕਦੇ ਹਾਂ, ਇਸ ਬੰਦੇ ਨੂੰ ਆਪਣੇ ਇਹਦੇ ਦੇਸ਼ ਵਾਪਸ ਭੇਜ ਸਕਦੇ ਹਾਂ, ਅਮਰੀਕਾ ਵਾਪਸ ਭੇਜ ਸਕਦੇ ਹਾਂ, ਅਮਰੀਕਾ ਦੇ ਵਿੱਚ ਜਾ ਕੇ ਇਹਨੂੰ ਕੋਈ ਸਜ਼ਾ ਮਿਲਣੀ ਮਿਲੂਗੀ ਉਹ ਅਮਰੀਕਾ ਡਿਸਾਈਡ ਕਰੂਗਾ, ਠੀਕ ਹੈ, ਬਟ ਆਪਾਂ ਕਿਸੇ ਅੰਬੈਸਡਰ ਨੂੰ ਕਿਹੜੀ ਸਜ਼ਾ ਵਗੈਰਾ ਨਹੀਂ ਦੇ ਸਕਦੇ, ਠੀਕ ਹੈ। ਇਹ ਕੀ ਹੈ ਜੀ, ਇਹ ਇੰਟਰਨੈਸ਼ਨਲ ਕਮਿਟਮੈਂਟਸ ਹੈਗੀਆਂ ਤਾਂ ਕਿ ਜਿਹੜੇ ਫੋਰਨ ਅੰਬੈਸਡਰ ਨੇ ਫ੍ਰੀਲੀ ਆਪਣਾ ਕੰਮ ਕਰ ਸਕਣ, ਇਹ ਆਪਾਂ ਨੇ ਕੁਛ ਯੂਨਾਈਟਡ ਨੇਸ਼ਨ ਦੇ ਜਿਹੜੇ ਕੀ ਐਗਰੀਮੈਂਟ ਆਪਾਂ ਨੇ ਸਾਈਨ ਕੀਤੇ ਹੋਏ ਨੇ, ਠੀਕ ਹੈ। ਅਗੇਨ ਦਿਸ ਇਜ਼ ਆਲਸੋ ਅ ਐਕਸੈਪਸ਼ਨ ਟੂ ਆਰਟੀਕਲ 14। ਆਰਟੀਕਲ 31 ਸੀ ਬਾਰੇ ਆਪਾਂ ਥੋੜ੍ਹਾ ਬਾਅਦ ਦੇ ਵਿੱਚ ਪੜ੍ਹਾਂਗੇ, ਠੀਕ ਹੈ। ਇਹ ਵੀ ਇੱਕ ਐਕਸੈਪਸ਼ਨ ਹੈ ਆਰਟੀਕਲ 14 ਦੀ, ਠੀਕ ਹੈ ਜੀ। ਇਹ ਤੁਸੀਂ ਫਰੇਜ਼ ਯਾਦ ਕਰ ਲਓ ਕਿ ਵੇਅਰ ਆਰਟੀਕਲ 31C ਕਮਜ਼ ਇਨ ਆਰਟੀਕਲ 14 ਗੋਜ਼ ਆਊਟ, ਇਹ ਸੁਪਰੀਮ ਕੋਰਟ ਦੀ ਸਟੇਟਮੈਂਟ ਹੈ ਜੀ, ਤਾਂ ਕਰਕੇ ਇੰਪੋਰਟੈਂਟ ਹੈਗੀ, ਠੀਕ ਹੈ, ਵੀ ਜਦੋਂ 31C ਆਉਂਦਾ 14 ਜਿਹੜਾ ਆਰਟੀਕਲ ਹੈ ਉਹ ਚਲਾ ਜਾਂਦਾ ਹੈ, ਠੀਕ ਹੈ। ਇਹ ਅਗੇਨ ਇਟ ਇਜ਼ ਐਨ ਐਕਸੈਪਸ਼ਨ ਆਫ ਆਰਟੀਕਲ 14, ਠੀਕ ਹੈ ਜੀ। ਇਹਦੇ ਬਾਰੇ ਪੜ੍ਹਾਂਗੇ ਆਪਾਂ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਆਰਟੀਕਲ 15 ਦੀ। ਆਈ ਹੋਪ ਰਾਜੇ ਤੁਸੀਂ ਮੂਵੀ ਦੇਖੀ ਹੋਣੀ ਆਯੁਸ਼ਮਾਨ ਖੁਰਾਨਾ ਦੀ ਆਰਟੀਕਲ 15, ਠੀਕ ਹੈ, ਇਸੇ ਟਾਈਟਲ ਦੀ ਮੂਵੀ ਹੈਗੀ, ਬਹੁਤ ਅੱਛੀ ਮੂਵੀ ਹੈ, ਠੀਕ ਹੈ। ਇਹਦੇ ਵਿੱਚ ਹੈਗੀ ਹੈ ਜੀ ਕਿ ਜਿਹੜੀ ਸਟੇਟ ਹੈ ਸਾਡਾ ਜਿਹੜਾ ਸਰਕਾਰ ਹੈ, ਪਾਰਲੀਮੈਂਟ ਹੈ, ਕੁਛ ਵੀ ਹੈ, that cannot discriminate against any citizen on grounds of only, ਠੀਕ ਹੈ, only religion, race, caste, sex, place of birth, ਠੀਕ ਹੈ। ਇਹ ਜਿਹੜੇ 5 ਰੀਜ਼ਨ ਨੇ, 5 ਆਪਣੇ ਕੋਲੇ ਗਰਾਊਂਡਸ ਨੇ, ਸਿਰਫ ਇਹਨਾਂ ਦੇ ਬੇਸਿਸ ਤੇ ਸਰਕਾਰ ਕੀ ਹੈ ਜਿਹੜੀ ਡਿਸਕ੍ਰਿਮੀਨੇਟ ਨਹੀਂ ਕਰ ਸਕਦੀ ਹੈਗੀ, ਠੀਕ ਹੈ। ਰਿਲੀਜਨ, ਰੇਸ, ਕਾਸਟ, ਸੈਕਸ, ਪਲੇਸ ਆਫ ਬਰਥ, ਠੀਕ ਹੈ, ਸਿਰਫ ਇਹ 5। ਅਗਰ ਇਹਨਾਂ 5 ਤੋਂ ਇਲਾਵਾ ਕੋਈ ਹੋਰ ਗਰਾਊਂਡ ਹੈ ਉਹਦੇ ਉੱਪਰ ਡਿਸਕ੍ਰਿਮੀਨੇਸ਼ਨ ਬਿਲਕੁਲ ਹੋ ਸਕਦੀ ਹੈ। ਸਿਰਫ ਆਰਟੀਕਲ 15 ਦੇ ਵਿੱਚ ਇਹਨਾਂ 5 ਗਰਾਊਂਡ ਦੀ ਹੀ ਜਿਹੜੀ ਕੀ ਹੈ ਗੱਲ ਕੀਤੀ ਗਈ ਹੈ, ਇਹ ਧਿਆਨ ਰੱਖਣਾ ਆਪਾਂ ਨੇ, ਠੀਕ ਹੈ ਜੀ। ਹੁਣ ਜਦੋਂ ਪਲੇਸ ਆਫ ਬਰਥ ਦੀ ਆਪਾਂ ਗੱਲ ਕਰਦੇ ਹਾਂ, ਇਹਦੇ ਵਿੱਚ ਪਲੇਸ ਆਫ ਰੈਜ਼ੀਡੈਂਸ ਨਹੀਂ ਆਇਆ ਹੈਗਾ, ਆਪਾਂ ਅੱਗੇ ਪੜਾਂਗੇ ਆਰਟੀਕਲ 16 ਦੇ ਵਿੱਚ, ਉਹਦੇ ਵਿੱਚ ਪਲੇਸ ਆਫ ਰੈਜ਼ੀਡੈਂਸੀ ਆਊਗਾ, ਬਟ ਇੱਥੇ ਪਲੇਸ ਆਫ ਸਿਰਫ ਬਰਥ ਆਇਆ ਹੈਗਾ, ਠੀਕ ਹੈ। ਇਹ ਥੋੜ੍ਹਾ ਧਿਆਨ ਰੱਖਣਾ ਆਪਾਂ ਨੇ। ਯਾਨੀ ਕਿ ਜਿਹੜੇ ਆਰਟੀਕਲ ਦੇਖੋ ਆਪਾਂ ਹੈਗੀ ਸੀ ਜੀ ਆਰਟੀਕਲ ਰਾਈਟ ਟੂ ਇਕੁਐਲਿਟੀ, ਯਾਨੀ ਕਿ 14 ਤੋਂ 18 ਦੇ ਵਿੱਚ ਸਾਰੀ ਇਕੁਐਲਿਟੀ ਦੀ ਹੀ ਗੱਲ ਹੋਊਗੀ, ਠੀਕ ਹੈ। ਪਹਿਲਾਂ ਕੀ ਸੀ ਜੀ ਵੀ ਲਾਅ ਦੇ ਅੱਗੇ ਸਾਰੇ ਬਰਾਬਰ ਨੇ। ਦੂਜੀ ਕੀ ਗੱਲ ਹੋ ਰਹੀ ਹੈ ਜੀ ਵੀ ਜਿਹੜੀ ਆਪਣੀ ਸਰਕਾਰ ਹੈ ਉਹ ਸਾਰਿਆਂ ਨੂੰ ਬਰਾਬਰ ਸਮਝੂਗੀ, ਠੀਕ ਹੈ। ਕਿਹੜੇ ਕਿਹੜੇ ਗਰਾਊਂਡ 'ਤੇ ਵੀ ਚਾਹੇ ਕੋਈ ਕਿਹੜੇ ਮਰਜ਼ੀ ਧਰਮ ਦਾ ਹੈ, ਕਿਹੜੀ ਮਰਜ਼ੀ ਜਾਤੀ ਦਾ ਹੈ, ਕਿਹੜੇ ਮਰਜ਼ੀ ਜੈਂਡਰ ਦਾ ਹੈ, ਕਿਹੜੇ ਮਰਜ਼ੀ ਜੇ ਉਹਦਾ ਪਲੇਸ ਆਫ ਬਰਥ ਹੈਗਾ, ਠੀਕ ਹੈ, ਤਾਂ ਉਹਨਾਂ ਨੂੰ ਹਰ ਬੰਦੇ ਨੂੰ ਆਪਾਂ ਬਰਾਬਰ ਸਮਝਾਂਗੇ, ਸਟੇਟ ਆਪਣੀ ਬਰਾਬਰ ਸਮਝੂਗੀ, ਠੀਕ ਹੈ ਜੀ। ਕਿਉਂਕਿ ਆਪਣਾ 14 ਤੋਂ 18 ਦੇ ਵਿੱਚ ਹੈ ਹੀ ਬਰਾਬਰੀ, ਰਾਈਟ ਟੂ ਇਕੁਐਲਿਟੀ ਹੈਗੀ ਹੈ। ਬਟ ਅਗੇਨ ਇਹਦੀ ਵੀ ਕੁਛ ਐਕਸੈਪਸ਼ਨਸ ਨੇਗੀਆਂ, ਠੀਕ ਹੈ। ਆਪਾਂ ਇੱਕ ਪਾਸੇ ਤਾਂ ਕਹਿ ਰਹੇ ਹਾਂ ਕਿ ਸਾਰਿਆਂ ਨੂੰ ਬਰਾਬਰ ਸਮਝਣਾ, ਚਾਹੇ ਕੋਈ ਜਿਹੜੀ ਮਰਜ਼ੀ ਕਾਸਟ ਦਾ ਹੋਵੇ, ਜਿਹੜੇ ਮਰਜ਼ੀ ਧਰਮ ਦਾ ਹੋਵੇ, ਠੀਕ ਹੈ। ਬਟ ਦੂਜੇ ਪਾਸੇ ਆਪਾਂ ਜਿਹੜੇ ਕਿ SC STs ਨੂੰ, ਬੈਕਵਰਡ ਕਲਾਸਿਸ ਨੂੰ ਕੀ ਦੇ ਰਹੇ ਜੀ ਆਪਾਂ ਰਿਜ਼ਰਵੇਸ਼ਨ ਦੇ ਰਹੇ ਹਾਂ ਆਪਾਂ, ਠੀਕ ਹੈ। ਤਾਂ ਇਹ ਕੀ ਹੈ ਜੀ, ਇਹ ਵੀ ਇੱਕ ਐਕਸੈਪਸ਼ਨ ਹੈ, ਠੀਕ ਹੈ। ਆਰਟੀਕਲ 15 ਵੈਸੇ ਤਾਂ ਕਹਿ ਰਿਹਾ ਵੀ ਸਾਰਿਆਂ ਨੂੰ ਆਪਣੇ ਬਰਾਬਰ ਸਮਝਣਾ ਹੈ, ਬਟ ਆਪਾਂ ਕਹਿ ਰਹੇ ਹਾਂ ਵੀ ਜਦੋਂ ਕੋਈ ਜਿਹੜਾ ਕਾਸਟ ਕੋਈ ਜਿਹੜੀ ਕੈਟਾਗਰੀ ਹੈ ਅੰਡਰ ਪ੍ਰਿਵਿਲੇਜਡ ਹੈ, ਵੀ ਉਹਨਾਂ ਨੂੰ ਕੁਛ ਬੈਕਵਰਡ ਹੈਗੀ ਹੈ, ਤਾਂ ਆਪਾਂ ਉਹਨਾਂ ਨੂੰ ਕੁਛ ਸਪੈਸ਼ਲ ਪ੍ਰੋਵੀਜ਼ਨ ਦੇ ਸਕਦੇ ਹੁੰਦੇ, ਠੀਕ ਹੈ। ਇਹ ਉਹੀ ਗੱਲ ਹੋਈ ਜੀ ਜਿਵੇਂ ਆਪਾਂ ਗੱਲ ਕਰਦੇ ਸੀ PWD ਵਾਲੀ, ਵੀ ਆਪਾਂ ਨੇ ਕੁਛ ਉਹਨਾਂ ਨੂੰ ਸਟਾਰਟਿੰਗ ਐਡਵਾਂਟੇਜ ਦਿੱਤਾ ਥੋੜ੍ਹਾ ਜਿਹਾ, ਕਿਉਂਕਿ ਉਹਨਾਂ ਕੋਲੇ ਪਹਿਲਾਂ ਹੀ ਵੱਡਾ ਡਿਸਐਡਵਾਂਟੇਜ ਆਲਰੇਡੀ ਹੈਗਾ, ਠੀਕ ਹੈ। ਤਾਂ ਸਟਾਰਟਿੰਗ ਪੁਆਇੰਟ ਉਹਨਾਂ ਦਾ ਸੇਮ ਬਣਾਉਣ ਵਾਸਤੇ ਆਪਾਂ ਨੂੰ ਕੁਛ ਸਪੈਸ਼ਲ ਚੀਜ਼ ਉਹਨਾਂ ਨੂੰ ਦੇ ਦਿੱਤੀ, ਠੀਕ ਹੈ ਜੀ। ਇਹ ਕੁਐਸਚਨ ਕਾਫੀ ਵਾਰ ਆਉਂਦਾ ਹੁੰਦਾ ਜੀ ਕਿ ਜਿਹੜੀ ਆਪਣੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੇਗੇ ਉਹਨਾਂ ਦੇ ਵਿੱਚ ਜਿਹੜੀ ਰਿਜ਼ਰਵੇਸ਼ਨ ਹੈ SC STs ਨੂੰ, ਉਹ ਕਿਹੜੇ ਆਰਟੀਕਲ ਦੇ ਅੰਡਰ ਹੈ, ਠੀਕ ਹੈ, ਤਾਂ ਉਹ ਆਰਟੀਕਲ 15 ਦੇ ਅੰਡਰ ਹੈ। ਇੱਕ ਚੀਜ਼ ਦਾ ਧਿਆਨ ਦੇਣਾ ਹੈ, ਹਲੇ ਜੋਬਸ ਦੀ ਰਿਜ਼ਰਵੇਸ਼ਨ ਨਹੀਂ ਆਈ ਹੈਗੀ, ਹਲੇ ਜੋਬਸ ਦੀ ਰਿਜ਼ਰਵੇਸ਼ਨ ਨਹੀਂ ਆਈ ਹੈਗੀ, ਉਹ ਆਪਾਂ ਪੜ੍ਹਾਂਗੇ ਆਰਟੀਕਲ 16 ਦੇ ਵਿੱਚ, ਠੀਕ ਹੈ। ਪਬਲਿਕ ਐਮਪਲੋਇਮੈਂਟ, ਇਹ ਆਰਟੀਕਲ 16 ਦੇ ਵਿੱਚ ਪੜ੍ਹਾਂਗੇ ਆਪਾਂ ਵੀ ਜਿਹੜੀ ਜੋਬ ਦੇ ਵਿੱਚ ਰਿਜ਼ਰਵੇਸ਼ਨ ਹੈਗੀ ਹੈ, ਆਰਕਸ਼ਨ ਹੈਗਾ, ਉਹ ਆਰਟੀਕਲ 16 ਦੇ ਅੰਡਰ ਮਿਲਦਾ ਹੈ। ਜਿਹੜਾ ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਵਿੱਚ ਰਿਜ਼ਰਵੇਸ਼ਨ ਮਿਲਦੀ ਹੈ ਉਹ ਆਰਟੀਕਲ 15 ਦੇ ਅੰਡਰ ਮਿਲਦੀ ਹੈ, ਠੀਕ ਹੈ। ਇਹ ਆਪਾਂ ਨੇ ਧਿਆਨ ਰੱਖਣਾ ਹੈਗਾ, ਠੀਕ ਹੈ ਜੀ। ਤਾਂ ਇਹ ਤੁਹਾਨੂੰ ਪਤਾ ਹੀ ਹੈ ਰਾਜੇ ਕਿ ਜਿਹੜਾ SC STs ਦੀ ਵੀ ਹੈਗੀ ਹੈ ਔਰ ਨਾਲ ਹੀ OBCs ਨੂੰ ਵੀ ਹੈਗੀ ਹੈ, 27% OBCs ਨੂੰ ਵੀ ਸਾਰੇ ਜਿਹੜੇ ਸੈਂਟਰਲ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨ ਨੇ ਉਹਦੇ ਵਿੱਚ ਆਰਕਸ਼ਨ ਹੈਗਾ, ਠੀਕ ਹੈ। ਇਹ ਕੀ ਹੈ ਜੀ, ਇਹ ਐਕਸੈਪਸ਼ਨਸ ਨੇਗੀਆਂ, ਧਿਆਨ ਦੇਣਾ। ਆਰਟੀਕਲ
15 ਵੈਸੇ ਤਾਂ ਕਹਿ ਰਹੇ ਵੀ ਬਰਾਬਰ ਹੋਣਾ ਚਾਹੀਦਾ, ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ, ਬਟ ਇਹ ਐਕਸੈਪਸ਼ਨ ਹੈ ਵੀ ਕੁਝ ਲੋਕਾਂ ਨੂੰ ਆਪਾਂ ਨੇ ਜਿਹੜੇ ਕੀ ਸਪੈਸ਼ਲ ਦੇ ਸਕਦੇ ਹਾਂ, ਈਵਨ ਵਿਮਨ ਚਿਲਡਰਨ ਨੂੰ ਵੀ ਆਪਾਂ ਕੁਝ ਦੇ ਸਕਦੇ ਹਾਂ ਜਦੋਂ ਵੀ ਆਪਾਂ ਨੂੰ ਰਿਕੁਆਇਰਮੈਂਟ ਲੋੜ ਪੈਂਦੀ ਹੈਗੀ, ਠੀਕ ਹੈ ਜੀ। ਇਹ ਚੀਜ਼ ਹੈ। ਨੈਕਸਟ ਆਪਾਂ ਗੱਲ ਕਰਦੇ ਜੀ 16 ਦੀ, ਤੁਹਾਨੂੰ ਮੈਂ ਆਲਰੇਡੀ ਦੱਸ ਚੁੱਕਿਆ ਕਿ ਪਬਲਿਕ ਐਮਪਲੋਇਮੈਂਟ ਦੇ ਵਿੱਚ ਜਦੋਂ ਸਰਕਾਰੀ ਨੌਕਰੀ ਦੀ ਗੱਲ ਆਉਂਦੀ ਹੈ ਤਾਂ ਉਹਦੇ ਵਿੱਚ ਜਦੋਂ ਰਿਜ਼ਰਵੇਸ਼ਨ ਦੇਣੀ ਹੈ ਉਹਦੇ ਵਿੱਚ ਆਪਾਂ ਆਰਟੀਕਲ 16 ਦੇ ਅੰਡਰ ਦੇਵਾਂਗੇ ਆਪਾਂ, ਠੀਕ ਹੈ। ਇਹਦੇ ਵਿੱਚ ਵੀ ਦੇਖੋ ਐਕਸੈਪਸ਼ਨ ਹੀ ਹੈ ਇੱਕ, ਅਦਰਵਾਈਜ਼ ਆਰਟੀਕਲ 16 ਕੀ ਕਹਿ ਰਿਹਾ ਹੈ ਵੀ ਅਸੀਂ ਪਬਲਿਕ ਐਮਪਲੋਇਮੈਂਟ ਵਿੱਚ ਸਾਰਿਆਂ ਨੂੰ ਬਰਾਬਰ ਮੌਕਾ ਦੇਣਾ ਹੈਗਾ, ਠੀਕ ਹੈ। ਬਟ ਐਕਸੈਪਸ਼ਨ ਦੇ ਰੱਖੀ ਹੈ ਵੀ ਜਿਹੜੇ ਲੋਕ ਮਤਲਬ ਨਹੀਂ ਮਤਲਬ ਜਿਹੜੇ ਅੰਡਰ ਪ੍ਰਿਵਿਲੇਜ ਨੇ, SC ST ਨੇ, ਉਹਨਾਂ ਨੂੰ ਆਪਾਂ ਕੁਝ ਸਪੈਸ਼ਲ ਪ੍ਰੋਵੀਜ਼ਨ ਦੇ ਸਕਦੇ, ਠੀਕ ਹੈ। ਇਹ ਆਰਟੀਕਲ 16 ਦੇ ਵਿੱਚ ਹੈਗੀ ਹੈ, ਠੀਕ ਹੈ ਜੀ। ਹੁਣ ਇਹਦੇ ਵਿੱਚ ਆਪਾਂ ਗਰਾਊਂਡ ਦੇਖੀਏ ਤਾਂ ਇਹਦੇ ਵਿੱਚ ਗਰਾਊਂਡ ਕਿਹੜੇ ਕਿਹੜੇ ਨੇ ਜੀ, ਰਿਲੀਜਨ, ਰੇਸ, ਕਾਸਟ, ਸੈਕਸ, ਪਲੇਸ ਆਫ ਬਰਥ ਐਂਡ ਰੈਜ਼ੀਡੈਂਸ, ਠੀਕ ਹੈ। ਤੇ ਜਿਹੜਾ ਰੈਜ਼ੀਡੈਂਸ ਵਾਲਾ ਵਰਡ ਹੈ ਇਹ ਇੱਕ ਐਡੀਸ਼ਨਲ ਐਡ ਹੋ ਗਿਆ, ਤਾਂ ਮਤਲਬ ਕੀ ਹੈ ਆਪਾਂ ਦੇਖ ਪਾ ਰਹੇ ਹਾਂ ਵੀ ਪੰਜਾਬ ਦੇ ਜਿਹੜੇ ਵੀ ਐਗਜ਼ਾਮ ਨੇ ਉਹਦੇ ਵਿੱਚ ਹਰਿਆਣਾ ਵਾਲੇ ਵੀ ਜਿਹੜੇ ਅਪਲਾਈ ਕਰ ਰਹੇ ਨੇ, ਹਿਮਾਚਲ ਵਾਲੇ ਵੀ ਅਪਲਾਈ ਕਰ ਰਹੇ ਨੇ, ਠੀਕ ਹੈ। ਤਾਂ ਉਹਦਾ ਰੀਜ਼ਨ ਇਹੀ ਹੈ ਕਿ ਆਪਣੀ ਜਿਹੜੀ ਸਟੇਟ ਹੈ, ਪੰਜਾਬ ਸਰਕਾਰ ਹੈ, ਚਾਹੇ ਰਿਕਰੂਟਮੈਂਟ ਖੁਦ ਕਰ ਰਹੀ ਹੈ, ਬਟ ਜਿਹੜਾ ਡੋਮੀਸਾਈਲ ਦਾ ਰਿਕੁਆਇਰਮੈਂਟ ਉਹ ਨਹੀਂ ਰੱਖ ਸਕਦੀ, ਠੀਕ ਹੈ। ਕੀ ਮਤਲਬ ਹੈ ਵੀ ਆਰਟੀਕਲ 16 ਕਹਿ ਰਿਹਾ ਹੈ ਵੀ ਤੁਸੀਂ ਡੋਮੀਸਾਈਲ ਦੇ ਬੇਸਿਸ ਦੇ ਉੱਪਰ ਜਾਂ ਰੈਜ਼ੀਡੈਂਸੀ ਬੇਸਿਸ ਦੇ ਉੱਪਰ ਕਿਸੇ ਨਾਲ ਭੇਦਭਾਵ ਨਹੀਂ ਕਰ ਸਕਦੇ, ਠੀਕ ਹੈ। ਜੇ ਹੁਣ ਪੰਜਾਬ ਸਰਕਾਰ ਨੇ ਪੰਜਾਬ ਇੱਕ ਕ੍ਰਾਈਟੇਰੀਆ ਰੱਖਦਾ ਵੀ ਸਿਰਫ ਪੰਜਾਬ ਡੋਮੀਸਾਈਲ ਦੇ ਬੰਦੇ ਹੀ ਅਪਲਾਈ ਕਰਨਗੇ, ਤਾਂ ਇਹਨਾਂ ਨਾਲ ਕੀ ਡਿਸਕ੍ਰਿਮੀਨੇਸ਼ਨ ਹੋਊਗੀ, ਠੀਕ ਹੈ, ਔਨ ਗਰਾਊਂਡ ਆਫ ਰੈਜ਼ੀਡੈਂਸ, ਵੀ ਤੁਸੀਂ ਹਰਿਆਣਾ ਦੇ ਰੈਜ਼ੀਡੈਂਟ ਹੋ, ਤੁਸੀਂ ਪੰਜਾਬ ਦੇ ਨਹੀਂ ਹੈਗੇ, ਦੈਟ ਇਜ਼ ਵਾਈ ਤੁਸੀਂ ਅਪਲਾਈ ਨਹੀਂ ਕਰ ਪਾਓਗੇ, ਠੀਕ ਹੈ। ਤਾਂ ਇਹ ਆਰਟੀਕਲ 16 ਨੂੰ ਵਾਇਲੇਟ ਕਰੇਗਾ, ਦੈਟ ਇਜ਼ ਵਾਈ ਇਹੀ ਰੀਜ਼ਨ ਹੈ ਵੀ ਕੋਈ ਵੀ ਸਰਕਾਰ ਜਿਹੜੀ ਹੈਗੀ ਹੈ ਅੱਛੇ ਲੈਵਲ ਦੀ ਪੋਸਟਾਂ ਦੇ ਵਿੱਚ ਜਿਹੜੀ ਕੋਈ ਰੈਜ਼ੀਡੈਂਸ ਵਾਲਾ ਕ੍ਰਾਈਟੇਰੀਆ ਨਹੀਂ ਰੱਖ ਸਕਦੀ। ਬਟ ਓਬਵੀਅਸਲੀ ਇਹਦਾ ਵੀ ਇੱਕ ਬਾਈਪਾਸ ਲੱਭਿਆ ਹੋਇਆ ਸਰਕਾਰਾਂ ਨੇ, ਕੀ ਹੈ, ਪੰਜਾਬੀ, ਵੀ ਪੰਜਾਬੀ ਲੈਂਗੁਏਜ ਪਾਸ ਹੋਣੀ ਚਾਹੀਦੀ ਹੈ, ਠੀਕ ਹੈ। ਇਹ ਇੱਕ ਬਾਈਪਾਸ ਹੈਗਾ, ਠੀਕ ਹੈ, ਤਾਂ ਕਿ ਜਿਹੜੇ ਸਿਰਫ ਪੰਜਾਬ ਦੇ ਲੋਕ ਹੀ ਨੇ ਉਹੀ ਮਤਲਬ ਕੀ ਹੈ ਅਪਲਾਈ ਕਰ ਸਕਣ। ਇਹ ਇੱਕ ਬਾਈਪਾਸ ਹੈ ਵੀ ਪੰਜਾਬੀ ਲੈਂਗੁਏਜ ਪਾਸ ਹੋਣੀ ਚਾਹੀਦੀ ਹੈ, ਅਦਰਵਾਈਜ਼ ਕਿਉਂਕਿ ਜਿਹੜਾ ਰੈਜ਼ੀਡੈਂਸ ਵਾਲਾ ਕ੍ਰਾਈਟੇਰੀਆ ਉਹ ਰੱਖ ਨਹੀਂ ਸਕਦੇ ਅਕੋਰਡਿੰਗ ਟੂ ਕੌਨਸਟੀਟਿਊਸ਼ਨ, ਠੀਕ ਹੈ ਜੀ। ਇਹ ਚੀਜ਼ ਹੈ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਜੀ, ਦੇਖੋ ਜੋਬਸ ਦੀ ਰਿਜ਼ਰਵੇਸ਼ਨ ਬਹੁਤ ਸੈਂਸਿਟਿਵ ਟੌਪਿਕ ਹੈ, ਇਹਦੇ ਬਾਰੇ ਆਪਾਂ ਕੋਈ ਪੋਲੀਟੀਕਲ ਟਿੱਪਣੀ ਤਾਂ ਬਿਲਕੁਲ ਵੀ ਨਹੀਂ ਕਰ ਸਕਦੇ ਹੈਗੇ, ਬਟ ਆਪਾਂ ਫੈਕਟਸ ਪੜ੍ਹਦੇ ਹਾਂ ਕੀ ਚੀਜ਼ਾਂ ਨੇਗੀਆਂ, ਠੀਕ ਹੈ। ਸੋ ਆਪਾਂ ਤੁਸੀਂ ਰਾਜੀ ਚਾਹੇ ਰਿਜ਼ਰਵੇਸ਼ਨ ਤੁਸੀਂ ਕਿਸੇ ਕੈਟੇਗਰੀ ਦੇ ਹੋਗੇ ਚਾਹੇ ਤੁਸੀਂ ਨਹੀਂ ਹੈਗੇ, ਠੀਕ ਹੈ। ਦੇਖੋ ਦੋ ਪਰਸਪੈਕਟਿਵ ਹੋ ਸਕਦੇ ਨੇ, ਅਗਰ ਤੁਸੀਂ ਕੈਟੇਗਰੀ ਦੇ ਹੈਗੇ ਹੋ ਤਾਂ ਤੁਸੀਂ ਰਿਜ਼ਰਵੇਸ਼ਨ ਨੂੰ ਸਪੋਰਟ ਕਰੋਗੇ, ਅਗਰ ਕੈਟੇਗਰੀ ਦੇ ਨਹੀਂ ਹੈਗੇ ਤਾਂ ਤੁਸੀਂ ਉਹਨੂੰ ਅਪੋਜ਼ ਕਰੋਗੇ, ਠੀਕ ਹੈ। ਤੁਹਾਡਾ ਪਰਸਨਲ ਓਪੀਨੀਅਨ ਜੋ ਮਰਜ਼ੀ ਹੋਵੇ ਉਹਨੂੰ ਤੁਸੀਂ ਆਪਣੀ ਜੇਬ ਦੇ ਵਿੱਚ ਰੱਖੋ, ਠੀਕ ਹੈ। ਪਰਸਨਲ ਓਪੀਨੀਅਨ ਡਜ਼ਨਟ ਮੈਟਰ, ਆਪਾਂ ਨੇ ਉਹ ਪੜ੍ਹਨੀਆਂ ਜੋ ਚੀਜ਼ ਆਪਾਂ ਨੂੰ ਕਿਤਾਬਾਂ ਸਿਖਾ ਰਹੀਆਂ ਨੇਗੀਆਂ, ਠੀਕ ਹੈ। ਆਪਾਂ ਨੂੰ ਸਿਰਫ ਕਿਤਾਬਾਂ ਤੋਂ ਮਤਲਬ ਹੈਗਾ, ਠੀਕ ਹੈ ਜੀ। ਤਾਂ 1989 ਦੇ ਵਿੱਚ ਪਹਿਲੀ ਵਾਰੀ ਮੋਰਾਰਜੀ ਦੇਸਾਈ, ਤੁਹਾਨੂੰ ਪਤਾ ਹੈ ਐਮਰਜੈਂਸੀ ਤੋਂ ਬਾਅਦ 1975 ਤੋਂ ਬਾਅਦ, ਠੀਕ ਹੈ, ਜਦੋਂ ਐਮਰਜੈਂਸੀ ਲੱਗੀ ਸੀ ਉਦੋਂ ਬਾਅਦ 'ਚੋਂ ਇੰਦਰਾ ਗਾਂਧੀ ਦੀ ਸਰਕਾਰ ਖਤਮ ਹੋ ਗਈ ਸੀਗੀ ਔਰ ਮੋਰਾਰਜੀ ਦੇਸਾਈ ਯਾਨੀ ਕਿ JP ਗਵਰਨਮੈਂਟ, ਜਨਤਾ ਪਾਰਟੀ ਦੀ ਸਰਕਾਰ ਆ ਗਈ ਸੀਗੀ, ਠੀਕ ਹੈ। ਔਰ ਜਨਤਾ ਪਾਰਟੀ ਦੀ ਸਰਕਾਰ ਨੇ ਜਾਂ ਮੋਰਾਰਜੀ ਦੇਸਾਈ ਸਰਕਾਰ ਨੇ ਸਿਰਫ 2 ਸਾਲਾਂ ਦੇ ਵਿੱਚ ਹੀ ਐਡਾ ਵੱਡਾ ਸਟੈਪ ਲੈ ਲਿਆ ਕਿ ਇੱਕ ਮੰਡਲ ਕਮਿਸ਼ਨ ਅਪਾਇੰਟ ਕਰਤੀ, ਠੀਕ ਹੈ। ਦੇਖੋ SC ST ਦੀ ਰਿਜ਼ਰਵੇਸ਼ਨ ਤਾਂ ਆਲਰੇਡੀ ਹੈਗੀ ਸੀਗੀ, ਠੀਕ ਹੈ, ਇਹ ਆਲਰੇਡੀ ਹੈਗੀ ਸੀ, ਬਟ ਹੁਣ ਜਿਹੜੀ ਮੋਰਾਰਜੀ ਦੇਸਾਈ ਕਹਿੰਦਾ ਹੈ ਵੀ ਹੋਰ ਵੀ ਬੈਕਵਰਡ ਕਲਾਸਿਸ ਨੇਗੀਆਂ, ਠੀਕ ਹੈ, ਜਿਹਨੂੰ ਬਾਅਦ ਦੇ ਵਿੱਚ ਅਦਰ ਬੈਕਵਰਡ ਕਲਾਸਿਸ ਕਿਹਾ ਜਾਣ ਲੱਗਿਆ, ਠੀਕ ਹੈ। ਤਾਂ ਸਰਕਾਰ ਨੇ ਇੱਕ ਕਮਿਸ਼ਨ ਬਿਠਾਈ ਮੰਡਲ ਕਮਿਸ਼ਨ ਕਰਕੇ ਵੀ ਹਾਂਜੀ ਤੁਸੀਂ ਦੱਸੋ ਕਿ ਕਿੰਨੇ ਕੁ ਲੋਕ ਜਿਹੜੇ ਹੋਰ ਬੈਕਵਰਡ ਹੈਗੇ ਨੇ, SC ST ਤੋਂ ਇਲਾਵਾ ਕਿੰਨੇ ਕੁ ਲੋਕ ਬੈਕਵਰਡ ਨੇ। ਤਾਂ ਮੰਡਲ ਕਮਿਸ਼ਨ ਨੇ ਰეკਮੈਂਡੇਸ਼ਨ ਦਿੱਤੀਆਂ ਕਿ OBCs ਤਾਂ ਬਹੁਤ ਨੇ, 50% ਤੋਂ ਜ਼ਿਆਦਾ OBCs ਨੇਗੇ, ਠੀਕ ਹੈ, ਮਤਲਬ ਟੋਟਲ ਰਿਜ਼ਰਵੇਸ਼ਨ ਹੈਗੀ ਹੈ, ਬਟ ਐਟਲੀਸਟ ਤੁਸੀਂ 27% OBCs ਨੂੰ ਰਿਜ਼ਰਵੇਸ਼ਨ ਦਿਓ, ਠੀਕ ਹੈ। ਤਾਂ ਤੁਸੀਂ ਯਾਦ ਕਰਨਾ ਜਿਹੜੀ ਅੱਜ 27% ਰਿਜ਼ਰਵੇਸ਼ਨ ਹੈਗੀ ਹੈ ਇਹ ਮੰਡਲ ਕਮਿਸ਼ਨ ਦੀ ਜਿਹੜੀ ਆਪਣੀ ਦੇਣ ਹੈਗੀ ਹੈ। ਤੁਸੀਂ ਅਗਰ ਥੋੜ੍ਹਾ ਬਹੁਤਾ ਪੋਲੀਟਿਕਸ ਨੂੰ ਟਰੈਕ ਕਰਦੇ ਹੋ ਤਾਂ ਤੁਸੀਂ ਸੁਣਿਆ ਹੋਣਾ ਕਿ ਜਿਹੜੀ 1990s ਦੇ ਵਿੱਚ ਸਾਡੀ ਰਾਜਨੀਤੀ ਸੀ ਨਾ ਉਹ ਕਦੀ ਸੀਗੀ ਮੰਡਲ ਕਮੰਡਲ ਕੀ ਰਾਜਨੀਤੀ ਹਮਾਰੀ ਥੀ, ਠੀਕ ਹੈ। ਉਹਦਾ ਕੀ ਮਤਲਬ ਹੈ, ਮੰਡਲ ਦਾ ਦੇਖੋ ਆਹੀ ਹੋਇਆ ਵੀ ਆਰਕਸ਼ਣ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ। ਕਮੰਡਲ ਕੀ ਹੈ, ਕਮੰਡਲ ਤੁਹਾਨੂੰ ਪਤਾ ਜਿਹੜੇ ਸਾਧੂ ਸੰਤਾਂ ਕੋਲੇ ਉਹ ਹੁੰਦਾ ਨਹੀਂ ਗੜਬਾ ਜਿਹਾ ਹੁੰਦਾ ਹੈਗਾ, ਕਮੰਡਲ ਕਹਿੰਦੇ ਆਪਾਂ ਨੂੰ, ਠੀਕ ਹੈ। ਤਾਂ BJP ਸਰਕਾਰ, BJP ਦੀ ਨਵੀਂ ਜਨਮ ਹੋਇਆ ਸੀ ਭਾਰਤੀ ਜਨ ਸੰਘ ਤੋਂ, ਠੀਕ ਹੈ। ਤੁਹਾਨੂੰ ਪਤਾ ਜਦੋਂ ਬਾਬਰੀ ਮਸਜਿਦ ਦੀ ਡਿਮੋਲੀਸ਼ਨ ਹੋਈ ਸੀਗੀ, ਠੀਕ ਹੈ, ਤਾਂ BJP ਦਾ ਇੱਕ ਟਰਨਿੰਗ ਪੁਆਇੰਟ ਸੀਗਾ। ਤਾਂ ਉਸ ਟਾਈਮ ਤੇ ਮੰਡਲ ਕਮੰਡਲ ਦੀ ਰਾਜਨੀਤੀ ਕਾਫੀ ਫੇਮਸ ਸੀਗੀ, ਠੀਕ ਹੈ। ਤਾਂ ਉਹਦੇ ਵਿੱਚੋਂ ਮੰਡਲ ਇਹੀ ਵਾਲਾ ਸੀਗਾ, ਠੀਕ ਹੈ ਜੀ। ਤਾਂ ਇਹ ਸਾਰੀਆਂ ਡੇਟਸ ਇੰਪੋਰਟੈਂਟ ਨੇ ਵੀ ਕਦੋਂ ਤਾਂ ਇਹ ਕਮਿਸ਼ਨ ਬਿਠਾਈ ਗਈ, ਠੀਕ ਹੈ। ਦੇਖੋ 1979 ਦੇ ਵਿੱਚ ਬਿਠਾਈ ਗਈ, ਬਟ ਇਹਦੀਆਂ ਰეკਮੈਂਡੇਸ਼ਨ ਨੂੰ ਹਾਲੇ ਇੰਪਲੀਮੈਂਟ ਨਹੀਂ ਕੀਤਾ ਗਿਆ। ਇਸ ਕਮਿਸ਼ਨ ਨੇ ਕਹਿਤਾ ਵੀ ਹਾਂਜੀ 27% ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ, ਬਟ ਜਦੋਂ ਇੰਪਲੀਮੈਂਟ ਕਰਨ ਦੀ ਵਾਰੀ ਇਹ ਸਰਕਾਰ ਗਿਰ ਗਈ, ਠੀਕ ਹੈ, ਇਹ ਸਰਕਾਰ ਕੰਟੀਨਿਊ ਨਹੀਂ ਕਰ ਪਾਈ। ਫਾਈਨਲੀ 10 ਸਾਲ ਬਾਅਦ VP ਸਿੰਘ ਗਵਰਨਮੈਂਟ ਨੇ, ਵਿਸ਼ਵਨਾਥ ਪ੍ਰਤਾਪ ਸਿੰਘ ਗਵਰਨਮੈਂਟ ਨੇ, ਠੀਕ ਹੈ, ਇਹ ਜਿਹੜੀ ਕੀ ਹੈ ਰეკਮੈਂਡੇਸ਼ਨ ਇੰਪਲੀਮੈਂਟ ਕੀਤੀ ਕਿ ਹਾਂਜੀ 27% ਰਿਜ਼ਰਵੇਸ਼ਨ ਹੋਣੀ ਹੀ ਚਾਹੀਦੀ ਹੈ 1990 ਦੇ ਵਿੱਚ, ਠੀਕ ਹੈ। ਤਾਂ ਧਿਆਨ ਦੇਣਾ ਹੈ, ਰეკਮੈਂਡ ਹੋਇਆ ਸੀ 89 ਦੇ ਵਿੱਚ, ਇੰਪਲੀਮੈਂਟ ਹੋਇਆ ਸੀ 1990 ਦੇ ਵਿੱਚ, ਠੀਕ ਹੈ। ਇਹ ਚੀਜ਼ ਕਾਫੀ ਇੰਪੋਰਟੈਂਟ ਹੈ। ਹੁਣ ਦੇਖੋ ਜਦੋਂ ਇਹ ਚੀਜ਼ ਇੰਪਲੀਮੈਂਟ ਹੋ ਗਈ, ਤੁਹਾਨੂੰ ਅਗਰ ਤੁਸੀਂ ਥੋੜ੍ਹਾ ਬਹੁਤ ਦੇਖਦੇ ਹੋ ਨਿਊਜ਼ ਵਗੈਰਾ
ਤਾਂ ਇੱਕ ਬੰਦੇ ਨੇ ਆਪਣੇ ਆਪ ਨੂੰ ਸੈਲਫ ਇਮੋਲੇਟ ਕਰ ਰਿਹਾ ਸੀ, ਆਪਣੇ ਆਪ ਨੂੰ ਅੱਗ ਲਗਾ ਲਈ ਸੀਗੀ। ਇੱਕ ਜਨਰਲ ਕੈਟੇਗਰੀ ਦਾ ਮੁੰਡਾ ਸੀਗਾ, ਹੁਣ ਸਟੂਡੈਂਟ ਸੀ, ਉਹਨੇ ਆਪਣੇ ਆਪ ਨੂੰ ਅੱਗ ਲਗਾ ਲਈ ਸੀ। ਤੇ ਉਹ ਜਿਹੜਾ ਮੁੰਡੇ ਨੇ ਅੱਗ ਲਗਾਈ ਸੀ ਆਪਣੇ ਆਪ ਨੂੰ, ਓਬਵੀਅਸਲੀ ਡੈਥ ਹੋ ਗਈ ਸੀ। ਤੇ ਬਹੁਤ ਜ਼ਿਆਦਾ ਉਹਦੇ ਨਾਲ ਵਾਇਲੈਂਸ ਹੋਈ ਸੀ ਆਪਣੇ ਦੇਸ਼ ਦੇ ਵਿੱਚ, ਠੀਕ ਹੈ, 1990s ਦੇ ਵਿੱਚ। ਤਾਂ ਉਦੋਂ ਬਾਅਦ 'ਚ ਕਿਉਂਕਿ ਹੁਣ ਰਿਜ਼ਰਵੇਸ਼ਨ ਮਿਲ ਗਈ ਤਾਂ ਓਬਵੀਅਸਲੀ ਜਨਰਲ ਵਾਲੇ ਕਿਹੜੇ ਚੁੱਪ ਬੈਠਣਗੇ, ਠੀਕ ਹੈ। ਤਾਂ ਉਹਨਾਂ ਨੇ ਵੀ ਕੀ ਕੀਤਾ, ਫਿਰ ਕੇਸ ਫਾਈਲ ਕੀਤਾ ਸੁਪਰੀਮ ਕੋਰਟ ਦੇ ਵਿੱਚ। ਇਹ ਕੇਸ ਫਾਈਲ ਕੀਤਾ ਵੀ ਇਹ ਜਿਹੜੀ ਰਿਜ਼ਰਵੇਸ਼ਨ ਹੈ ਇਹ ਬਿਲਕੁਲ ਗਲਤ ਹੈਗੀ ਹੈ, ਠੀਕ ਹੈ। ਤਾਂ 1992 ਦੇ ਵਿੱਚ ਇੱਕ ਕੇਸ ਆਇਆ ਜੀ, ਇੰਦਰਾ ਸਾਨੀ ਕੇਸ, ਠੀਕ ਹੈ। ਇਹਨੂੰ ਆਪਾਂ ਮੰਡਲ ਕੇਸ ਵੀ ਕਹਿ ਦਿੰਦੇ ਹਾਂ। ਤਾਂ ਇਹ ਵੀ ਯਾਦ ਰੱਖਣਾ ਵੀ ਕਿਹੜੇ ਕੇਸ ਨੂੰ ਮੰਡਲ ਕੇਸ ਕਿਹਾ ਜਾਂਦਾ ਹੈ, ਇੰਦਰਾ ਸਾਨੀ ਕੇਸ ਨੂੰ, ਠੀਕ ਹੈ। ਕਿਉਂਕਿ ਇਸ ਵਿੱਚ ਮੰਡਲ ਜਿਹੜੀ ਰਿਜ਼ਰਵੇਸ਼ਨ ਸੀ, ਮੰਡਲ ਕਮਿਸ਼ਨ ਦੁਆਰਾ ਰეკਮੈਂਡ ਕੀਤੀ ਹੋਈ, ਉਹਨੂੰ ਚੈਲੰਜ ਕੀਤਾ ਗਿਆ ਸੀਗਾ। ਬਟ ਸੁਪਰੀਮ ਕੋਰਟ ਨੇ ਕਿਹਾ ਨਹੀਂ ਨਹੀਂ ਨਹੀਂ, ਬਿਲਕੁਲ ਠੀਕ ਹੈ, 27% ਰਿਜ਼ਰਵੇਸ਼ਨ ਤਾਂ ਹੋਣੀ ਹੀ ਚਾਹੀਦੀ ਹੈ। ਦੈਟ ਮੀਨਸ 1992 ਦੇ ਵਿੱਚ ਇੰਦਰਾ ਸਾਨੀ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਇਸ ਰਿਜ਼ਰਵੇਸ਼ਨ ਨੂੰ ਅਪਹੈਲਡ ਕੀਤਾ ਵੀ ਇਹ ਰਿਜ਼ਰਵੇਸ਼ਨ ਬਿਲਕੁਲ ਠੀਕ ਹੈ, ਠੀਕ ਹੈ। ਦੈਟ ਮੀਨਸ ਜਿਹੜੇ ਲੋਕਾਂ ਨੇ ਇਹਨੂੰ ਚੈਲੰਜ ਕੀਤਾ ਸੀ ਉਹਨਾਂ ਨੂੰ ਉਹ ਹਾਰ ਗਏ ਕੇਸ, ਤੇ ਇਹ ਰਿਜ਼ਰਵੇਸ਼ਨ ਨੂੰ ਅਪਹੈਲਡ ਕੀਤਾ ਗਿਆ, ਠੀਕ ਹੈ। ਬਟ ਸੁਪਰੀਮ ਕੋਰਟ ਨੇ ਇੱਕ ਥੋੜ੍ਹਾ ਜਿਹਾ ਮਤਲਬ ਇੱਕ ਕੁਐਸਚਨ ਦਿੱਤਾ ਵੀ ਜਿਹੜੀ ਕ੍ਰੀਮੀ ਲੇਅਰ ਹੈ ਨਾ, ਤੁਸੀਂ ਰਿਜ਼ਰਵੇਸ਼ਨ ਦੇ ਦਿਓ, ਠੀਕ ਹੈ, 27% ਆਰਕਸ਼ਣ ਦੇ ਦਿਓ, ਕੋਈ ਗੱਲ ਨਹੀਂ। ਬਟ ਜਿਹੜੀ ਕ੍ਰੀਮੀ ਲੇਅਰ ਹੈ ਨਾ, ਹੁਣ OBCs ਐਵੇਂ ਤਾਂ ਹੈ ਨਹੀਂ ਸਾਰੇ ਪਿਛੜੇ ਹੋਏ ਨੇਗੇ, ਕੁਝ OBCs ਕਾਫੀ ਅੱਛੇ ਵੀ ਨੇਗੇ। ਤਾਂ ਤੁਸੀਂ ਉਹਨਾਂ ਜਿਹੜੇ ਕਾਫੀ ਅੱਛੇ ਕ੍ਰੀਮੀ ਲੇਅਰ ਹੈ OBCs ਨੂੰ, ਉਹਨਾਂ ਨੂੰ ਤੁਸੀਂ ਐਲੀਮੀਨੇਟ ਕਰੋ, ਉਹਨਾਂ ਨੂੰ ਤੁਸੀਂ ਰਿਜ਼ਰਵੇਸ਼ਨ ਨਹੀਂ ਦੇਣੀ ਹੈਗੀ, ਠੀਕ ਹੈ। ਦੇਖੋ ਆਪਾਂ ਅੱਜ ਵੀ ਦੇਖ ਪਾ ਰਹੇ ਹਾਂ, ਮੈਂ ਦੇਖੋ ਕਿਸੇ ਨਾਲ ਮਤਲਬ ਓਬਵੀਅਸਲੀ ਗੱਲ ਆਪਾਂ ਮਤਲਬ ਕਿਸੇ ਨੂੰ ਜਾਣਦੇ ਨਹੀਂ ਹੈਗੇ, ਬਟ ਇਹ ਚੀਜ਼ ਆਪਾਂ ਨੂੰ ਦੇਖਣ ਨੂੰ ਮਿਲਦੀ ਹੈਗੀ ਹੈ ਵੀ SC ST ਦੇ ਵਿੱਚ ਅੱਜ ਵੀ ਜਿਹੜੀ ਰਿਜ਼ਰਵੇਸ਼ਨ ਹੈ, ਉਹਨਾਂ ਉਸ ਰਿਜ਼ਰਵੇਸ਼ਨ ਦਾ ਬੈਨੀਫਿਟ ਅੱਜ ਵੀ ਕੁਝ ਖਾਸ ਦਬਕੇ ਦੇ ਲੋਕ ਹੀ ਲੈ ਰਹੇ ਨੇਗੇ, ਠੀਕ ਹੈ। ਜਿਹੜੇ SC ST ਪਿਛੜੇ ਹੋਏ ਨੇ ਉਹਨਾਂ ਨੂੰ ਤਾਂ ਮਿਲਿਆ ਨਹੀਂ, ਅੱਜ ਤੱਕ ਨਹੀਂ ਮਿਲਿਆ ਹੈਗਾ ਬੈਨੀਫਿਟ, ਠੀਕ ਹੈ। ਤਾਂ ਜਿਹੜੀ ਰਿਜ਼ਰਵੇਸ਼ਨ ਮਿਲ ਰਹੀ ਹੈ ਉਹ ਕੁਝ ਖਾਸ ਦਬਕੇ ਦੇ ਲੋਕ ਹੀ ਲੈ ਰਹੇ ਨੇ, ਠੀਕ ਹੈ। ਇਹ ਥੋੜ੍ਹਾ ਜਿਹਾ ਦੇਖੋ ਡਰਾਬੈਕ ਹੈ, ਮੈਂ ਕਿਸੇ ਦੇ ਅਗੇਂਸਟ ਕਿਸੇ ਦੇ ਪੱਖ 'ਚ ਨਹੀਂ ਬੋਲ ਰਿਹਾ, ਬਟ ਇਹ ਥੋੜ੍ਹਾ ਜਿਹਾ ਡਰਾਬੈਕ ਆਪਣੀ ਰਿਜ਼ਰਵੇਸ਼ਨ ਪੋਲਿਸੀ ਦਾ ਵੀ ਜਿਹੜੇ ਵਿਚਾਰੇ ਪਿਛੜੇ ਹੋਏ ਹੈਗੇ ਨੇ ਉਹਨਾਂ ਨੂੰ ਤਾਂ ਅੱਜ ਤੱਕ ਮਿਲੀ ਹੀ ਨਹੀਂ ਹੈਗੀ, ਠੀਕ ਹੈ। ਹਾਂ ਦੇਖੋ ਮੇਰਾ ਇੱਕ ਫਰੈਂਡ ਹੈ, ਉਹ SC ਕੈਟੇਗਰੀ ਤੋਂ ਬਿਲੋਂਗ ਕਰਦਾ ਹੈ, ਕਾਫੀ ਮਤਲਬ ਪੂਅਰ ਫੈਮਿਲੀ ਤੋਂ ਬਿਲੋਂਗ ਕਰਦਾ ਹੈ, ਔਰ ਅੱਜ ਉਹ ਆਈ ਥਿੰਕ ਐਕਸਾਈਜ਼ ਇੰਸਪੈਕਟਰ ਹੈ। SS ਥਰੂ ਮੇਰੇ ਕੰਟੈਕਟ ਦੇ ਵਿੱਚ ਨਹੀਂ ਹੈਗਾ, ਬਟ ਕਾਫੀ ਅੱਛੀ ਪੋਸਟ 'ਤੇ ਹੈ। ਤਾਂ ਮੈਂ ਉਹ ਬੰਦੇ ਨੂੰ ਦੇਖ ਪਾ ਰਿਹਾ ਵੀ ਕਿਉਂਕਿ ਰਿਜ਼ਰਵੇਸ਼ਨ ਪੋਲਿਸੀ ਹੈਗੀ ਹੈ ਤਾਂ ਇੰਨਾ ਗਰੀਬ ਘਰੋਂ ਮੁੰਡਾ, ਇੰਨਾ ਵਿਚਾਰਾ ਅਨਪ੍ਰਿਵਿਲੇਜ ਬੰਦਾ ਅੱਜ ਅੱਛੀ ਪੋਜੀਸ਼ਨ 'ਤੇ ਹੈ। ਤਾਂ ਕਿਤੇ ਨਾ ਕਿਤੇ ਇਸ ਰਿਜ਼ਰਵੇਸ਼ਨ ਪੋਲਿਸੀ ਨੇ ਉਹਨੂੰ ਹੈਲਪ ਕੀਤੀ ਹੈਗੀ, ਠੀਕ ਹੈ। ਬਟ ਇਹ ਹੈਲਪ ਕਈ ਲੋਕਾਂ ਨੂੰ ਨਹੀਂ ਹੋ ਪਾਉਂਦੀ, ਕਈ ਜਿਹੜੇ ਪਿਛੜੇ ਹੋਏ ਲੋਕ ਨੇ ਉਹ ਵਿਚਾਰੇ ਅੱਜ ਵੀ ਉੱਥੇ ਹੀ ਬੈਠੇ ਨੇਗੇ, ਠੀਕ ਹੈ। ਤਾਂ ਇਹ ਥੋੜ੍ਹਾ ਜਿਹਾ ਡਰਾਬੈਕ ਆਪਣੀ ਰਿਜ਼ਰਵੇਸ਼ਨ ਪੋਲਿਸੀ ਦਾ, ਠੀਕ ਹੈ ਜੀ। ਚਲੋ ਤਾਂ ਗੱਲ ਕਰਦੇ ਜੀ ਕ੍ਰੀਮੀ ਲੇਅਰ ਦੀ। ਹੁਣ ਇਹ ਕ੍ਰੀਮੀ ਲੇਅਰ ਕੀ ਹੈਗੀ ਹੈ? ਕ੍ਰੀਮੀ ਲੇਅਰ ਬੇਸਿਕਲੀ ਜਿਹੜੇ ਗਰੁੱਪ A ਪੋਸਟਾਂ ਦੇ ਉੱਪਰ ਬੈਠੇ ਨੇ, ਗਰੁੱਪ B ਪੋਸਟ ਦੇ ਉੱਪਰ ਬੈਠੇ ਨੇ, ਠੀਕ ਹੈ, ਜਿਨ੍ਹਾਂ ਦੀ ਇਨਕਮ ਐਨੂਅਲ 8 ਲੱਖ ਤੋਂ ਜ਼ਿਆਦਾ ਹੈਗੀ ਹੈ, ਜਾਂ ਕੋਈ ਕੌਂਸਟੀਟਿਊਸ਼ਨ ਪੋਸਟ 'ਤੇ ਬੈਠੇ ਨੇ, ਕੋਈ ਪ੍ਰੈਜ਼ੀਡੈਂਟ ਹੈ, ਕੋਈ ਵਾਈਸ ਪ੍ਰੈਜ਼ੀਡੈਂਟ ਹੈ, ਠੀਕ ਹੈ। ਤਾਂ ਇਹ ਜਿਹੇ ਜਿਹੜੇ ਲੋਕਾਂ ਨੇ ਇਹਨਾਂ ਨੂੰ ਅਸੀਂ OBCs ਦੀ ਰਿਜ਼ਰਵੇਸ਼ਨ ਤੋਂ ਕੀ ਆਪਣੇ ਕ੍ਰੀਮੀ ਲੇਅਰ ਦੇ ਵਿੱਚੋਂ ਹਟਾਉਣਾ ਹੈਗਾ, ਠੀਕ ਹੈ। ਇਹ ਆਪਣੇ ਇਹ ਇੰਦਰਾ ਸਾਨੀ ਕੇਸ ਕਹਿੰਦਾ ਹੈਗਾ, ਠੀਕ ਹੈ। ਔਰ ਇਹ ਵੀ ਧਿਆਨ ਦੇਣਾ ਹੈ ਇਹ ਸਿਰਫ ਔਰ ਸਿਰਫ OBCs ਦੀ ਗੱਲ ਹੋ ਰਹੀ ਹੈ, ਸ਼ਡਿਊਲ ਕਾਸਟ ਸ਼ਡਿਊਲ ਟਰਾਈਬ ਦੇ ਵਿੱਚ ਕੋਈ ਵੀ ਕ੍ਰੀਮੀ ਲੇਅਰ ਦਾ ਕਨਸੈਪਟ ਨਹੀਂ ਹੈਗਾ, ਠੀਕ ਹੈ। ਸ਼ਡਿਊਲ ਕਾਸਟ ਸ਼ਡਿਊਲ ਟਰਾਈਬ ਦੇ ਵਿੱਚ ਕ੍ਰੀਮੀ ਲੇਅਰ ਦਾ ਕਨਸੈਪਟ ਨਹੀਂ ਹੈਗਾ, ਇਹ ਕ੍ਰੀਮੀ ਲੇਅਰ ਦਾ ਕਨਸੈਪਟ ਸਿਰਫ ਔਰ ਸਿਰਫ OBCs ਦੇ ਵਿੱਚ ਹੈਗਾ, ਠੀਕ ਹੈ। ਇਹ ਵੀ ਆਪਾਂ ਨੇ ਧਿਆਨ ਦੇਣਾ ਹੈਗਾ। ਚਲੋ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਆਰਟੀਕਲ 17 ਦੀ। ਤੁਹਾਨੂੰ ਸੁਣਿਆ ਹੋਊਗਾ ਵੀ ਕਾਫੀ ਵਾਰੀ ਆਉਂਦਾ ਹੁੰਦਾ ਹੈ ਪੇਪਰਾਂ ਦੇ ਵਿੱਚ, ਸਿੰਪਲੀ ਡਾਇਰੈਕਟਲੀ ਆ ਜਾਂਦਾ ਹੈ। ਆਰਟੀਕਲ 17 ਦੇ ਵਿੱਚ ਕੀ ਹੈ, ਤਾਂ ਇਹਦੇ ਵਿੱਚ ਬੇਸਿਕਲੀ ਹੈਗਾ ਜੀ ਅਨਟਚੇਬਿਲਿਟੀ, ਛੂਆਛੂਤ, ਠੀਕ ਹੈ। ਦੇਸ਼ ਦੇ ਵਿੱਚ ਪਹਿਲਾਂ ਛੂਆਛੂਤ ਦੀ ਤੁਸੀਂ ਮੂਵੀਜ਼ ਦੇ ਵਿੱਚ ਦੇਖਦੇ ਹੋਵੋਗੇ, ਬੜੀ ਮਹਾਮਾਰੀ ਸੀਗੀ, ਠੀਕ ਹੈ। ਮਤਲਬ ਬਹੁਤ ਗੰਦੇ ਲੈਵਲ ਦੀ ਅਨਟਚੇਬਿਲਿਟੀ ਹੁੰਦੀ ਸੀਗੀ, ਠੀਕ ਹੈ, ਆਪਾਂ ਮੂਵੀਜ਼ ਦੇ ਵਿੱਚ ਦੇਖਦੇ ਹਾਂ। ਤਾਂ ਇਹ ਚੀਜ਼ ਆਜ਼ਾਦੀ ਤੋਂ ਬਾਅਦ ਅਸੀਂ ਸਭ ਤੋਂ ਪਹਿਲਾਂ ਇਹੀ ਕੀਤਾ ਵੀ ਅਨਟਚੇਬਿਲਿਟੀ ਤੋਂ ਆਪਾਂ ਅਬੋਲਿਸ਼ ਕਰਨਾ ਹੈ, ਬਿਲਕੁਲ ਹੀ ਅਬੋਲਿਸ਼ ਕਰਨਾ ਹੈ, ਠੀਕ ਹੈ। ਤਾਂ ਹੁਣ ਆਰਟੀਕਲ 17 ਦੇ ਵਿੱਚ ਤਾਂ ਇਹ ਚੀਜ਼ ਹੈਗੀ ਸੀ। ਉਸ ਤੋਂ ਬਾਅਦ ਅਸੀਂ ਕੀ ਕੀਤਾ, ਇੱਕ ਕਾਨੂੰਨ ਵੀ ਪਾਸ ਕੀਤਾ 1955 ਦੇ ਵਿੱਚ। ਅਸੀਂ ਇੱਕ ਕਾਨੂੰਨ ਵੀ ਪਾਸ ਕੀਤਾ, ਦਾ ਨਾਮ ਸੀ ਅਨਟਚੇਬਿਲਿਟੀ ਆਫੈਂਸਿਸ ਐਕਟ, ਠੀਕ ਹੈ, ਜਿਹਨੂੰ ਕਿ 1976 ਦੇ ਵਿੱਚ ਰੀਨੇਮ ਕਰਤਾ। ਇਸੇ ਐਕਟ ਨੂੰ ਜਸਟ ਨਾਮ ਚੇਂਜ ਕਰਤਾ ਤੇ ਕੁਝ ਹੋਰ ਥੋੜ੍ਹੇ ਬਹੁਤ ਚੇਂਜ ਕੀਤੇ ਹੋਣੇ, ਕਿ ਰੀਨੇਮ ਕਰਤਾ ਪ੍ਰੋਟੈਕਸ਼ਨ ਆਫ ਸਿਵਲ ਰਾਈਟਸ ਐਕਟ। ਇਹ ਦੋਨੇ ਹੀ ਡੇਟਸ ਇੰਪੋਰਟੈਂਟ ਨੇ ਜੀ, ਠੀਕ ਹੈ। ਦੋਨੇ ਕੁਐਸਚਨ ਆਉਂਦੇ ਹੁੰਦੇ ਨੇ। ਪਹਿਲੀ ਵਾਰ ਤਾਂ ਵੀ ਕਦੋਂ ਐਕਟ ਬਣਿਆ, 1955 ਦੇ ਵਿੱਚ ਬਣਿਆ, ਬਿਲਕੁਲ ਠੀਕ ਹੈ। ਔਰ ਇਸ ਐਕਟ ਨੂੰ ਰੀਨੇਮ ਕੀ ਕੀਤਾ ਗਿਆ, ਆ ਵੀ ਇੰਪੋਰਟੈਂਟ ਹੈ ਵੀ ਕੀ ਨੇਮ ਬਾਅਦ 'ਚੋਂ ਰੱਖਿਆ ਗਿਆ, ਔਰ ਕਦੋਂ ਕੀਤਾ ਗਿਆ, 1976 ਦੇ ਵਿੱਚ। ਇਹ ਤਿੰਨੇ ਕੁਐਸਚਨ ਇੰਪੋਰਟੈਂਟ ਹੈਗੇ, ਠੀਕ ਹੈ, ਕਿ 1976 ਦੇ ਵਿੱਚ ਅਸੀਂ ਇਸੇ ਐਕਟ ਨੂੰ ਰੀਨੇਮ ਕਰਕੇ ਪ੍ਰੋਟੈਕਸ਼ਨ ਆਫ ਸਿਵਲ ਰਾਈਟਸ ਐਕਟ 1955 ਰੱਖਤਾ, ਠੀਕ ਹੈ ਜੀ। ਤਾਂ ਹੁਣ ਦੇਖੋ ਇਹ ਚੀਜ਼ ਧਿਆਨ ਦੇਣੀ ਹੈ, ਆਰਟੀਕਲ 17 ਦੇ ਵਿੱਚ ਸੀਗਾ ਵੀ ਅਨਟਚੇਬਿਲਿਟੀ ਨਹੀਂ ਹੋਣੀ ਚਾਹੀਦੀ ਹੈਗੀ, ਠੀਕ ਹੈ। ਬਟ ਉਦੋਂ ਬਾਅਦ ਵੀ ਸਾਨੂੰ ਇੱਕ ਕਾਨੂੰਨ ਬਣਾਉਣਾ ਪਿਆ, ਠੀਕ ਹੈ। ਆਪਾਂ ਥੋੜ੍ਹਾ ਹੋਰ ਡਿਟੇਲ ਦੇ ਵਿੱਚ ਅੱਗੇ ਦੇਖਾਂਗੇ ਕਿ ਕਦੋਂ ਸਾਨੂੰ ਇੱਕ ਅਲੱਗ ਤੋਂ ਕਾਨੂੰਨ ਬਣਾਉਣਾ ਪੈਂਦਾ। ਦੇਖੋ ਆਪਾਂ ਇੱਥੇ ਗੱਲ ਕਰੀਏ, ਆਰਟੀਕਲ 15 ਦੇ ਵਿੱਚ ਕੀ ਹੈ ਵੀ ਹਾਂਜੀ ਤੁਸੀਂ ਸ਼ਡਿਊਲ ਟਰਾਈਬ ਨੂੰ ਰਿਜ਼ਰਵੇਸ਼ਨ ਦੇ ਸਕਦੇ ਹੋ, ਠੀਕ ਹੈ। ਹੁਣ ਇਹਦੇ ਵਾਸਤੇ ਕੋਈ ਅਲੱਗ ਤੋਂ ਕਾਨੂੰਨ ਪਾਸ ਕਰਨ ਦੀ ਲੋੜ ਨਹੀਂ ਪਈ ਹੈਗੀ, ਇਹ ਹੈਗੀ ਹੈ, ਬਸ ਹੈਗੀ ਹੈ, ਠੀਕ ਹੈ। ਬਟ ਇੱਥੇ ਆਪਾਂ ਨੂੰ ਲੋੜ ਪੈ ਰਹੀ ਹੈ, ਤਾਂ ਆਪਾਂ ਦੇਖਾਂਗੇ ਕਈ ਵਾਰੀ ਲੋੜ ਪੈ ਸਕਦੀ ਹੈ ਅਲੱਗ ਤੋਂ ਕਾਨੂੰਨ ਬਣਾਉਣ ਦੀ, ਕਈ ਵਾਰੀ ਲੋੜ ਨਹੀਂ ਪੈ ਸਕਦੀ, ਉਹਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ, ਠੀਕ ਹੈ। ਚਲੋ ਆਰਟੀਕਲ 17 ਆਪਣਾ ਹੈਗਾ ਜੀ ਅਨਟਚੇਬਿਲਿਟੀ। ਹੁਣ ਤੁਸੀਂ ਇੱਕ ਚੀਜ਼ ਮੈਨੂੰ ਦੱਸੋ, ਆਪਾਂ ਨੇ ਸਟਾਰਟਿੰਗ ਦੇ ਵਿੱਚ ਕੀਤਾ ਸੀ ਆਰਟੀਕਲ 12,
ਕਿ ਆਪਾਂ ਜਿਹੜੇ ਫੰਡਾਮੈਂਟਲ ਰਾਈਟਸ ਨੇ ਇਹ ਕਿਤੋਂ ਆਪਾਂ ਕਲੇਮ ਕਰ ਸਕਦੇ ਹਾਂ, ਇਹ ਆਪਾਂ ਆਪਣੀ ਸਟੇਟ ਤੋਂ ਕਲੇਮ ਕਰ ਸਕਦੇ ਹਾਂ, ਆਪਣੀ ਸਰਕਾਰ ਤੋਂ ਕਲੇਮ ਕਰ ਸਕਦੇ ਹਾਂ, ਆਪਣੀ ਪਾਰਲੀਮੈਂਟ ਤੋਂ ਕਲੇਮ ਕਰ ਸਕਦੇ ਹਾਂ, ਠੀਕ ਹੈ। ਯਾਨੀ ਕਿ ਅਗਰ ਮੇਰੀ ਸਟੇਟ ਨੇ, ਮੇਰੀ ਸਰਕਾਰ ਨੇ, ਮੇਰੀ ਪਾਰਲੀਮੈਂਟ ਨੇ ਮੇਰੀ ਬੋਲਣ ਦੀ ਆਜ਼ਾਦੀ ਖੋਹੀ ਤਾਂ ਮੈਂ ਇਹਨਾਂ ਦੇ ਖਿਲਾਫ ਸੁਪਰੀਮ ਕੋਰਟ ਜਾ ਸਕਦਾ, ਠੀਕ ਹੈ। ਹੁਣ ਜੇ ਮੈਂ ਗੱਲ ਕਰਾਂ ਅਨਟਚੇਬਿਲਿਟੀ ਦੀ, ਮੰਨ ਲਓ ਮੈਂ ਸ਼ਡਿਊਲ ਕਾਸਟ ਤੋਂ ਬਿਲੋਂਗ ਕਰਦਾ ਜਾਂ ਅਨਟਚੇਬਿਲਿਟੀ ਵਾਲੀ ਜਿਹੜੀ ਜਿਨ੍ਹਾਂ ਨਾਲ ਹੁੰਦੀ ਸੀ ਉਹਨਾਂ ਨਾਲ ਬਿਲੋਂਗ ਕਰਦਾ ਕਾਸਟ ਤੋਂ, ਤਾਂ ਮੇਰੇ ਨਾਲ ਮੰਨ ਲਓ ਅਨਟਚੇਬਿਲਿਟੀ ਕਰਦੇ ਹੋ, ਤੁਸੀਂ ਕਰਦੇ ਹੋ, ਠੀਕ ਹੈ, ਤੁਸੀਂ ਮੇਰੇ ਨਾਲ ਅਨਟਚੇਬਿਲਿਟੀ ਕਰਦੇ ਹੋ। ਤਾਂ ਹੁਣ ਤੁਸੀਂ ਕੌਣ ਹੋ? ਤੁਸੀਂ ਸਰਕਾਰ ਤਾਂ ਹੈ ਨਹੀਂ, ਨਾ ਹੀ ਤੁਸੀਂ ਸਟੇਟ ਹੋ, ਤੁਸੀਂ ਕੀ ਹੋ? ਤੁਸੀਂ ਇੱਕ ਪ੍ਰਾਈਵੇਟ ਬੰਦੇ ਹੋ। ਦੈਟ ਮੀਨਸ ਕੁਛ ਜਿਹੜੇ ਆਪਣੀਆਂ ਫੰਡਾਮੈਂਟਲ ਰਾਈਟਸ ਨੇ ਜਿਵੇਂ ਕਿ ਅਨਟਚੇਬਿਲਿਟੀ, ਇਹ ਆਪਾਂ ਪ੍ਰਾਈਵੇਟ ਬੰਦਿਆਂ ਦੇ ਅਗੇਂਸਟ ਵੀ ਆਪਾਂ ਅਵੇਲੇਬਲ ਕਰਾ ਸਕਦੇ ਹਾਂ। ਵੀ ਤੁਸੀਂ ਇੱਕ ਪ੍ਰਾਈਵੇਟ ਬੰਦੇ ਹੋ ਕੇ ਮੇਰੇ ਨਾਲ ਅਨਟਚੇਬਿਲਿਟੀ ਕਰ ਰਹੇ ਹੋ, ਤਾਂ ਮੈਂ ਤੁਹਾਡੇ ਖਿਲਾਫ ਵੀ ਸੁਪਰੀਮ ਕੋਰਟ ਜਾ ਸਕਦਾ, ਠੀਕ ਹੈ, ਤੁਹਾਡੇ ਖਿਲਾਫ ਵੀ ਮੈਂ ਸੁਪਰੀਮ ਕੋਰਟ ਜਾ ਸਕਦਾ। ਤਾਂ ਮਤਲਬ ਕੁਛ ਜਿਹੜੀਆਂ ਫੰਡਾਮੈਂਟਲ ਰਾਈਟਸ ਨੇ ਉਹਨਾਂ ਦੇ ਖਿਲਾਫ ਆਪਾਂ ਪ੍ਰਾਈਵੇਟ ਬੰਦਿਆਂ ਦੇ ਖਿਲਾਫ ਵੀ ਜਾ ਸਕਦੇ ਹਾਂ, ਅਦਰਵਾਈਜ਼ ਮੈਜੋਰਿਟੀ ਆਪਾਂ ਸਿਰਫ ਸਟੇਟ ਜਾਂ ਸਰਕਾਰ ਦੇ ਖਿਲਾਫ ਹੀ ਜਾ ਸਕਦੇ ਹੁੰਦੇ, ਠੀਕ ਹੈ। ਤਾਂ ਇਹ ਵੀ ਆਪਾਂ ਨੂੰ ਧਿਆਨ ਰੱਖਣਾ ਹੈਗਾ। ਨੈਕਸਟ ਹੈ ਜੀ ਆਪਣਾ ਆਰਟੀਕਲ 18 ਐਬੋਲੀਸ਼ਨ ਆਫ ਟਾਈਟਲਸ। ਦੇਖੋ ਅੰਗਰੇਜ਼ ਸਰਕਾਰ ਦੀ ਇੱਕ ਪੋਲਿਸੀ ਸੀਗੀ ਡਿਵਾਈਡ ਐਂਡ ਰੂਲ, ਤੁਹਾਨੂੰ ਪਤਾ ਹੀ ਇਸ ਚੀਜ਼ ਦਾ, ਠੀਕ ਹੈ, ਡਿਵਾਈਡ ਐਂਡ ਰੂਲ। ਤਾਂ ਜਿਹੜੇ ਵੱਡੇ ਵੱਡੇ ਜ਼ਮੀਂਦਾਰ ਸੀਗੇ, ਠੀਕ ਹੈ, ਹੈਗੇ ਤਾਂ ਆਪਣੇ ਇੰਡੀਅਨ ਸੀ ਚਾਹੇ, ਬਟ ਵੱਡੇ ਵੱਡੇ ਜ਼ਮੀਂਦਾਰਸ ਨੂੰ ਆਪਣੇ ਜਿਹੜੇ ਆਮ ਲੋਕ, ਛੋਟੇ ਜਿਹੜੇ ਕਿਸਾਨ ਸੀ, ਹੋਰ ਪੀਜਨ ਸੀ, ਉਹਨਾਂ ਤੋਂ ਤੋੜਨ ਵਾਸਤੇ ਇਹਨਾਂ ਜ਼ਮੀਂਦਾਰ ਪਹਿਲਾਂ ਹੀ ਇਹ ਤਾਂ ਅਮੀਰ ਸੀਗੇ ਅਤੇ ਇਹਨਾਂ ਨੂੰ ਹੋਰ ਵੀ ਤੋੜ ਦਿੱਤਾ ਗਿਆ। ਕਿਵੇਂ ਤੋੜਦਾ? ਇਹਨੂੰ ਵੱਡੇ ਵੱਡੇ ਟਾਈਟਲ ਦਿੱਤੇ, ਮਹਾਰਾਜ ਕਹਿਤਾ, ਰਾਜ ਬਹਾਦੁਰ, ਰਾਏ ਸਾਹਿਬ, ਦੀਵਾਨ ਬਹਾਦੁਰ, ਠੀਕ ਹੈ, ਆਪਾਂ ਮੂਵੀਜ਼ ਦੇ ਵਿੱਚ ਦੇਖਦੇ ਹਾਂ, ਰਾਏ ਦੁਰਲਭ, ਵੱਡੇ ਵੱਡੇ ਟਾਈਟਲਸ ਦਿੱਤੇ ਤਾਂ ਕਿ ਇਹਨਾਂ ਨੂੰ ਕੀ ਲੱਗਣ ਲੱਗ ਜੇ ਵੀ ਅਸੀਂ ਤਾਂ ਬਹੁਤ ਵੱਡੇ ਹਾਂ, ਠੀਕ ਹੈ। ਜਿਹੜੇ ਆਮ ਲੋਕ ਨੇ ਇਹਨਾਂ ਨੂੰ ਤਾਂ ਬਿਲਕੁਲ ਤੋੜਤਾ। ਤਾਂ ਅਗੇਨ ਡਿਵਾਈਡ ਐਂਡ ਰੂਲ ਦੀ ਪੋਲਿਸੀ ਦੇ ਵਿੱਚ ਇੱਕ ਪਾਰਟ ਸੀਗਾ। ਆਜ਼ਾਦੀ ਤੋਂ ਬਾਅਦ ਅਸੀਂ ਇਹ ਚੀਜ਼ ਦੇਖੀ ਵੀ ਜਿਹੜੇ ਇਹ ਟਾਈਟਲਸ ਨੇ ਪਹਿਲਾਂ ਤਾਂ ਅਸੀਂ ਇਹਨਾਂ ਨੂੰ ਹੀ ਅਬੋਲਿਸ਼ ਕਰੀਏ, ਠੀਕ ਹੈ। ਤਾਂ ਆਰਟੀਕਲ 18 ਦੇ ਵਿੱਚ ਅਬੋਲਿਸ਼ਨ ਆਫ ਅ ਟਾਈਟਲ ਹੈ ਵੀ ਇਹ ਜਿਹੜੇ ਹੈਰੀਡੇਟਰੀ ਟਾਈਟਲਸ ਨੇਗੇ, ਵੀ ਹਾਂਜੀ ਜਿਹੜੇ ਬੱਚੇ ਤੋਂ ਅੱਗੇ ਆਪਣੇ ਬੱਚੇ ਦੇ ਵਿੱਚ, ਫਿਰ ਅੱਗੇ ਬੱਚੇ ਦੇ ਵਿੱਚ ਟਾਈਟਲ ਜਾਵੇ, ਉਹਨਾਂ ਟਾਈਟਲਸ ਨੂੰ ਆਪਾਂ ਨੇ ਅਬੋਲਿਸ਼ ਕੀਤਾ, ਠੀਕ ਹੈ। ਤਾਂ ਮਤਲਬ ਕੋਈ ਵੀ ਜਿਹੜੇ ਟਾਈਟਲਸ ਜਿਹੜੇ ਕਿ ਸਾਡੇ ਦੇਸ਼ ਦੇ ਵਿੱਚ ਨਾ ਬਰਾਬਰੀ ਦੀ ਆਪਾਂ ਨੂੰ ਇੰਡੀਕੇਸ਼ਨ ਦੇ ਰਹੇ ਨੇ ਵੀ ਤੁਸੀਂ ਵੱਡੇ ਹੋ, ਤੁਸੀਂ ਛੋਟੇ ਹੋ, ਠੀਕ ਹੈ, ਉਹ ਚੀਜ਼ ਅਸੀਂ ਪਹਿਲਾਂ ਹੀ ਅਬੋਲਿਸ਼ ਕਰਤੀ, ਠੀਕ ਹੈ। ਇਹ ਚੀਜ਼ ਹੈ। ਹੁਣ ਤੁਸੀਂ ਤੁਹਾਡੇ ਦਿਮਾਗ ਦੇ ਵਿੱਚ ਸ਼ਾਇਦ ਆਈ ਹੋਵੇ ਵੀ ਇਹ ਟਾਈਟਲ ਆਪਣੇ ਅਬੋਲਿਸ਼ ਕਰਤੇ, ਬਟ ਆਪਾਂ ਅੱਜ ਵੀ ਦਿੰਦੇ ਹਾਂ, ਜਿਵੇਂ ਭਾਰਤ ਰਤਨ ਦੇ ਦਿੰਦੇ ਹਾਂ, ਪਦਮ ਭੂਸ਼ਣ ਇਹ ਟਾਈਟਲ ਦੇ ਦਿੰਦੇ ਹਾਂ, ਠੀਕ ਹੈ। ਤਾਂ ਕੀ ਇਹ ਵੀ ਟਾਈਟਲ ਨਹੀਂ ਹੈਗੇ? ਤਾਂ ਰਾਜੀ ਇਹ ਟਾਈਟਲ ਹੈਗੇ ਨੇ, ਮਤਲਬ ਆਪਾਂ ਆਰਟੀਕਲ 18 ਦੇ ਅਕੋਰਡਿੰਗ ਟਾਈਟਲ ਨਹੀਂ ਹੈਗੇ, ਠੀਕ ਹੈ। ਤੁਸੀਂ ਇਹਨੂੰ ਕੀ ਮੰਨ ਸਕਦੇ ਹੋ? ਤੁਸੀਂ ਅਵਾਰਡ ਮੰਨ ਸਕਦੇ ਹੋ ਇੱਕ ਤਰ੍ਹਾਂ ਦੇ, ਠੀਕ ਹੈ। ਇਹ ਟਾਈਟਲ ਨਹੀਂ ਹੈਗੇ ਅਕੋਰਡਿੰਗ ਟੂ ਆਰਟੀਕਲ 18। ਤਾਂ ਇਹ ਕੀ ਨੇ ਜੀ? ਇਹ ਅਲੱਗ ਚੀਜ਼ ਹੈਗੀ। ਇਹ ਆਪਾਂ ਨੇ ਕਿਸੇ ਨੂੰ ਐਕਲਾਈਮ ਕੀਤਾ ਆਪਾਂ ਨੇ ਵੀ ਹਾਂਜੀ ਤੁਸੀਂ ਵਧੀਆ ਕੰਮ ਕੀਤਾ ਹੈਗਾ, ਠੀਕ ਹੈ। ਤਾਂ ਆਰਟੀਕਲ 18 ਦੇ ਅੰਦਰ ਇਹ ਵਾਲੇ ਜਿਹੜੇ ਟਾਈਟਲਸ ਨੇ ਉਹ ਚੀਜ਼ ਨਹੀਂ ਆਉਣਗੇ, ਠੀਕ ਹੈ। ਇਸ ਤੋਂ ਇਲਾਵਾ ਜਿਵੇਂ ਆਪਾਂ ਗੱਲ ਕਰਦੇ ਹਾਂ ਅਕੈਡਮਿਕ ਟਾਈਟਲ, ਜਿਵੇਂ ਆਪਣਾ ਡਾਕਟਰ ਹੋ ਗਿਆ, ਇੰਜੀਨੀਅਰ ਹੋ ਗਿਆ, ਇਹ ਵੀ ਕੀ ਨੇ? ਇਹ ਵੀ ਇੱਕ ਤਰ੍ਹਾਂ ਦੇ ਟਾਈਟਲ ਹੀ ਨੇ ਨਾ, ਬਟ ਇਹ 18 ਦੇ ਵਿੱਚ ਨਹੀਂ ਆਉਣਗੇ, ਓਬਵੀਅਸਲੀ ਗੱਲ ਹੈ, ਕਿਉਂਕਿ ਇਹ ਕੋਈ ਡਿਫਰੈਂਸ਼ੀਏਟ ਨਹੀਂ ਕਰ ਰਹੇ। ਇਹ ਤੁਸੀਂ ਤੁਹਾਡੀ ਇੱਕ ਅਕੈਡਮਿਕ ਕੁਆਲੀਫਿਕੇਸ਼ਨ ਨੂੰ ਸਿਗਨੀਫਾਈ ਕਰ ਰਹੇ ਨੇ, ਠੀਕ ਹੈ। ਇਹ ਇਸੇ ਤਰ੍ਹਾਂ ਮਿਲਟਰੀ ਟਾਈਟਲਸ ਜਿਵੇਂ ਲੈਫਟੀਨੈਂਟ ਹੋ ਗਿਆ, ਕਰਨਲ ਹੋ ਗਿਆ, ਮੇਜਰ ਹੋ ਗਿਆ, ਹੈ ਨਾ, ਇਹ ਟਾਈਟਲਸ ਵੀ ਆਪਾਂ ਦੇ ਸਕਦੇ ਹੁੰਦੇ ਹਾਂ। ਹੋਰ ਜਿਹੜੇ ਕੋਈ ਟਾਈਟਲ ਨੇ ਜਿਹੜੇ ਹੈਰੀਡਿਟਰੀ ਟਾਈਟਲਸ ਉਹ ਆਪਣੇ ਦੇਸ਼ ਦੇ ਵਿੱਚ ਅੱਜ ਨਹੀਂ ਹੈਗੇ। ਈਵਨ ਜਿਹੜੇ ਭਾਰਤ ਰਤਨ ਵਗੈਰਾ ਵੀ ਹੈਗੇ ਨੇ ਨਾ, ਇਹਨੂੰ ਤੁਸੀਂ ਐਜ਼ ਅ ਇੱਕ ਸਰਨੇਮ ਨਹੀਂ ਯੂਜ਼ ਕਰ ਸਕਦੇ, ਮਤਲਬ ਐਜ਼ ਅ ਸਫਿਕਸ ਨਹੀਂ ਯੂਜ਼ ਕਰ ਸਕਦੇ ਵੀ ਤੁਸੀਂ ਕੋਈ ਭਾਰਤ ਰਤਨ ਇਹ, ਭਾਰਤ ਰਤਨ ਉਹ, ਠੀਕ ਹੈ। ਤੁਸੀਂ ਆਪਣਾ ਨਾਮ ਲਓ, ਤੁਸੀਂ ਠੀਕ ਹੈ, ਤੁਹਾਨੂੰ ਅਵਾਰਡ ਮਿਲਿਆ ਹੋਇਆ, ਅੱਛੀ ਗੱਲ ਹੈ, ਬਟ ਤੁਸੀਂ ਇੱਦਾਂ ਨਹੀਂ ਹੈਗਾ ਵੀ ਤੁਸੀਂ ਆਪਣੇ ਆਪ ਨੂੰ ਇੰਟਰੋਡਿਊਸ ਹੀ ਇੱਦਾਂ ਕਰੋਗੇ ਵੀ ਭਾਰਤ ਰਤਨ ਸ਼ੁਭਮ ਸਿੰਗਲਾ, ਹੈ ਨਾ, ਇੱਦਾਂ ਨਹੀਂ ਹੈਗਾ। ਤੁਸੀਂ ਇੱਦਾਂ ਇੱਕ ਨਾਮ ਨਹੀਂ ਯੂਜ਼ ਕਰ ਸਕਦੇ, ਇਹਨੂੰ ਐਜ਼ ਅ ਸਫਿਕਸ ਯੂਜ਼ ਨਹੀਂ ਕਰ ਸਕਦੇ ਹੈਗੇ, ਠੀਕ ਹੈ। ਸਟਿਲ ਚਲੋ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਆਰਟੀਕਲ 19 ਦੀ। ਤਾਂ ਲਾਸਟ ਆਰਟੀਕਲ ਪੜਾਂਗੇ ਜੀ ਆਪਾਂ, ਬਾਕੀ ਗੱਲ ਕਰਦੇ ਹਾਂ। ਇਹ ਆਰਟੀਕਲ ਬਹੁਤ ਇੰਪੋਰਟੈਂਟ ਹੈ ਜੀ, ਬਹੁਤ ਜ਼ਿਆਦਾ ਇੰਪੋਰਟੈਂਟ ਆਰਟੀਕਲ 19, ਠੀਕ ਹੈ। ਤਾਂ ਸਭ ਤੋਂ ਪਹਿਲਾਂ ਤਾਂ ਹੈਗਾ ਜੀ ਇਹਦੇ ਵਿੱਚ ਰਾਈਟ ਟੂ ਫਰੀडम। ਦੇਖੋ ਆਪਣਾ 14 ਤੋਂ 18 ਜਿਹੜਾ ਸੀਗਾ ਜੀ ਉਹ ਹੈਗਾ ਸੀ ਰਾਈਟ ਟੂ ਇਕੁਐਲਿਟੀ, ਠੀਕ ਹੈ। ਤਾਂ ਆਪਾਂ ਨੈਕਸਟ ਮੂਵ ਕਰ ਰਹੇ ਜੀ ਰਾਈਟ ਟੂ ਫਰੀडम ਦੇ ਵਿੱਚ, ਆਰਟੀਕਲ 19 ਦੇ ਵਿੱਚ ਮੂਵ ਕਰ ਰਹੇ ਆਪਾਂ। ਤਾਂ ਇਹਦੇ ਵਿੱਚ ਬੇਸਿਕਲੀ ਕੀ ਹੈਗਾ, 6 ਰਾਈਟਸ ਦੀ ਗੱਲ ਕਰਦੇ ਆਪਾਂ। ਰਾਈਟ ਟੂ ਫਰੀडम ਪਹਿਲੀ ਗੱਲ ਤਾਂ, ਤੇ ਇਸ ਆਰਟੀਕਲ 19 ਦੇ ਵਿੱਚ ਹੀ ਅੱਗੇ 6 ਰਾਈਟਸ ਨੇਗੇ, ਠੀਕ ਹੈ। ਧਿਆਨ ਦੇਣਾ, ਇਹ ਅਲੱਗ ਚੀਜ਼ ਕਰ ਰਿਹਾ ਜੀ ਮੈਂ। ਇੱਕ ਤਾਂ 6 ਰਾਈਟਸ ਆਪਣੇ ਆਹ ਵਾਲੇ ਨੇਗੇ, ਠੀਕ ਹੈ, ਇਹ ਨੇ। ਇੱਕ ਆਰਟੀਕਲ 19 ਦੇ ਵਿੱਚ ਹੀ 6 ਰਾਈਟ ਅਲੱਗ ਤੋਂ ਨੇਗੇ, ਠੀਕ ਹੈ। 1 2 3 4 5 6 ਇਹ 6 ਰਾਈਟ ਅਲੱਗ ਤੋਂ ਨੇ ਆਪਣੇ ਆਰਟੀਕਲ 19 ਦੇ ਵਿੱਚ ਹੀ, ਠੀਕ ਹੈ। ਆਪਾਂ ਪੜ੍ਹਦੇ ਕਿਹੜੇ 6 ਰਾਈਟਸ। ਤਾਂ ਸਭ ਤੋਂ ਪਹਿਲਾਂ ਰਾਈਟ ਹੈਗਾ ਜੀ ਰਾਈਟ ਟੂ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ। ਬਹੁਤ ਇੰਪੋਰਟੈਂਟ ਚੀਜ਼ ਹੈ ਸਪੀਚ ਐਂਡ ਐਕਸਪ੍ਰੈਸ਼ਨ। ਮੈਨੂੰ ਬੋਲਣ ਦੀ ਔਰ ਆਪਣੇ ਆਪ ਨੂੰ ਐਕਸਪ੍ਰੈਸ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਠੀਕ ਹੈ। ਤਾਂ ਮੈਨੂੰ ਕੋਈ ਰੋਕ ਨਹੀਂ ਸਕਦਾ, ਮੈਂ ਜੋ ਮਰਜ਼ੀ ਬੋਲਾਂ, ਠੀਕ ਹੈ, ਮੈਨੂੰ ਕੋਈ ਰੋਕ ਨਹੀਂ ਸਕਦਾ ਹੈਗਾ। ਇਸੇ ਤਰ੍ਹਾਂ ਜਿਹੜੀ ਨਿਊਜ਼ਪੇਪਰ ਦੇ ਵਿੱਚ ਕੁਝ ਵੀ ਛਾਪਣਾ ਹੈ ਨਿਊਜ਼ਪੇਪਰ ਨੇ, ਠੀਕ ਹੈ, ਤਾਂ ਉਹ ਵੀ ਕੀ ਹੈ ਜੀ, ਉਹ ਆਰਟੀਕਲ 19 ਦੇ ਵਿੱਚ ਹੀ ਆਊਗਾ। ਜੇ ਕੱਲ੍ਹ ਨੂੰ ਸਰਕਾਰ ਸੈਂਸਰਸ਼ਿਪ ਲਗਾਉਂਦੀ ਹੈ, ਈਵਨ ਆਪਾਂ ਮੂਵੀਜ਼ ਦੇ ਵਿੱਚ ਦੇਖਦੇ ਹਾਂ, ਮੂਵੀਜ਼ ਦੇ ਵਿੱਚ ਜਿਹੜੀ ਆਪਾਂ ਗੱਲ ਕਰਦੇ ਸੈਂਸਰ ਬੋਰਡ ਦੀ, ਠੀਕ ਹੈ, ਸੈਂਸਰ ਬੋਰਡ ਦੀ ਸੈਂਸਰਸ਼ਿਪ ਕਰਦੀ ਹੈ, ਤਾਂ ਉਹ ਵੀ ਕੀ ਕਰਦੀ ਹੈ ਜੀ, ਇੱਕ ਤਰ੍ਹਾਂ ਦੀ ਰਾਈਟ ਟੂ ਫਰੀडम ਨੂੰ ਹਾਰਮ ਕਰਦੀ ਹੈ। ਵੀ ਤੁਸੀਂ ਮੂਵੀਜ਼ ਦੇ ਵਿੱਚ ਕੁਝ ਵੀ ਜਿਹੜੀ ਐਡੀਟਿੰਗ ਵਗੈਰਾ ਕਰਦੇ ਹੋ, ਕੁਝ ਸੀਨ ਵਗੈਰਾ ਕੱਢਦੇ ਹੋ, ਤਾਂ ਉਹ ਕੀ ਕਰ ਰਹੇ ਹੋ ਤੁਸੀਂ ਰਾਈਟ ਟੂ ਫਰੀडम ਜਿਹੜੀ ਕੀ ਖੋ ਰਹੇ ਹੋ, ਤੁਸੀਂ ਆਰਟੀਕਲ 19 ਵਾਇਲੇਟ ਕਰ ਰਹੇ ਹੋ, ਠੀਕ ਹੈ।
ਤਾਂ ਇਹ ਚੀਜ਼ ਹੈਗੀ। ਤਾਂ ਕੁਛ ਵੀ ਅਗਰ ਤੁਸੀਂ ਬੋਲਣ ਤੋਂ ਐਕਸਪ੍ਰੈਸ ਕਰਨ ਤੋਂ ਕਿਸੇ ਬੰਦੇ ਨੂੰ ਰੋਕ ਰਹੇ ਹੋ ਤਾਂ ਤੁਸੀਂ ਆਰਟੀਕਲ 19 ਦੀ ਵਾਇਲੇਟ ਕਰ ਰਹੇ ਹੋ, ਠੀਕ ਹੈ ਜੀ। ਹੁਣ ਰਾਈਟ ਟੂ ਫਰੀडम ਆਫ ਸਪੀਚ, ਮੈਨੂੰ ਬੋਲਣ ਦੀ ਆਜ਼ਾਦੀ ਹੈਗੀ ਹੈ। ਜੇ ਮੈਨੂੰ ਬੋਲਣ ਦੀ ਆਜ਼ਾਦੀ ਹੈ ਤਾਂ ਮੈਨੂੰ ਚੁੱਪ ਰਹਿਣ ਦੀ ਵੀ ਆਜ਼ਾਦੀ ਹੈ, ਠੀਕ ਹੈ। ਮਤਲਬ ਕੀ ਹੈ, ਮੇਰੇ ਕੋਲ ਇਸੇ ਆਰਟੀਕਲ ਦੇ ਅੰਡਰ ਰਾਈਟ ਟੂ ਫਰੀडम ਆਫ ਸਾਇਲੈਂਸ ਵੀ ਹੈਗਾ। ਜੇ ਮੈंने ਚੁੱਪ ਰਹਿਣਾ ਤਾਂ ਤੁਸੀਂ ਮੈਨੂੰ ਮਜਬੂਰ ਨਹੀਂ ਕਰ ਸਕਦੇ ਬੋਲਣ ਵਾਸਤੇ, ਠੀਕ ਹੈ। ਜੇ ਮੈंने ਬੋਲਣਾ ਤਾਂ ਮੈਂ ਬੋਲਾਂਗਾ, ਜੇ ਮੈंने ਚੁੱਪ ਰਹਿਣਾ ਤਾਂ ਮੈਂ ਚੁੱਪ ਰਹਾਂਗਾ, ਠੀਕ ਹੈ। ਇਹ ਚੀਜ਼ ਹੈ, ਠੀਕ ਹੈ ਜੀ। ਤਾਂ ਇਹ ਚੀਜ਼ ਹੈ। ਹੁਣ ਦੇਖੋ ਐਕਸਪ੍ਰੈਸ਼ਨ ਦੇ ਵਿੱਚ ਕੀ ਆਏਗਾ, ਜਿਹੜਾ ਰਾਈਟ ਟੂ ਪ੍ਰੋਟੈਸਟ, ਆਪਣੇ ਕਿਸਾਨ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਉਹ ਵੀ ਆਰਟੀਕਲ 19 ਦੇ ਵਿੱਚ ਹੀ ਆ ਗਿਆ ਇੱਕ ਤਰ੍ਹਾਂ ਦਾ, ਵੀ ਹਾਂਜੀ ਉਹ ਕੁਝ ਐਕਸਪ੍ਰੈਸ ਕਰ ਰਹੇ ਨੇ, ਆਪਣਾ ਜਿਹੜਾ ਐਂਗਰ ਹੈ, ਆਪਣਾ ਗੁੱਸਾ ਹੈ, ਆਪਣਾ ਵਿਸ਼ਾਦ ਹੈ, ਉਹ ਐਕਸਪ੍ਰੈਸ ਕਰ ਰਹੇ ਨੇ, ਤਾਂ ਇਹ ਆਰਟੀਕਲ 19 ਦੇ ਵਿੱਚ ਆ ਗਿਆ, ਠੀਕ ਹੈ। ਬਟ ਇਹਦੇ ਵਿੱਚ ਰਾਈਟ ਟੂ ਸਟਰਾਈਕ ਨਹੀਂ ਹੈਗਾ, ਠੀਕ ਹੈ। ਵੀ ਤੁਸੀਂ ਕਹੋ ਵੀ ਅਸੀਂ ਸਟਰਾਈਕ ਕਰਨੀ ਹੈ ਤਾਂ ਆਰਟੀਕਲ 19 ਦੇ ਵਿੱਚ ਰਾਈਟ ਟੂ ਸਟਰਾਈਕ ਨਹੀਂ ਆਉਂਦਾ। ਇਹ ਕੁਐਸਚਨ ਵੀ ਆਉਂਦਾ ਹੁੰਦਾ ਜੀ ਕਿ ਰਾਈਟ ਟੂ ਸਟਰਾਈਕ ਇਹਦਾ ਪਾਰਟ ਹੈਗਾ, ਨਹੀਂ ਬਿਲਕੁਲ ਵੀ ਨਹੀਂ ਹੈਗਾ, ਠੀਕ ਹੈ। ਤਾਂ ਹੁਣ ਇਹ ਪਟਵਾਰੀ ਦੇ ਐਗਜ਼ਾਮ ਦੇ ਵਿੱਚ ਕੁਐਸਚਨ ਆਇਆ ਸੀਗਾ ਜੀ। ਹੁਣ ਜੇ ਮੈਂ ਕਹਿ ਰਿਹਾ ਵੀ ਮੈਨੂੰ ਬੋਲਣ ਦੀ ਆਜ਼ਾਦੀ ਹੈ, ਕੀ ਮੈਂ ਕੁਝ ਵੀ ਅਵਾ ਤਵਾ ਬੋਲ ਸਕਦਾ ਤੁਹਾਡੇ ਖਿਲਾਫ ਜਾਂ ਕਿਸੇ ਧਰਮ ਦੇ ਖਿਲਾਫ ਕੁਝ ਵੀ ਬੋਲਣਾ, ਠੀਕ ਹੈ। ਤਾਂ ਓਬਵੀਅਸਲੀ ਗੱਲ ਨਹੀਂ, ਮੈਂ ਕੁਝ ਵੀ ਬੋਲ ਸਕਦਾ, ਠੀਕ ਹੈ। ਬਟ ਮੈਨੂੰ ਮਰਿਆਦਾ ਦਾ ਧਿਆਨ ਰੱਖਣਾ ਪਊਗਾ ਵੀ ਮੈਂ ਕਿਸੇ ਨੂੰ ਤੰਗ ਨਹੀਂ ਕਰ ਰਿਹਾ, ਕਿਸੇ ਨੂੰ ਮੈਂ ਹਾਨੀ ਨਹੀਂ ਪਹੁੰਚਾ ਰਿਹਾ, ਕਿਸੇ ਧਰਮ ਦੇ ਖਿਲਾਫ ਕੁਝ ਨਹੀਂ ਬੋਲ ਰਿਹਾ, ਕਿਸੇ ਜਾਤੀ ਦੇ ਖਿਲਾਫ ਕੁਝ ਨਹੀਂ ਬੋਲ ਰਿਹਾ, ਠੀਕ ਹੈ। ਯਾਨੀ ਕਿ ਮੈਂ ਪਬਲਿਕ ਆਰਡਰ ਨੂੰ ਨੁਕਸਾਨ ਨਹੀਂ ਪਹੁੰਚਾ ਰਿਹਾ। ਕਿਉਂਕਿ ਜੇ ਮੈਂ ਮੰਨ ਲਓ ਕੋਈ ਇਨਫਲੂਐਂਸ਼ੀਅਲ ਬੰਦਾ ਹੈਗਾ, ਠੀਕ ਹੈ, ਕੋਈ ਬੀਜੇਪੀ ਦਾ ਬੰਦਾ, ਕੋਈ ਹੋਰ ਵੀ ਵੱਡਾ ਲੀਡਰ ਹੈਗਾ, ਠੀਕ ਹੈ। ਅਗਰ ਉਹ ਕੋਈ ਜਿਹੜੀ ਕੀ ਹੈ ਆਪੱਤੀਜਨਕ ਕੋਈ ਭਾਸ਼ਣ ਦਿੰਦਾ ਹੈਗਾ ਜਿਹਦੇ ਨਾਲ ਕਿ ਲੋਕਾਂ ਦੇ ਵਿੱਚ ਰੋਸ਼ ਪੈਦਾ ਹੁੰਦਾ ਹੈਗਾ, ਠੀਕ ਹੈ, ਉਹਦੇ ਨਾਲ ਕੀ ਹੋ ਸਕਦਾ, ਪਬਲਿਕ ਆਰਡਰ ਨੂੰ ਹਾਰਮ ਹੋ ਸਕਦਾ ਹੈ, ਠੀਕ ਹੈ, ਦੰਗੇ ਹੋ ਸਕਦੇ ਨੇ, ਜਿਵੇਂ ਕਿ ਦਿੱਲੀ ਦੇ ਵਿੱਚ ਹੋਇਆ ਸੀਗਾ। ਤਾਂ ਇਹ ਜਿਹੜੀ ਚੀਜ਼ ਹੈ ਇਹ ਫਰੀडम ਆਫ ਸਪੀਚ ਦੇ ਵਿੱਚ ਨਹੀਂ ਆਉਂਦੀ। ਦੈਟ ਮੀਨਸ ਤੁਹਾਡੇ ਕੋਲ ਵੈਸੇ ਤਾਂ ਫਰੀडम ਆਫ ਸਪੀਚ ਹੈਗੀ ਆ, ਤੁਸੀਂ ਬੋਲੋ, ਖੁੱਲ੍ਹ ਕੇ ਬੋਲੋ, ਕੋਈ ਦਿੱਕਤ ਨਹੀਂ ਹੈਗੀ। ਬਟ ਅਗਰ ਤੁਹਾਡੇ ਬੋਲਣ ਦੇ ਨਾਲ ਪਬਲਿਕ ਆਰਡਰ ਦੇ ਵਿੱਚ ਦਿੱਕਤ ਆਉਂਦੀ ਹੈ ਤਾਂ ਤੁਹਾਡੇ ਵਿੱਚ ਕੀ ਲੱਗ ਸਕਦਾ ਹੈ, ਰਿਸਟ੍ਰਿਕਸ਼ਨ ਲਗਾਈ ਜਾ ਸਕਦੀ ਹੈ, ਫਿਰ ਤੁਹਾਨੂੰ ਬੋਲਣ ਦੇ ਵਿੱਚੋਂ ਰੋਕਿਆ ਜਾ ਸਕਦਾ ਹੈ, ਠੀਕ ਹੈ। ਜਿਵੇਂ ਅੱਗੇ ਹੋਰ ਕੀ ਚੀਜ਼ ਹੈ ਜੀ, ਮਤਲਬ ਕੀ ਹੈ, ਕੁਛ ਚੀਜ਼ਾਂ ਐਸੀਆਂ ਨੇ ਵੀ ਤੁਹਾਡੀ ਫਰੀडम ਆਫ ਸਪੀਚ ਦੇ ਉੱਪਰ ਅਸੀਂ ਰੋਕ ਲਗਾਈ ਜਾ ਸਕਦੀ ਹੈ, ਕਦੋਂ ਵੀ ਜਦੋਂ ਤੁਸੀਂ ਪਬਲਿਕ ਆਰਡਰ ਨੂੰ ਦਿੱਕਤ ਪਹੁੰਚਾਓ, ਜਾਂ ਫਿਰ ਡੀਸੈਂਸੀ ਜਾਂ ਮੋਰੈਲਿਟੀ। ਜਿਵੇਂ ਮੈਂ ਗੱਲ ਕਰਾਂ ਕਿ ਮੂਵੀਜ਼ ਦੇ ਵਿੱਚ ਜਿਹੜੇ ਕੁਝ ਵਲਗਰ ਸੀਨਸ ਨੇ ਉਹਨਾਂ ਦੀ ਐਡੀਟਿੰਗ ਕੀਤੀ ਜਾਂਦੀ ਹੈ, ਤਾਂ ਉਹ ਕਿਸ ਬੇਸਿਸ 'ਤੇ, ਡੀਸੈਂਸੀ ਐਂਡ ਮੋਰੈਲਿਟੀ, ਵੀ ਹਾਂਜੀ ਡੀਸੈਂਟ ਸੀਨ ਨਹੀਂ ਹੈਗੇ ਉਹ, ਠੀਕ ਹੈ। ਤਾਂ ਮਤਲਬ ਕੀ ਹੈ, ਤੁਹਾਡੀ ਬੋਲਣ ਦੀ ਆਜ਼ਾਦੀ ਦੇ ਉੱਪਰ ਰੋਕ ਲਗਾਈ ਜਾ ਸਕਦੀ ਹੈ ਅਗਰ ਤੁਸੀਂ ਇਹਨਾਂ ਦੀ ਚੀਜ਼ਾਂ ਨੂੰ ਹਾਰਮ ਕਰ ਰਹੇ ਹੋ, ਠੀਕ ਹੈ। ਯਾਨੀ ਕਿ ਰੀਜ਼ਨੇਬਲ ਰਿਸਟ੍ਰਿਕਸ਼ਨ ਆਰਟੀਕਲ 19 ਦੇ ਵਿੱਚ ਹੀ, ਆਰਟੀਕਲ 19 ਦੇ ਵਿੱਚ ਹੀ ਕੁਝ ਰੈਸਟ੍ਰਿਕਸ਼ਨ ਦਿੱਤੀਆਂ ਹੋਈਆਂ ਨੇਗੀਆਂ ਵੀ ਅਗਰ ਆਹ ਚੀਜ਼ਾਂ ਹੋ ਰਹੀਆਂ ਨੇ ਤਾਂ ਤੁਹਾਡੀ ਫਰੀडम ਆਫ ਸਪੀਚ ਨੂੰ ਅਸੀਂ ਰੋਕ ਲਗਾ ਸਕਦੇ ਹਾਂ, ਠੀਕ ਹੈ। ਇਹ ਵੀ ਧਿਆਨ ਰੱਖਣਾ ਹੈ, ਇਹ ਸਿਰਫ ਆਰਟੀਕਲ 19 ਵਾਲੇ ਗਰਾਊਂਡ ਹੀ ਨੇ। ਦੇਖੋ ਆਰਟੀਕਲ 19 ਕੀ ਕਹਿ ਰਿਹਾ, ਪਹਿਲੀ ਗੱਲ ਤਾਂ ਵੀ ਫਰੀडम ਆਫ ਸਪੀਚ ਹੈਗਾ, ਠੀਕ ਹੈ। ਇਸੇ ਆਰਟੀਕਲ ਦੇ ਵਿੱਚ ਕੁਝ ਰਿਸਟ੍ਰਿਕਸ਼ਨ ਦਿੱਤੀਆਂ ਹੋਈਆਂ ਨੇ ਵੀ ਹਾਂਜੀ ਇਹਨਾਂ ਅਗਰ ਇਹ ਬੇਸਿਸ ਨੇ ਤਾਂ ਫਿਰ ਤੁਹਾਡੀ ਫਰੀडम ਆਫ ਸਪੀਚ ਨਹੀਂ ਹੋਊਗੀ, ਠੀਕ ਹੈ। ਤਾਂ ਇਹ ਵੀ ਧਿਆਨ ਰੱਖਣਾ ਹੈ, ਸਿਰਫ ਇਹਨਾਂ ਗਰਾਊਂਡ ਦੇ ਉੱਪਰ ਹੀ ਆਪਾਂ ਰਿਸਟ੍ਰਿਕਟ ਕਰ ਸਕਦੇ ਹਾਂ, ਇਹਨਾਂ ਤੋਂ ਇਲਾਵਾ ਹੋਰ ਕਿਸੇ ਗਰਾਊਂਡ ਦੇ ਉੱਪਰ ਆਰਟੀਕਲ 19 ਨੂੰ ਆਪਾਂ ਰਿਸਟ੍ਰਿਕਸ਼ਨ ਨਹੀਂ ਲਗਾ ਸਕਦੇ, ਠੀਕ ਹੈ। ਹੋਰ ਕੀ ਹੈ ਜੀ, ਕੰਟੈਂਪਟ ਆਫ ਕੋਰਟ। ਮਤਲਬ ਕੀ ਹੈ, ਜੇ ਮੈਨੂੰ ਬੋਲਣ ਦੀ ਆਜ਼ਾਦੀ ਹੈ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਮੈਂ ਸੁਪਰੀਮ ਕੋਰਟ ਦੇ ਖਿਲਾਫ ਕੁਝ ਬੋਲਦਾ, ਠੀਕ ਹੈ। ਤਾਂ ਉਹ ਕੀ ਹੋਊਗਾ ਜੀ, ਉਹ ਕੰਟੈਂਪਟ ਆਫ ਕੋਰਟ ਹੋਊਗਾ। ਤਾਂ ਇਸ ਬੇਸਿਸ ਦੇ ਉੱਪਰ ਵੀ ਮੇਰੇ ਉੱਪਰ ਰਿਸਟ੍ਰਿਕਸ਼ਨ ਲਗਾਈ ਜਾ ਸਕਦੀ ਹੈ। ਡੈਫੇਮੇਸ਼ਨ, ਮੈਂ ਕਿਸੇ ਦੇ ਖਿਲਾਫ ਨਹੀਂ ਕੁਝ ਬੋਲ ਸਕਦਾ। ਡੈਫੇਮੇਸ਼ਨ ਕੀ ਹੁੰਦਾ ਜੀ, ਮਾਨਹਾਨੀ, ਠੀਕ ਹੈ। ਮੈਂ ਕਿਸੇ ਦੇ ਖਿਲਾਫ ਨਹੀਂ ਬੋਲ ਸਕਦਾ, ਅਗਰ ਬੋਲੂੰਗਾ ਤਾਂ ਫਿਰ ਮੇਰੇ 'ਤੇ ਰੈਸਟ੍ਰਿਕਸ਼ਨ ਜਿਹੜੀ ਹੈ ਉਹ ਲੱਗ ਸਕਦੀ ਹੈ। ਤਾਂ ਪਟਵਾਰੀ ਦੇ ਐਗਜ਼ਾਮ ਦੇ ਵਿੱਚ ਇਹੀ ਕੁਐਸਚਨ ਆਇਆ ਸੀ ਜੀ ਵੀ ਕਿਹੜੇ ਗਰਾਊਂਡ ਦੇ ਉੱਪਰ ਤੁਸੀਂ ਜਿਹੜੇ ਕੀ ਰੋਕ ਲਗਾ ਸਕਦੇ ਹੋ। ਪਬਲਿਕ ਆਰਡਰ ਬਿਲਕੁਲ ਲਗਾ ਸਕਦੇ ਹਾਂ, ਕੰਟੈਂਪਟ ਆਫ ਕੋਰਟ ਬਿਲਕੁਲ ਲਗਾ ਸਕਦੇ ਹਾਂ, ਡੀਸੈਂਸੀ ਮੋਰੈਲਿਟੀ ਬਿਲਕੁਲ ਲਗਾ ਸਕਦੇ ਹਾਂ। ਇੱਕ ਹੋਰ ਸੀਗਾ ਜੀ ਆਟੋਨੋਮੀ, ਠੀਕ ਹੈ। ਆਟੋਨੋਮੀ ਇਹ ਜਿਹਾ ਕੁਛ ਮੈਨੂੰ ਯਾਦ ਨਹੀਂ ਆ ਰਿਹਾ, ਮਤਲਬ ਜਿਹੜਾ ਫੋਰਥ ਆਪਸ਼ਨ ਸੀ ਓਬਵੀਅਸਲੀ ਐਲੀਮੀਨੇਟ ਹੋ ਪਾਣਾ ਸੀ, ਕਿਉਂਕਿ ਜਿਹੜੇ ਆਰਟੀਕਲ 19 ਦੇ ਵਿੱਚ ਗਰਾਊਂਡ ਦਿੱਤੇ ਹੋਏ ਨੇ ਸਿਰਫ ਉਹਨਾਂ ਦੇ ਬੇਸਿਸ 'ਤੇ ਹੀ ਤੁਸੀਂ ਰੋਕ ਲਗਾ ਸਕਦੇ ਹੋ, ਹੋਰ ਕਿਸੇ ਬੇਸਿਸ ਦੇ ਉੱਪਰ ਰੋਕ ਨਹੀਂ ਲਗਾ ਸਕਦੇ, ਠੀਕ ਹੈ ਜੀ। ਇਹ ਚੀਜ਼ ਹੈ। ਤਾਂ ਜਿੱਥੇ ਵੀ ਵਿੱਚ ਦਿੱਕਤ ਆਈ ਪਲੀਜ਼ ਮੈਨੂੰ ਇੰਟਰਪਟ ਕਰ ਲਓ, ਠੀਕ ਹੈ। ਨੈਕਸਟ ਹੈ ਜੀ ਆਰਟੀਕਲ 19 ਦੀ ਗੱਲ ਕਰ ਰਹੇ ਆਪਾਂ। ਆਰਟੀਕਲ 19 ਦੇ ਵਿੱਚ ਇਹ ਪਹਿਲੀ ਚੀਜ਼ ਸੀ ਵੀ ਮੈਨੂੰ ਬੋਲਣ ਦੀ ਆਜ਼ਾਦੀ ਹੈਗੀ ਹੈ। ਆਰਟੀਕਲ 19 ਦੇ ਵਿੱਚ ਦੂਜੀ ਚੀਜ਼ ਕੀ ਪੜ੍ਹ ਰਹੇ ਆਪਾਂ, ਰਾਈਟ ਟੂ ਫਰੀडम ਪੜ੍ਹ ਰਹੇ ਆਪਾਂ। ਤਾਂ ਦੂਜੀ ਹੈ ਜੀ ਮੈਨੂੰ ਪੀਸਫੁਲੀ ਅਸੈਂਬਲ ਹੋਣ ਦੀ ਆਜ਼ਾਦੀ ਹੈ। ਮੈਂ 4 ਬੰਦਿਆਂ ਨਾਲ ਇਕੱਠ ਕਰਕੇ ਬਿਨਾਂ ਹਥਿਆਰਾਂ ਤੋਂ ਮੈਂ ਪ੍ਰੋਟੈਸਟ ਕਰ ਸਕਦਾ, ਠੀਕ ਹੈ। ਜਿਵੇਂ ਆਪਾਂ ਫਾਰਮ ਲਾਜ਼ ਦੀ ਗੱਲ ਕਰੀਏ ਵੀ ਪ੍ਰੋਟੈਸਟ ਕਰਨ ਦੀ ਜਿਹੜੀ ਆਜ਼ਾਦੀ ਹੈਗੀ ਆ ਉਹ ਆਪਾਂ ਨੂੰ ਆਰਟੀਕਲ 19 ਦੇ ਵਿੱਚ ਹੀ ਮਿਲ ਜਾਂਦੀ ਹੈ, ਵੀ ਸਾਨੂੰ ਇਕੱਠੇ ਹੋਣ ਦੀ ਆਜ਼ਾਦੀ ਹੈ, ਤੁਸੀਂ ਸਾਨੂੰ ਇਕੱਠੇ ਹੋਣ ਤੋਂ ਨਹੀਂ ਰੋਕ ਸਕਦੇ ਹੈਗੇ। ਬਟ ਅਗੇਨ ਇਹਦੇ ਵਿੱਚ ਐਕਸੈਪਸ਼ਨ ਹੈਗੀਆਂ ਨੇ, ਇਹਦੀ ਵੀ ਰੈਸਟ੍ਰਿਕਸ਼ਨ ਹੈਗੀ ਹੈ ਵੀ ਕਦੇ ਆਰਟੀਕਲ ਆਪਾਂ ਨੂੰ ਪਤਾ ਸੈਕਸ਼ਨ 144 ਲੱਗਦਾ ਹੁੰਦਾ ਆਪਣਾ, ਠੀਕ ਹੈ। ਸੈਕਸ਼ਨ 144 ਤੁਸੀਂ ਕਹਿੰਦੇ ਹੁੰਦੇ ਹੋ 144 ਲੱਗੀ ਹੈ ਨਾ, ਤਾਂ ਉਹ ਇਹੀ ਹੁੰਦੀ ਹੈ ਜੀ ਸੈਕਸ਼ਨ 144 ਆਫ ਕ੍ਰਿਮੀਨਲ ਪ੍ਰੋਸੀਜਰ ਕੋਡ, ਠੀਕ ਹੈ ਜੀ। CRPC ਦਾ ਸੈਕਸ਼ਨ 144 ਜੋ ਲੱਗਦਾ ਹੈ ਤਾਂ ਉਹਦੇ ਵਿੱਚ ਅਸੈਂਬਲੀ ਨੂੰ ਰੋਕ ਲਗਾਈ ਜਾ ਸਕਦੀ ਹੈ। ਆਪਾਂ ਨੂੰ ਪਤਾ ਵੀ ਜਿਹੜਾ ਆਪਣਾ ਮੈਜਿਸਟ੍ਰੇਟ ਹੈ, SGM ਹੈ, ਉਹ ਆਪਾਂ ਨੂੰ ਅਗਰ ਸੈਕਸ਼ਨ 144 ਇੰਪੋਜ਼ ਕਰਦਾ ਹੈ, ਠੀਕ ਹੈ, ਕਰਫਿਊ ਵੀ ਆਪਾਂ ਕਹਿ ਦਿੰਦੇ ਹੁੰਦੇ ਹਾਂ, ਠੀਕ ਹੈ। ਤਾਂ ਉਹਦੇ ਵਿੱਚ ਤੁਸੀਂ ਬਾਹਰ ਨਹੀਂ ਨਿਕਲ ਸਕਦੇ, ਤੁਸੀਂ ਅਸੈਂਬਲ ਨਹੀਂ ਹੋ ਸਕਦੇ। ਆਪਾਂ ਕਹਿ ਦਿੰਦੇ ਵੀ 4 ਤੋਂ ਜ਼ਿਆਦਾ ਬੰਦੇ ਅਸੈਂਬਲ ਨਹੀਂ ਹੋ ਸਕਦੇ, ਹੈ ਨਾ। ਤਾਂ ਇਹ ਜ਼ਰੂਰੀ ਨਹੀਂ ਵੀ 4 ਤੋਂ ਜ਼ਿਆਦਾ, ਤੁਸੀਂ ਇੱਕ ਬੰਦਾ ਵੀ ਰੋਕ ਲਗਾਈ ਜਾ ਸਕਦੀ ਹੈ ਵੀ ਇੱਕ ਬੰਦਾ ਵੀ ਬਾਹਰ ਨਹੀਂ ਹੈਗਾ, ਠੀਕ ਹੈ। ਇਹ ਭਰਮ ਹੈ ਆਪਣਾ ਵੀ 4 ਤੋਂ ਜ਼ਿਆਦਾ ਬੰਦੇ, ਇੱਦਾਂ ਕੁਛ ਨਹੀਂ ਹੈਗਾ।
ਇੱਕ ਬੰਦਾ ਵੀ ਤੁਸੀਂ ਰੋਕ ਲਗਾ ਸਕਦੇ ਹੋ। ਅਗਰ ਤੁਸੀਂ ਐਸਡੀਐਮ ਹੋ ਤਾਂ ਤੁਸੀਂ ਇੱਕ ਬੰਦੇ ਉੱਪਰ ਵੀ ਰੋਕ ਲਗਾ ਸਕਦੇ ਹੋ ਵੀ ਤੁਸੀਂ ਬਾਹਰ ਨਹੀਂ ਆਉਣਾ, ਇਕੱਠੇ ਨਹੀਂ ਹੋਣਾ ਤੁਸੀਂ, ਠੀਕ ਹੈ, ਇਹ ਚੀਜ਼ ਹੈ। ਨੈਕਸਟ ਹੈ ਜੀ ਆਪਣਾ ਆਰਟੀਕਲ 19 ਹੀ ਪੜ੍ਹ ਰਹੇ ਆਪਾਂ, ਰਾਈਟ ਟੂ ਫਾਰਮ ਐਸੋਸੀਏਸ਼ਨ। ਜਿਵੇਂ ਆਪਾਂ ਗੱਲ ਕਰਦੇ ਹਾਂ ਆਪਣੀ ਆੜਤੀ ਐਸੋਸੀਏਸ਼ਨ ਹੈ, ਮਰਚੈਂਟ ਐਸੋਸੀਏਸ਼ਨ ਹੈ, ਡਾਕਟਰ ਐਸੋਸੀਏਸ਼ਨ ਹੈ, ਜਾਂ ਫਿਰ ਯੂਨੀਅਨ ਕਿਸਾਨ ਯੂਨੀਅਨ ਹੈ, ਠੀਕ ਹੈ, ਹੋਰ ਜਿਹੜੀਆਂ ਟੀਚਰਸ ਯੂਨੀਅਨ ਹੈਗੀ ਹੈ, ਠੀਕ ਹੈ। ਤਾਂ ਇਹ ਜਿਹੜੀ ਐਸੋਸੀਏਸ਼ਨਸ ਨੇ, ਯੂਨੀਅਨਸ ਨੇ, ਈਵਨ ਕੋਆਪਰੇਟਿਵ ਸੁਸਾਇਟੀਜ਼ ਨੇ, ਇਹਨਾਂ ਨੂੰ ਬਣਾਉਣ ਦੀ ਵੀ ਸਾਨੂੰ ਆਜ਼ਾਦੀ ਹੈ। ਇਹ ਕੌਣ ਕਹਿ ਰਿਹਾ ਜੀ? ਆਰਟੀਕਲ 19 ਹੀ ਕਹਿ ਰਿਹਾ ਹੈਗਾ, ਠੀਕ ਹੈ। ਬਟ ਇਸ ਚੀਜ਼ ਦੇ ਵਿੱਚ ਇਹ ਚੀਜ਼ ਨਹੀਂ ਆਉਂਦੀ ਵੀ ਮੰਨ ਲਓ ਤੁਸੀਂ ਕਿਸਾਨ ਯੂਨੀਅਨ ਦਾ ਬਣਾ ਲਈ, ਠੀਕ ਹੈ, ਅਤੇ ਤੁਸੀਂ ਕੱਲ੍ਹ ਨੂੰ ਸਰਕਾਰ ਨੂੰ ਜਾ ਕੇ ਕਹੋ ਵੀ ਸਾਡੀ ਕਿਸਾਨ ਯੂਨੀਅਨ ਤੁਸੀਂ ਮਾਨਤਾ ਪ੍ਰਾਪਤ ਕਰੋ, ਮਾਨਤਾ ਦਿਓ, ਠੀਕ ਹੈ, ਤੁਸੀਂ ਉਹਨੂੰ ਰਜਿਸਟਰ ਕਰੋ, ਠੀਕ ਹੈ। ਤਾਂ ਇਹਦਾ ਕੁਛ ਨਹੀਂ ਹੈਗਾ, ਤੁਸੀਂ ਬਣਾਓ, ਠੀਕ ਹੈ, ਕੋਈ ਦਿੱਕਤ ਨਹੀਂ, ਬਟ ਇਹਦੀ ਰਿਕਗਨਾਈਜ਼ ਕਰਵਾਉਣ ਦੀ ਕੋਈ ਰਾਈਟ ਨਹੀਂ ਹੈਗੀ ਵੀ ਤੁਸੀਂ ਕਹੋ ਸਾਨੂੰ ਮਾਨਤਾ ਪ੍ਰਾਪਤ ਦਿਓ ਕੁਛ, ਹੈ ਨਾ, ਤੁਸੀਂ ਸਾਨੂੰ ਕੁਛ ਫੰਡਿੰਗ ਦਿਓ, ਕੁਛ ਹੋਰ ਦਿਓ, ਇਹੋ ਜਿਹਾ ਕੁਛ ਨਹੀਂ ਹੈਗਾ। ਤੁਸੀਂ ਆਪਣੀ ਐਸੋਸੀਏਸ਼ਨ ਬਣਾਉਣੀ ਹੈ, ਬਣਾਓ, ਕੋਈ ਦਿੱਕਤ ਨਹੀਂ, ਬਟ ਰਿਕਗਨਾਈਜ਼ ਕਰਾਉਣ ਦੀ ਕੋਈ ਆਪਣੇ ਕੋਲ ਰਾਈਟ ਨਹੀਂ ਹੈਗੀ। ਨੈਕਸਟ ਹੈ ਜੀ ਆਪਣਾ ਰਾਈਟ ਟੂ ਮੂਵ ਫਰੀਲੀ ਥਰੂ ਆਊਟ ਦ ਟੈਰੀਟਰੀ ਆਫ ਇੰਡੀਆ। ਮੈਨੂੰ ਕੀ ਮੈਂ ਆਪਣੇ ਦੇਸ਼ ਦੇ ਵਿੱਚ ਫਰੀਲੀ ਮੂਵ ਕਰ ਸਕਦਾ? ਬਿਲਕੁਲ ਕਰ ਸਕਦਾ ਜੀ, ਠੀਕ ਹੈ, ਕੋਈ ਦਿੱਕਤ ਨਹੀਂ ਹੈਗੀ। ਚਾਹੇ ਮੈਂ ਅੰਡੇਮਾਨ ਨਿਕੋਬਾਰ ਵਗ ਜਾ, ਚਾਹੇ ਕਿਤੋਂ ਮਰਜ਼ੀ ਵਗ ਜਾ, ਮੈਂ ਬਿਲਕੁਲ ਮੂਵ ਕਰ ਸਕਦਾ। ਇਹ ਵੀ ਕਿੱਥੇ ਆ ਰਿਹਾ ਜੀ? ਆਰਟੀਕਲ 19 ਦੇ ਵਿੱਚ ਆ ਰਿਹਾ। ਯਾਨੀ ਕਿ ਸਿਰਫ ਇਹ ਗੱਲ ਹੋ ਰਹੀ ਹੈ ਜੀ ਦੇਸ਼ ਦੇ ਵਿੱਚ ਗੱਲ ਹੋ ਰਹੀ ਹੈ, ਇਹ ਧਿਆਨ ਦੇਣਾ। ਆਰਟੀਕਲ 19 ਦੇ ਵਿੱਚ ਜਦੋਂ ਰਾਈਟ ਟੂ ਮੂਵ ਫਰੀਲੀ ਦੀ ਗੱਲ ਹੋ ਰਹੀ ਹੈ, ਇਹ ਦੇਸ਼ ਦੀ ਟੈਰੀਟਰੀ ਦੇ ਵਿੱਚ ਗੱਲ ਹੋ ਰਹੀ ਹੈ। ਜੇ ਦੇਸ਼ ਤੋਂ ਬਾਹਰ ਜਾਊਂਗਾ ਮੈਂ, ਉਹ ਅਲੱਗ ਹੈ, ਉਹ ਇਹਦੇ ਵਿੱਚ ਕਵਰ ਨਹੀਂ ਹੋ ਰਹੀ ਹੈਗੀ। ਆਰਟੀਕਲ 19 ਦੇ ਵਿੱਚ ਮੇਰੀ ਜਿਹੜੀ ਆਜ਼ਾਦੀ ਹੈ ਉਹ ਦੇਸ਼ ਦੇ ਅੰਦਰ ਹੀ ਜਿੱਥੇ ਮਰਜ਼ੀ ਕੋਨੇ ਦੇ ਵਿੱਚ ਮੈਂ ਜਾ ਸਕਦਾ, ਇਹ ਆਰਟੀਕਲ 19 ਕਹਿ ਰਿਹਾ ਮੈਨੂੰ, ਠੀਕ ਹੈ। ਬਟ ਇਹਦੇ ਵਿੱਚ ਅਗੇਨ ਕੁਛ ਆਪਣੀਆਂ ਰੈਸਟ੍ਰਿਕਸ਼ਨਸ ਹੈਗੀਆਂ ਨੇ। ਉਹਦਾ ਕਾਰਨ ਕੀ ਹੈ? ਕੁਛ ਇਹ ਜਿਹੇ ਸੈਂਸਿਟਿਵ ਏਰੀਆਜ਼ ਨੇ, ਤੁਹਾਡੇ ਯਾਦ ਹੋਣਾ ਅੰਡੇਮਾਨ ਨਿਕੋਬਾਰ ਦੇ ਵਿੱਚ ਸੈਂਟੀਨੈਲਿਸ ਟਰਾਈਬ ਹੈ। ਸੋ ਤੁਸੀਂ ਜਿਹੜੀ ਕੀ ਹੈ ਵੀਡੀਓਜ਼ ਵਗੈਰਾ ਦੇਖੀਆਂ ਹੋਣੀਆਂ, ਤਾਂ ਇਹ ਜਿਹੜੇ ਸੈਂਟੀਨੈਲਿਸ ਟਰਾਈਬਸ ਨੇ ਇਹ ਬਿਲਕੁਲ ਅਲੱਗ ਰਹਿੰਦੇ ਨੇ, ਠੀਕ ਹੈ, ਆਪਣੇ ਜਿਹੜੇ ਮੇਨ ਸਟ੍ਰੀਮ ਲੋਕਾਂ ਤੋਂ ਬਿਲਕੁਲ ਅਲੱਗ ਰਹਿੰਦੇ ਨੇ, ਠੀਕ ਹੈ। ਆਪਣਾ ਹੀ ਇਹਨਾਂ ਦਾ ਕਲਚਰ ਹੈ, ਆਪਣਾ ਹੀ ਮਤਲਬ ਬੋਲੀ, ਸਾਰਾ ਕੁਛ ਆਪਣਾ ਹੀ ਹੈਗਾ, ਠੀਕ ਹੈ। ਇਹ ਆਪਣੇ ਮੇਨ ਸਟ੍ਰੀਮ ਲੋਕਾਂ ਦੇ ਵਿੱਚ ਘੁਲ ਮਿਲ ਨਹੀਂ ਹੈਗੇ, ਠੀਕ ਹੈ। ਬਟ ਪਿੱਛੇ ਜੇ ਕੀ ਹੋਇਆ ਸੀ, ਕੁਛ ਟੂਰਿਸਟ ਇਹਨਾਂ ਦੇ ਆਈਲੈਂਡ ਦੇ ਉੱਪਰ ਗਏ ਸੀਗੇ, ਠੀਕ ਹੈ, ਔਰ ਇਹਨਾਂ ਦੇ ਉੱਪਰ ਕੁਛ ਫੂਡ ਆਈਟਮ ਸਿੱਟ ਕੇ ਆਏ ਸੀਗੇ, ਜਾਂ ਮਤਲਬ ਇਹਨਾਂ ਦੇ ਵੀਡੀਓਜ਼ ਵਗੈਰਾ ਬਣਾਈਆਂ ਸੀਗੀਆਂ, ਤਾਂ ਮਤਲਬ ਬੜਾ ਇਹਨਾਂ ਨੂੰ ਹਿਊਮਿਲੇਟ ਕੀਤਾ ਸੀਗਾ, ਠੀਕ ਹੈ। ਤਾਂ ਇਹਨਾਂ ਲੋਕਾਂ ਨੂੰ ਜਿਹੜੇ ਇਹ ਐਸਟੀਜ਼ ਨੇ, ਸ਼ਡਿਊਲਡ ਟਰਾਈਬਸ ਨੇਗੀਆਂ, ਕੁਛ ਖਾਸ ਟਰਾਈਬਸ ਨੇਗੀਆਂ, ਤਾਂ ਇਹਨਾਂ ਦੇ ਜਿਹੜੇ ਕਲਚਰ ਨੂੰ, ਇਹਨਾਂ ਦੇ ਜਿਹੜੇ ਇੰਟਰਸਟ ਨੇ, ਇਹਨਾਂ ਦੇ ਜਿਹੜੇ ਹੋਰ ਚੀਜ਼ਾਂ ਨੇਗੀਆਂ, ਉਹਨਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਅਸੀਂ ਕੀ ਕੀਤਾ ਹੋਇਆ ਹੈ ਵੀ ਵੈਸੇ ਤਾਂ ਰਾਈਟ ਟੂ ਮੂਵ ਫਰੀਲੀ ਹੈਗੀ ਹੈ ਵੀ ਤੁਸੀਂ ਜਿੱਥੇ ਮਰਜ਼ੀ ਜਾਓ, ਬਟ ਕੁਛ ਏਰੀਆਜ਼ ਐਸੇ ਨੇ ਜਿੱਥੇ ਅਸੀਂ ਰੈਸਟ੍ਰਿਕਸ਼ਨ ਲਗਾਈ ਹੋਈ ਹੈ ਵੀ ਤੁਸੀਂ ਇਹਨਾਂ ਏਰੀਆਜ਼ ਦੇ ਵਿੱਚ ਨਹੀਂ ਜਾ ਸਕਦੇ। ਕਾਰਨ ਕਿਉਂਕਿ ਅਸੀਂ ਇਹਨਾਂ ਲੋਕਾਂ ਦੇ ਕਲਚਰ ਨੂੰ ਪ੍ਰੋਟੈਕਟ ਕਰਨਾ ਹੈ। ਕਿਉਂਕਿ ਅਗਰ ਆਪਾਂ ਇੱਥੇ ਚਲੇ ਗਏ, ਆਪਾਂ ਇੱਥੇ ਵੀ ਉਹੀ ਕੁਝ ਕਰਨ ਲੱਗ ਜਾਣਾ ਹੈ, ਠੀਕ ਹੈ। ਉੱਥੇ ਲੋਕ ਕੀ ਕਰ ਰਹੇ ਸੀ? ਚਾਕਲੇਟ ਦੇ ਰਹੇ ਸੀ ਉਹਨਾਂ ਨੂੰ, ਬ੍ਰੈਡ ਦੇ ਰਹੇ ਸੀਗੇ। ਉਹ ਯਾਰ ਉਹ ਆਪਣਾ ਮਾਸ ਮੱਛੀ ਖਾਂਦੇ ਨੇ, ਉਹਨਾਂ ਨੂੰ ਆਪਣਾ ਕਲਚਰ ਹੈਗਾ, ਤੁਸੀਂ ਕੀ ਐਵੇਂ ਤੰਗ ਕਰ ਰਹੇ ਹੋ ਉਹਨਾਂ ਨੂੰ, ਠੀਕ ਹੈ। ਤਾਂ ਜਿਹੜੇ ਸ਼ਡਿਊਲ ਟਰਾਈਬਸ ਨੇ, ਕੁਛ ਇਹ ਜਿਹੇ ਇਲਾਕੇ ਨੇ ਜਿੱਥੇ ਅਸੀਂ ਲੋਕਾਂ ਨੂੰ ਅਲੱਗ ਰਹਿਣ ਦੇਣਾ ਚਾਹੁੰਦੇ ਹਾਂ, ਤਾਂ ਉੱਥੇ ਸਾਨੂੰ ਜਿਹੜੀ ਮੂਵਮੈਂਟ ਦੀ ਆਜ਼ਾਦੀ ਨਹੀਂ ਹੈਗੀ, ਠੀਕ ਹੈ। ਤਾਂ ਇਹ ਚੀਜ਼ ਹੈਗੀ। ਤਾਂ ਕੁਛ ਪ੍ਰੋਟੈਕਸ਼ਨ ਆਫ ਇੰਟਰਸਟ ਆਫ ਸ਼ਡਿਊਲ ਟਰਾਈਬ ਦੇ ਵਾਸਤੇ ਅਸੀਂ ਜਿਹੜੀ ਮੂਵ ਕਰਨ ਦੀ ਆਜ਼ਾਦੀ ਉਹਨੂੰ ਰੋਕ ਲਗਾ ਸਕਦੇ ਹਾਂ ਆਪਾਂ, ਠੀਕ ਹੈ ਜੀ। ਉਸੇ ਤਰ੍ਹਾਂ ਆਪਣੇ ਕੋਲ ਹੈਗੇ ਜੀ ਰਾਈਟ ਟੂ ਰਿਜ਼ਾਈਡ। ਕੀ ਮੈਂ ਆਪਣੇ ਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚ ਜਾ ਕੇ ਕੋਈ ਘਰ ਲੈ ਸਕਦਾ? ਬਿਲਕੁਲ ਲੈ ਸਕਦਾ। ਰੈਂਟ ਦੇ ਉੱਪਰ ਰਹਿ ਸਕਦਾ? ਬਿਲਕੁਲ ਰਹਿ ਸਕਦਾ, ਠੀਕ ਹੈ। ਬਾਈ ਵੀ ਕਰ ਸਕਦਾ, ਕੁਛ ਵੀ ਕਰ ਸਕਦਾ, ਠੀਕ ਹੈ। ਬਟ ਅਗੇਨ ਇਹਦੇ ਵਿੱਚ ਵੀ ਕੁਛ ਰੈਸਟ੍ਰਿਕਸ਼ਨਸ ਨਹੀਂ ਹੈ, ਠੀਕ ਹੈ। ਅਗੇਨ ਸੇਮ ਜੀ ਕਿ ਸ਼ਡਿਊਲਡ ਟਰਾਈਬਸ, ਮੈਂ ਕਿਸੇ ਟਰਾਈਬਲ ਏਰੀਆ ਦੇ ਵਿੱਚ ਜਾ ਕੇ ਹੋ ਸਕਦਾ ਕੋਈ ਪ੍ਰੋਪਰਟੀ ਬਾਏ ਨਾ ਕਰ ਸਕਾਂ, ਠੀਕ ਹੈ। ਤਾਂ ਕਈ ਸਟੇਟ ਦੇ ਵਿੱਚ, ਕਈ ਜਿਵੇਂ ਆਪਾਂ ਹਿਮਾਚਲ ਦੇ ਵਿੱਚ ਵੀ ਦੇਖ ਪਾ ਰਹੇ ਹਾਂ, ਈਵਨ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਵੀ ਸੀਗਾ, ਤਾਂ ਹਿਮਾਚਲ ਦੇ ਵਿੱਚ ਵੀ ਅੱਜ ਵੀ ਤੁਸੀਂ ਜਾ ਕੇ ਲੈਂਡ ਬਾਈ ਨਹੀਂ ਕਰ ਸਕਦੇ, ਠੀਕ ਹੈ। ਤੁਸੀਂ ਫਲੈਟ ਬਾਏ ਕਰ ਸਕਦੇ ਹੋ, ਬਟ ਲੈਂਡ ਬਾਏ ਨਹੀਂ ਕਰ ਸਕਦੇ ਹੈਗੇ ਹਿਮਾਚਲ ਦੇ ਵਿੱਚ ਕਈ ਜਗ੍ਹਾ ਦੇ ਵਿੱਚ, ਠੀਕ ਹੈ। ਤਾਂ ਉਹਦਾ ਕਾਰਨ ਇਹੀ ਹੈ ਵੀ ਜਿਹੜੇ ਉਹਨਾਂ ਦੇ ਟਰਾਈਬਸ ਨੇਗੇ ਹੋਰ ਨੇ, ਉਹਨਾਂ ਦੇ ਪ੍ਰੋਟੈਕਸ਼ਨ ਵਾਸਤੇ। ਵਰਨਾ ਤੁਸੀਂ ਜਾਓਗੇ, ਤੁਸੀਂ ਉੱਥੇ ਜਾ ਕੇ ਗੰਦ ਪਾਓਗੇ ਤੁਸੀਂ, ਠੀਕ ਹੈ। ਤੁਸੀਂ ਉੱਥੇ ਫੈਕਟਰੀਜ਼ ਲਗਾਓਗੇ, ਟਰਾਈਬਲਸ ਨੂੰ ਐਕਸਪਲੋਇਟ ਕਰੋਗੇ, ਠੀਕ ਹੈ। ਤਾਂ ਉਹਨਾਂ ਚੀਜ਼ਾਂ ਨੂੰ ਰੋਕਣ ਵਾਸਤੇ ਸਾਨੂੰ ਰਿਜ਼ਾਈਡ ਕਰਨ ਦੀ ਆਜ਼ਾਦੀ ਵੈਸੇ ਹੈਗੀ ਹੈ, ਬਟ ਜਦੋਂ ਇਹਨਾਂ ਨੂੰ ਪ੍ਰੋਟੈਕਟ ਕਰਨਾ ਆਪਾਂ ਨੇ, ਤਾਂ ਉਸ ਟਾਈਮ 'ਤੇ ਆਪਾਂ ਤੋਂ ਇਹ ਆਜ਼ਾਦੀ ਦੇ ਉੱਪਰ ਰੋਕ ਲਗਾਈ ਜਾ ਸਕਦੀ ਹੈ, ਠੀਕ ਹੈ ਜੀ। ਤਾਂ ਮਤਲਬ ਕੀ ਹੈ, ਆਰਟੀਕਲ 19 ਦੇ ਵਿੱਚ ਸਾਰੀਆਂ ਫਰੀਡਮ ਹੀ ਹੈਗੇ ਨੇ ਵੀ ਸਾਨੂੰ ਆਜ਼ਾਦੀ ਹੈ, ਸਾਨੂੰ ਅਲੱਗ-ਅਲੱਗ ਚੀਜ਼ਾਂ ਕਰਨ ਦੀ ਆਜ਼ਾਦੀ ਹੈ, ਬਟ ਉਸੇ ਆਰਟੀਕਲ ਦੇ ਅੰਦਰ ਆਪਾਂ ਨੂੰ ਕੁਛ ਨਾ ਕੁਛ ਰੈਸਟ੍ਰਿਕਸ਼ਨ ਦਿੱਤੀਆਂ ਹੋਈਆਂ ਨੇਗੀਆਂ, ਠੀਕ ਹੈ। ਔਰ ਇਹ ਵੀ ਧਿਆਨ ਰੱਖਣਾ ਸਿਰਫ ਉਹਨਾਂ ਰੈਸਟ੍ਰਿਕਸ਼ਨ ਦੇ ਉੱਪਰ ਹੀ ਆਪਾਂ ਰੋਕ ਲਗਾ ਸਕਦੇ ਹਾਂ, ਹੋਰ ਕਿਸੇ ਗਰਾਊਂਡ ਦੇ ਉੱਪਰ ਆਪਾਂ ਫਰੀਡਮ ਦੇ ਉੱਪਰ ਰੋਕ ਨਹੀਂ ਲਗਾ ਸਕਦੇ, ਠੀਕ ਹੈ। ਤਾਂ ਆਰਟੀਕਲ 19 ਦੇ ਵਿੱਚ ਫਰੀਡਮ ਵੀ ਦਿੱਤੀ ਹੋਈ ਹੈ ਔਰ ਉਸ ਫਰੀਡਮ ਦੇ ਉੱਪਰ ਰੈਸਟ੍ਰਿਕਸ਼ਨ ਵੀ ਦਿੱਤੀ ਹੋਈ ਹੈਗੀ, ਠੀਕ ਹੈ ਜੀ। ਤਾਂ ਲਾਸਟ ਕਰਦੇ ਹਾਂ ਜੀ ਆਪਾਂ 6ਵੀਂ ਰਾਈਟ ਆਰਟੀਕਲ 19 ਦੀ। ਕੀ ਮੈਨੂੰ ਕੋਈ ਵੀ ਪ੍ਰੋਫੈਸ਼ਨ ਕਰਨ ਦਾ ਆਜ਼ਾਦੀ ਹੈਗੀ ਹੈ ਕਿ ਮੈਂ ਆਪਣੇ ਕਾਰਗੁਜ਼ਾਰ ਲਈ, ਕੋਈ ਵੀ ਲਾਈਵਲੀਹੁੱਡ ਲਈ ਕੋਈ ਮਰਜ਼ੀ ਟਰੇਡ ਕਰਾਂ, ਬਿਜ਼ਨਸ ਕਰਾਂ, ਠੀਕ ਹੈ, ਕਰ ਸਕਦਾ ਮੈਂ? ਬਿਲਕੁਲ ਕਰ ਸਕਦਾ। ਕੀ ਮੈਂ ਆਪਣੇ ਲਾਈਵਲੀਹੁੱਡ ਵਾਸਤੇ ਇੱਕ ਕਲੀਨਿਕ ਖੋਲ੍ਹ ਸਕਦਾ, ਡਾਕਟਰ ਬਣ ਸਕਦਾ ਮੈਂ? ਬਿਲਕੁਲ ਵੀ ਨਹੀਂ ਬਣ ਸਕਦਾ, ਠੀਕ ਹੈ। ਕੀ ਮੈਂ ਆਪਣੇ ਸਰਵਾਈਵਲ ਲਈ ਕੋਈ ਇੰਜੀਨੀਅਰ ਬਣ ਸਕਦਾ, ਠੀਕ ਹੈ, ਚਾਹੇ ਮੇਰੇ ਕੋਲ ਡਿਗਰੀ ਨਹੀਂ ਹੈਗੀ, ਠੀਕ ਹੈ, ਬਿਲਕੁਲ ਵੀ ਨਹੀਂ ਬਣ ਸਕਦਾ। ਦੈਟ ਮੀਨਸ ਇਨ ਜਨਰਲ ਤਾਂ ਤੁਹਾਡੇ ਕੋਲ ਰਾਈਟ ਟੂ ਪ੍ਰੋਫੈਸ਼ਨ ਹੈਗਾ, ਤੁਸੀਂ ਜੋ ਮਰਜ਼ੀ ਕੀਤਾ ਕਰੋ, ਆਪਣਾ ਜੋ ਮਰਜ਼ੀ ਲਾਈਵਲੀਹੁੱਡ ਕਰੋ, ਜੋ ਮਰਜ਼ੀ ਕੰਮ ਕਰੋ, ਆਪਣਾ ਕੰਮ ਕਰੋ, ਕੋਈ ਦਿੱਕਤ ਨਹੀਂ ਹੈਗੀ। ਬਟ ਸਰਕਾਰ ਕਦੇ ਕਦੇ
ਕੁਛ ਪ੍ਰੋਫੈਸ਼ਨਲ ਤੇ ਟੈਕਨੀਕਲ ਕੁਆਲੀਫਿਕੇਸ਼ਨ ਰੱਖ ਸਕਦੀ ਹੈ। ਮਤਲਬ ਅਗਰ ਤੁਸੀਂ ਡਾਕਟਰ ਬਣਨਾ ਹੈ ਤਾਂ ਤੁਹਾਨੂੰ MBBS ਕਰਨੀ ਹੀ ਪਊਗੀ, ਤੁਹਾਨੂੰ BDS ਕਰਨੀ ਹੀ ਪਊਗੀ, ਠੀਕ ਹੈ। ਤਾਂ ਕੁਛ ਟੈਕਨੀਕਲ ਕੁਆਲੀਫਿਕੇਸ਼ਨ, ਕੁਛ ਕ੍ਰਾਈਟੇਰੀਆ ਸਰਕਾਰ ਰੱਖ ਸਕਦੀ ਹੈ ਕੁਛ ਅਲੱਗ ਪ੍ਰੋਫੈਸ਼ਨਲ ਚੀਜ਼ਾਂ ਵਾਸਤੇ, ਠੀਕ ਹੈ। CA ਬਣਨਾ, ਤੁਹਾਨੂੰ CA ਤੋਂ ਜਿਹੜਾ ਕਿ ICI ਤੋਂ ਇੱਕ ਮਤਲਬ ਕੀ ਹੈ ਸਰਟੀਫਿਕੇਟ ਵਗੈਰਾ ਲੈਣਾ ਹੀ ਪਊਗਾ। ਤਾਂ ਮਤਲਬ ਕੁਛ ਕੁਆਲੀਫਿਕੇਸ਼ਨ ਵਗੈਰਾ ਸਰਕਾਰ ਰੱਖ ਸਕਦੀ ਹੈ, ਅਦਰਵਾਈਜ਼ ਤੁਸੀਂ ਕੋਈ ਵੀ ਪ੍ਰੋਫੈਸ਼ਨ ਕਰ ਸਕਦੇ ਹੋ। ਇਸ ਤੋਂ ਇਲਾਵਾ ਸਰਕਾਰ ਜਿਹੜੀ ਹੈਗੀ ਹੈ ਆਪਣੀ ਮੋਨੋਪੋਲੀ ਵੀ ਰੱਖ ਸਕਦੀ ਹੈ ਵੀ ਹੋ ਸਕਦਾ ਹੈ, ਜਿਵੇਂ ਆਪਾਂ ਗੱਲ ਕਰੀਏ ਰੇਲਵੇਜ਼ ਦੀ, ਠੀਕ ਹੈ। ਤਾਂ ਰੇਲਵੇਜ਼ ਦੇ ਵਿੱਚ ਤੁਸੀਂ ਇੱਦਾਂ ਨਹੀਂ ਹੈਗਾ ਵੀ ਤੁਸੀਂ ਆਪਣੀ ਟ੍ਰੇਨ ਚੱਕ ਕੇ ਪਾ ਦੋਗੇ, ਠੀਕ ਹੈ। ਤਾਂ ਮਤਲਬ ਕੀ ਹੈ, ਕੁਛ ਬਿਜ਼ਨਸ ਐਸੇ ਵੀ ਹੈਗੇ ਨੇ ਵੀ ਜਿਹਦੇ ਵਿੱਚ ਸਰਕਾਰ ਕਹੂਗੀ ਵੀ ਸਿਰਫ ਮੈਂ ਹੀ ਪਾਰਟੀਸਪੇਟ ਕਰੂੰਗੀ, ਤੁਸੀਂ ਪਾਰਟੀਸਪੇਟ ਨਹੀਂ ਕਰ ਸਕਦੇ ਹੈਗੇ, ਠੀਕ ਹੈ। ਜਿਵੇਂ ਗੱਲ ਫੋਰ ਐਗਜ਼ਾਮਪਲ ਰੇਲਵੇਜ਼, ਜਾਂ ਫਿਰ ਆਪਾਂ ਗੱਲ ਕਰੀਏ HRTC, ਜਿਵੇਂ ਆਪਣੀ PRTC ਹੈ ਹਰਿਆਣਾ ਦੀ ਹੈਗੀ ਹੈ HRTC। ਤਾਂ ਪੰਜਾਬ ਦੇ ਵਿੱਚ ਤਾਂ ਰਾਜੇ ਪ੍ਰਾਈਵੇਟ ਅਤੇ ਸਰਕਾਰੀ ਦੋਨੇ ਬੱਸਿਸ ਨੇਗੀਆਂ, ਬਟ ਹਰਿਆਣਾ ਦੇ ਵਿੱਚ ਸਿਰਫ ਔਰ ਸਿਰਫ ਸਰਕਾਰੀ ਬੱਸਾਂ ਹੀ ਹੈਗੀਆਂ ਨੇ, ਠੀਕ ਹੈ। ਤਾਂ ਪਿੱਛੇ ਜੇ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਸੀ ਵੀ ਜਿਹੜੀ ਪ੍ਰਾਈਵੇਟ ਬੱਸਾਂ ਉਹਨਾਂ ਨੂੰ ਪਾਓ, ਬਟ ਉਹਨਾਂ ਦੇ ਜਿਹੜੇ ਸਰਕਾਰੀ ਜਿਹੜੇ ਕੰਡਕਟਰ ਨੇ, ਡਰਾਈਵਰਸ ਨੇ, ਉਹਨਾਂ ਨੇ ਬੜੀ ਸਟ੍ਰਾਈਕ ਕੀਤੀ ਸੀ। ਫਿਰ ਹਲੇ ਵੀ ਅੱਜ ਤੱਕ ਆਪਣੇ ਕੋਲੇ ਸਿਰਫ ਸਰਕਾਰੀ ਬੱਸਾਂ ਹੀ ਹੈਗੀਆਂ ਨੇ, ਹਰਿਆਣਾ ਦੇ ਵਿੱਚ ਸਿਰਫ ਸਰਕਾਰੀ ਬੱਸਾਂ ਨੇਗੀਆਂ। ਤਾਂ ਉਹਦੇ ਵਿੱਚ ਕੀ ਹੈ, ਸਰਕਾਰ ਨੇ ਜਦੋਂ ਪਹਿਲਾਂ ਬਣਾਇਆ ਸੀ ਮਤਲਬ ਇੱਕ ਨਿਰਦੇਸ਼ ਸੀਗਾ ਵੀ ਸਿਰਫ ਸਰਕਾਰੀ ਬੱਸਾਂ ਹੀ ਚੱਲਣਗੀਆਂ। ਦੈਟ ਮੀਨਸ ਸਰਕਾਰ ਜਾਂ ਸਟੇਟ ਆਪਣੇ ਉੱਪਰ ਕੋਈ ਬਿਜ਼ਨਸ ਲੈ ਸਕਦੀ ਹੈ ਔਰ ਲੋਕਾਂ ਨੂੰ ਮਨਾ ਕਰ ਸਕਦੀ ਹੈ। ਦੇਖੋ ਆਪਾਂ ਪਹਿਲਾਂ ਕੀ ਕਹਿ ਰਹੇ ਹਾਂ ਵੀ ਤੁਸੀਂ ਕੋਈ ਮਰਜ਼ੀ ਪ੍ਰੋਫੈਸ਼ਨ ਕਰ ਸਕਦੇ ਹੋ, ਬਟ ਅਗੇਨ ਇਹ ਦੋਨੋਂ ਕੀ ਨੇ ਜੀ, ਉਹਦੇ ਵਿੱਚ ਰੈਸਟ੍ਰਿਕਸ਼ਨਸ ਨੇਗੀਆਂ ਵੀ ਜਾਂ ਤਾਂ ਤੁਹਾਨੂੰ ਪ੍ਰੋਫੈਸ਼ਨਲ ਡਿਗਰੀ ਲੈਣੀ ਪਊਗੀ, ਜਾਂ ਫਿਰ ਉਹ ਹੋ ਸਕਦਾ ਹੈ ਉਸ ਕੰਮ ਦੇ ਵਿੱਚ ਸਟੇਟ ਨੇ ਆਪਣੀ ਮੋਨੋਪੋਲੀ ਰੱਖੀ ਹੋਵੇ, ਤਾਂ ਤੁਹਾਨੂੰ ਐਲੀਮੀਨੇਟ ਕੀਤਾ ਹੋਵੇ, ਐਕਸਕਲੂਡ ਕੀਤਾ ਹੋਵੇ ਵੀ ਤੁਸੀਂ ਇਹ ਕੰਮ ਨਹੀਂ ਕਰ ਸਕਦੇ। ਇਹ ਕੁਛ ਨੇ ਜੀ ਆਪਣੀਆਂ ਰੈਸਟ੍ਰਿਕਸ਼ਨਸ, ਠੀਕ ਹੈ ਜੀ। ਅਤੇ ਹੁਣ ਇੱਕ ਚੀਜ਼ ਧਿਆਨ ਰੱਖਣੀ ਹੈ ਜੀ, ਇਹ ਜਿਹੜਾ ਆਰਟੀਕਲ 19 ਹੈ ਨਾ, ਇਹ ਸਿਰਫ ਔਰ ਸਿਰਫ ਆਪਣੇ ਸਿਟੀਜ਼ਨਸ ਨੂੰ ਅਵੇਲੇਬਲ ਹੈਗਾ, ਠੀਕ ਹੈ। ਆਪਣੇ ਜਿਹੜੇ ਭਾਰਤ ਦੇ ਨਾਗਰਿਕ ਉਹਨਾਂ ਨੂੰ ਅਵੇਲੇਬਲ ਹੈ, ਫੋਰਨਰਸ ਨੂੰ ਅਵੇਲੇਬਲ ਨਹੀਂ ਹੈਗਾ, ਠੀਕ ਹੈ। ਫੋਰਨਰਸ ਨੂੰ ਅਵੇਲੇਬਲ ਨਹੀਂ ਹੈਗਾ। ਤੁਸੀਂ ਇਮੈਜਿਨ ਕਰੋ, ਆਪਾਂ ਕਹਿ ਰਹੇ ਹਾਂ ਵੀ ਰਿਜ਼ਾਈਡ ਐਂਡ ਸੈਟਲ, ਵੀ ਤੁਸੀਂ ਕਿਤੇ ਮਰਜ਼ੀ ਆ ਕੇ ਆਪਣਾ ਘਰ ਬਾਏ ਕਰ ਸਕਦੇ ਹੋ, ਠੀਕ ਹੈ। ਤਾਂ ਇਹ ਆਪਾਂ ਫੋਰਨਰ ਨੂੰ ਕਿਵੇਂ ਆਜ਼ਾਦੀ ਦੇ ਸਕਦੇ ਹਾਂ, ਬੋਲਣ ਦੀ ਆਜ਼ਾਦੀ, ਵੀ ਤੁਸੀਂ ਕੁਛ ਮਰਜ਼ੀ ਆ ਕੇ ਬੋਲੋ ਇੱਥੇ, ਠੀਕ ਹੈ। ਇੱਦਾਂ ਕਿਵੇਂ ਬੋਲੋ ਆ ਕੇ, ਹੋ ਸਕਦਾ ਆਪਣੇ ਦੇਸ਼ ਦੇ ਖਿਲਾਫ ਕੁਛ ਬੋਲ ਦੇਣਾ ਹੋ, ਠੀਕ ਹੈ। ਤਾਂ ਫੋਰਨਰਸ ਨੂੰ ਇਹ ਆਜ਼ਾਦੀ ਨਹੀਂ ਹੈਗੀ। ਆਰਟੀਕਲ 19 ਸਿਰਫ ਔਰ ਸਿਰਫ ਸਿਟੀਜ਼ਨਸ ਨੂੰ ਅਵੇਲੇਬਲ ਹੈਗਾ, ਠੀਕ ਹੈ। ਔਰ ਇਸ ਤੋਂ ਇਲਾਵਾ ਹੋਰ ਵੀ ਬੜੇ ਆਰਟੀਕਲਸ ਨੇ ਜਿਹੜੀਆਂ ਰਾਈਟਸ ਨੇਗੀਆਂ ਜੋ ਸਿਰਫ ਔਰ ਸਿਰਫ ਸਿਟੀਜ਼ਨਸ ਨੂੰ ਅਵੇਲੇਬਲ ਨੇ, ਬਟ ਫੋਰਨਰਸ ਨੂੰ ਨਹੀਂ ਹੈਗੇ। ਉਹ ਆਪਾਂ ਐਂਡ ਦੇ ਉੱਪਰ ਰਜਿਸਟ ਕਰਾਂਗੇ ਆਪਾਂ, ਠੀਕ ਹੈ ਜੀ। ਹੁਣ ਦੇਖੋ ਆਪਾਂ ਪੜ੍ਹ ਰਹੇ ਜੀ ਆਰਟੀਕਲ 19। ਆਰਟੀਕਲ 19 ਦੇ ਵਿੱਚ ਮੈਂ ਤੁਹਾਨੂੰ ਕਹਿ ਰਿਹਾ ਕਿ 6 ਰਾਈਟਸ ਨੇਗੀਆਂ, ਠੀਕ ਹੈ। ਹੁਣ ਜਿਵੇਂ ਕਿ ਪਹਿਲਾਂ ਵੀ, ਜਿਵੇਂ ਕਿ ਆਪਾਂ ਗੱਲ ਕਰਦੇ ਹਾਂ ਇਹ ਵੱਡੇ ਲੈਵਲ 'ਤੇ, ਪਹਿਲਾਂ ਇੱਥੇ ਵੀ 7 ਰਾਈਟਸ ਸੀਗੀਆਂ, ਠੀਕ ਹੈ। ਅਤੇ ਅੱਜ ਕਿੰਨੇ ਨੇ, ਅੱਜ 6 ਰਾਈਟਸ ਨੇਗੀਆਂ, 7ਵੀਂ ਰਾਈਟ ਆਪਾਂ ਨੇ ਰਿਪੀਲ ਕਰਤੀ। ਉਸੇ ਤਰ੍ਹਾਂ ਇੱਥੇ ਵੀ ਆਰਟੀਕਲ 19 ਦੇ ਵਿੱਚ ਵੀ ਪਹਿਲਾਂ 7 ਰਾਈਟਸ ਸੀਗੀਆਂ, 7 ਰਾਈਟ ਸੀ, ਬਟ 7ਵੀਂ ਰਾਈਟ ਆਪਾਂ ਨੇ ਰਿਪੀਲ ਕਰਤੀ, ਠੀਕ ਹੈ। ਉਹ ਰਾਈਟ ਇੱਥੇ ਵੀ ਕਿਹੜੀ ਹੈ ਜੀ, ਰਾਈਟ ਟੂ ਪ੍ਰੋਪਰਟੀ ਹੀ ਹੈਗੀ ਹੈ, ਠੀਕ ਹੈ। ਤਾਂ ਆਰਟੀਕਲ 19 ਦੇ ਵਿੱਚ ਪਹਿਲਾਂ ਰਾਈਟ ਟੂ ਪ੍ਰੋਪਰਟੀ ਵੀ ਸੀਗਾ, ਬਟ ਅਗੇਨ ਸੇਮ ਅਮੈਂਡਮੈਂਟ ਦੇ ਨਾਲ, 44th ਅਮੈਂਡਮੈਂਟ ਦੇ ਨਾਲ ਅਸੀਂ ਇਹ ਆਰਟੀਕਲ 19 ਦੇ ਵਿੱਚ ਵੀ ਜਿਹੜੀ 7ਵੀਂ ਰਾਈਟ ਸੀ ਉਹ ਵੀ ਰਿਪੀਲ ਕਰਤੀ। ਦੈਟ ਮੀਨਸ ਰਾਈਟ ਟੂ ਪ੍ਰੋਪਰਟੀ ਦੋ ਜਗ੍ਹਾ ਦੇ ਉੱਪਰ ਸੀਗੀ ਜੀ, ਇੱਕ ਤਾਂ ਵੱਡੇ ਲੈਵਲ ਦੇ ਉੱਪਰ ਸੀਗੀ, ਠੀਕ ਹੈ, ਇੱਕ ਤਾਂ ਵੱਡੇ ਲੈਵਲ ਦੇ ਉੱਪਰ ਸੀ ਆਰਟੀਕਲ 31 ਦੇ ਅੰਡਰ ਸੀਗੀ, ਇੱਕ ਸੀਗੀ ਜੀ ਆਰਟੀਕਲ 19 ਦੇ ਹੀ ਇੱਕ ਸਬ ਪੁਆਇੰਟ ਦੇ ਵਿੱਚ, ਆਰਟੀਕਲ 19 ਦੇ ਹੀ ਇੱਕ ਸਬ ਪੁਆਇੰਟ ਦੇ ਵਿੱਚ ਸੀਗੀ। ਤਾਂ ਦੋਨਾਂ ਜਗ੍ਹਾ ਤੋਂ ਆਪਾਂ ਨੇ ਆਰਟੀਕਲ ਜਿਹੜਾ ਰਾਈਟ ਟੂ ਪ੍ਰੋਪਰਟੀ ਰਿਪੀਲ ਕਰਤੀ 44th ਅਮੈਂਡਮੈਂਟ ਦੇ ਨਾਲ, ਠੀਕ ਹੈ ਜੀ। ਤਾਂ ਅੱਜ ਆਪਣੇ ਕੋਲ ਓਵਰਆਲ ਵੀ 6 ਰਾਈਟਸ ਨੇ ਔਰ ਆਰਟੀਕਲ 19 ਦੇ ਵਿੱਚ ਵੀ 6 ਰਾਈਟਸ ਨੇਗੀਆਂ, ਠੀਕ ਹੈ। ਇਹ ਚੀਜ਼ ਆਪਾਂ ਨੇ ਧਿਆਨ ਰੱਖਣਾ ਹੈਗਾ। ਤਾਂ ਇਹ ਸੀ ਰਾਜੀ ਆਪਣਾ ਆਰਟੀਕਲ 19, ਠੀਕ ਹੈ। ਤਾਂ ਕੱਲ੍ਹ ਨੂੰ ਆਪਾਂ ਜਾਂ ਨੈਕਸਟ ਸੈਸ਼ਨ ਦੇ ਵਿੱਚ ਆਪਾਂ ਆਰਟੀਕਲ 20 ਦੇ ਵਿੱਚੋਂ ਜਿਹੜਾ ਕੰਟੀਨਿਊ ਕਰਾਂਗੇ। ਕੋਈ ਦਿੱਕਤ ਹੈ ਪਲੀਜ਼ ਮੈਨੂੰ